है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है ओ, तू कुर्बानी दा बानी है। हरे औकड़ पिया भरावां दी तू है करदा अगवानी है। क्या चूड़े बीड़े फबदे ने जो बनमतियां मुटियारां दे। जद पान मदानी चाटी विच तद शोर उठन कुमकारां दे। कोई तुम्बदी है कोई कतदी है, कोई पींदी है कोई चढ़दी है। कोई सिउंदी कोई परोंदी है, कोई वेला बूटे कटदी है। जद रात चांदनी खिड़दी है जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ऐ पंजाब करां की सिफ्त तेरी, ऐ पंजाब करां की सिफ्त तेरी। ओ तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा जीवे जागे परवार। ਪੰਜਾਬ ਦਰਸ਼ਨ ਦੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ। ਅੱਜ ਅਸੀਂ ਬਹੁਤ ਹੀ ਇੱਕ ਨਵੇਂ ਮਹਿਮਾਨ ਨਾਲ ਤੁਹਾਡੇ ਸਾਹਮਣੇ ਆ ਰਹੇ ਹਾਂ। ਮੇਰੀ ਮੁਰਾਦ ਹੈ ਸਾਡੇ ਬਹੁਤ ਸਤਿਕਾਰਯੋਗ ਮੈਡਮ ਡਾਕਟਰ ਸਕੂਨ ਸਿੰਘ ਜੀ, ਜਿਹੜੇ ਕਿ ਡੀਏਵੀ ਕਾਲਜ ਚੰਡੀਗੜ੍ਹ ਵਿਖੇ ਅੰਗਰੇਜ਼ੀ ਭਾਸ਼ਾ ਦੇ ਪ੍ਰਾਧਿਆਪਕ ਹਨ। ਪੰਜਾਬ ਵਿੱਚ ਆਮ ਲੋਕਾਂ ਨੂੰ ਉਹਨਾਂ ਬਾਰੇ ਬਹੁਤ ਘੱਟ ਪਤਾ, ਜਾਂ ਮੈਂ ਕਹਿ ਸਕਦਾ ਬਿਲਕੁਲ ਨਹੀਂ ਪਤਾ, ਪਰ ਉਹਨਾਂ ਨੂੰ ਪੰਜਾਬ ਬਾਰੇ ਬਹੁਤ ਜ਼ਿਆਦਾ ਪਤਾ। ਇਹ ਸਾਡੀ ਇੱਕ ਕਮਜ਼ੋਰੀ ਵੀ ਹੈ ਪੰਜਾਬੀਆਂ ਦੀ, ਕਿ ਪੰਜਾਬ ਦਾ ਫਿਕਰ ਕਰਨ ਵਾਲੇ, ਪੰਜਾਬ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਸਾਨੂੰ ਨਹੀਂ ਪਤਾ ਹੁੰਦਾ, ਲੇਕਿਨ ਉਹਨਾਂ ਨੂੰ ਸਾਡਾ ਪਤਾ ਹੁੰਦਾ। ਤੇ ਮੈਡਮ ਡਾਕਟਰ ਸਕੂਨ ਸਿੰਘ ਜੀ ਉਹਨਾਂ ਹਸਤੀਆਂ ਵਿੱਚੋਂ ਇੱਕ ਹਨ। ਮੈਂ ਉਹਨਾਂ ਦੀ ਪ੍ਰਤਿਭਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਜਿਵੇਂ ਆਮ ਜਾਣਕਾਰੀ ਅਕਸਰ ਅਸੀਂ ਦਿੰਦੇ ਹਾਂ ਕਿ ਉਹਨਾਂ ਦੀਆਂ ਕਿਤਾਬਾਂ ਕਿੱਥੇ ਛਪੀਆਂ, ਉਹਨਾਂ ਨੇ ਆਪਣੀ ਐਜੂਕੇਸ਼ਨ ਕਿੱਥੋਂ ਲਈ,
ਜਾਂ ਉਹਨਾਂ ਨੇ ਕੀ ਹਾਸਲ ਕੀਤਾ, ਇੱਕ ਫਾਰਮਲ ਤਰੀਕਾ ਹੁੰਦਾ। ਮੈਂ ਉਸ ਫਾਰਮੈਲਿਟੀ ਵਿੱਚ ਨਹੀਂ ਪੈਂਦਾ। ਉਹ ਉਹਨਾਂ ਦੀ ਕਿਤਾਬਾਂ ਵਿੱਚ ਸਾਰਾ ਕੁਝ ਲਿਖਿਆ ਹੋਇਆ, ਲੇਕਿਨ ਮੇਰਾ ਇੱਕ ਵੱਖਰਾ ਤਰੀਕਾ ਉਹਨਾਂ ਨੂੰ ਜਾਣਨ ਦਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਅਕਸਰ ਕਹਿੰਦੇ ਸਨ, ਨਾ ਮੈਂ ਗਿਣਾ, ਨਾ ਮੇਰੇ ਘਾਟੇ। ਮੈਂ ਇਹ ਗੱਲ ਪੜ੍ਹ ਕੇ, ਸੁਣ ਕੇ ਬਹੁਤ ਹੈਰਾਨ ਹੋਇਆ ਤੇ ਮੈਂ ਇਸ ਗੱਲ ਦੀ ਗਹਿਰਾਈ ਵਿੱਚ ਉਤਰ ਗਿਆ ਕਿ ਜਿਸ ਪਰਿਵਾਰ ਦੇ ਬਜ਼ੁਰਗ ਇੰਨਾ ਵੱਡਾ ਸਿਧਾਂਤ ਆਪਣੇ ਦਿਲ ਵਿੱਚ ਲੈ ਕੇ ਬੈਠੇ ਹੋਣ, ਜਿਨ੍ਹਾਂ ਨੇ ਏਡਾ ਵੱਡਾ ਸਿਧਾਂਤ ਕਮਾਇਆ ਹੋਵੇ, ਉਹਨਾਂ ਦੇ ਪਰਿਵਾਰਾਂ ਵਿੱਚ ਹੀ ਡਾਕਟਰ ਸਕੂਨ ਸਿੰਘ ਵਰਗੀ ਪ੍ਰਤਿਭਾ ਪੈਦਾ ਹੋ ਸਕਦੀ ਹੈ। ਭਾਰਤੀ ਗਿਆਨ ਧਿਆਨ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਸੰਕਲਪ ਮਾਇਆ ਦਾ ਦੱਸਿਆ ਜਾਂਦਾ, ਜਿਹਦੀ ਐਟੀਮੋਲੋਜੀ ਇਹ ਹੈ ਕਿ ਟੂ ਮੈਜਰ, ਯਾਨੀ ਕਿ ਗਿਣਤੀ, ਮਿਣਤੀ, ਨਾਪ ਤੋਲ। ਲੇਕਿਨ ਗੁਰਮਤਿ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਲਾਈਨ ਵਿੱਚ ਗੱਲ ਮੁਕਾ ਦਿੱਤੀ, ਗੁਰਮੁਖ ਸਗਲੀ ਗਣਤ ਮਿਟਾਵੈ। ਔਰ ਗੁਰੂ ਅਮਰਦਾਸ ਜੀ ਨੇ ਕਿਹਾ, ਹਉਮੈ ਸਭਾ ਗਣਤ ਹੈ, ਗਣਤ ਨੌ ਸੁਖ ਨਾਏ। ਗੁਰੂ ਰਾਮਦਾਸ ਜੀ ਨੇ ਕਿਹਾ, ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸਕਾ ਗਿਆ। ਇਹ ਮਾਇਆ ਯਾਨੀ ਕਿ ਟੂ ਮੇਜਰ, ਗਿਣਤੀ, ਮਿਣਤੀ, ਨਾਪ ਤੋਲ ਨੂੰ ਆਪਣੀ ਜ਼ਿੰਦਗੀ ਦਾ ਆਸ਼ਾ ਬਣਾ ਲੈਣਾ ਜਾਂ ਜ਼ਿੰਦਗੀ ਦਾ ਆਧਾਰ ਬਣਾ ਲੈਣਾ, ਇਹ ਕਿਸੇ ਚੰਗੇ ਇਨਸਾਨ ਦੀ ਜਾਂ ਚੰਗੀ ਜ਼ਿੰਦਗੀ ਦਾ ਨਿਸ਼ਾਨ ਨਹੀਂ ਹੈ। ਤੇ ਇਸ ਨਜ਼ਰ ਤੋਂ ਮੈਂ ਜਦੋਂ ਦੇਖਦਾ ਕਿ ਡਾਕਟਰ ਸਕੂਨ ਸਿੰਘ ਜੀ ਦੇ ਦਾਦਾ ਜੀ, ਨਾ ਮੈਂ ਗਿਣਾ, ਨਾ ਮੇਰੇ ਘਾਟੇ, ਇਸ ਉਪਲਕਸ਼ ਦੇ ਵਿੱਚ, ਇਸ ਮਾਟੋ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਔਰ ਆਪਣੇ ਪਰਿਵਾਰ ਵਿੱਚ ਇੱਕ ਸਿਧਾਂਤ ਜਿਹੜਾ ਉਹਨਾਂ ਨੇ ਕਾਇਮ ਕੀਤਾ। ਔਰ ਇਸ ਸਿਧਾਂਤ ਦਾ ਮੈਂ ਮੈਡਮ ਦੇ, ਉਹਨਾਂ ਦੇ ਕੰਮਕਾਰ ਵਿੱਚ, ਉਹਨਾਂ ਦੀ ਪ੍ਰਤਿਭਾ ਦੇ ਵਿੱਚ, ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਇਹ ਚੀਜ਼ ਦੇਖੀ ਜਾ ਸਕਦੀ ਹੈ। ਉਹਨਾਂ ਦੇ ਦਾਦਾ ਜੀ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਗੱਲ ਕਿ ਉਹਨਾਂ ਨੇ ਆਪਣਾ ਨਾਵਲ ਆਪਣੇ ਪਿਤਾ ਜੀ ਨੂੰ ਸਮਰਪਿਤ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਲਿਖਿਆ, who taught me to look over and above, below and beyond। ਆਮ ਤੌਰ ਦੇ ਉੱਤੇ ਸਾਡੀ ਨਜ਼ਰ ਬਹੁਤ ਸਾਡੇ ਸਾਹਮਣੇ ਪੈਂਦੀ ਆ, ਜਿਵੇਂ ਅਸੀਂ ਨੱਕ ਦੀ ਸੇਧੇ ਜਿਹਨੂੰ ਕਹਿੰਦੇ ਤੁਰਨਾ ਸੀ, ਅਸੀਂ ਅਕਸਰ ਇੰਨਾ ਕੀ ਦੇਖਦੇ ਹਾਂ। ਲੇਕਿਨ ਸਾਡੇ ਪੂਰਵਜਾਂ ਨੇ ਸਾਨੂੰ ਦੱਸਿਆ ਕਿ ਅੱਗੇ ਵੀ ਦੇਖਣਾ, ਪਿੱਛੇ ਵੀ ਦੇਖਣਾ, ਸੱਜੇ ਵੀ ਦੇਖਣਾ, ਖੱਬੇ ਵੀ ਦੇਖਣਾ, ਉੱਪਰ ਵੀ ਦੇਖਣਾ, ਨੀਚੇ ਵੀ ਦੇਖਣਾ। ਮੈਨੂੰ ਇਹ ਲਾਈਨ ਪੜ੍ਹ ਕੇ ਮੇਰਾ ਨਾਮ ਜੋਕਰ ਫਿਲਮ ਦਾ ਗਾਣਾ ਵੀ ਯਾਦ ਆਇਆ, हे भाई जरा देख के चलो, आगे ही नहीं पीछे भी, ऊपर ही नहीं नीचे भी, दाएं ही नहीं बाएं भी। ਇਹ ਐਡੀ ਵੱਡੀ ਸਿੱਖਿਆ ਹੈ ਜ਼ਿੰਦਗੀ ਦੀ, ਜਿਹੜੀ ਕਿ ਮੈਡਮ ਦੇ ਪਿਤਾ ਜੀ ਨੇ ਆਪਣੇ ਪਰਿਵਾਰ ਨੂੰ ਇਹ ਸਿੱਖਿਆ ਦਿੱਤੀ। ਔਰ ਇਹ ਸਿੱਖਿਆ ਕਰਕੇ ਮੈਡਮ ਆਪਣੇ ਚਾਰੇ ਪਾਸੇ, ਅੱਗੇ ਪਿੱਛੇ, ਦਾएं ਬਾएं, ਉੱਪਰ ਨੀਚੇ ਤੇ ਸਮੇਂ ਤੋਂ ਅਗਾਂਹ ਜਾ ਕੇ ਉਹ ਦੇਖ ਸਕੇ ਔਰ ਖ਼ਾਸ ਤੌਰ ਦੇ ਉੱਤੇ ਸਾਡੇ ਸਮਾਜ ਦੀਆਂ, ਇਤਿਹਾਸ ਦੀਆਂ ਬਰੀਕੀਆਂ ਉਹਨਾਂ ਤੋਂ ਵਾਕਿਫ ਹੋ ਸਕੇ। ਔਰ ਇਹ ਸਾਡੇ ਜ਼ਮਾਨੇ ਦੀ ਬਹੁਤ ਵੱਡੀ ਸਿੱਖਿਆ ਹੈ, ਜਿਹੜੀ ਮੈਡਮ ਜੀ ਨੂੰ ਆਪਣੇ ਪਰਿਵਾਰ ਵਿੱਚੋਂ ਪ੍ਰਾਪਤ ਹੋਈ। ਮੈਡਮ ਜੀ ਦਾ ਇੱਕ ਨਾਵਲ ਇਨ ਦ ਲੈਂਡ ਆਫ ਦ ਲਵਰਸ, ਇਹ ਪੰਜਾਬ ਕਿੱਸਾ, ਇਹਦੇ ਬਾਰੇ ਮੈਂ ਨਾਵਲ ਦੀ ਕਹਾਣੀ ਨਹੀਂ ਸੁਣਾਊਂਗਾ ਜਾਂ ਇਹਦੇ ਬਾਰੇ ਜ਼ਿਆਦਾ ਨਹੀਂ ਦੱਸੂੰਗਾ। ਲੇਕਿਨ ਮੈਂ ਪੰਜਾਬ ਦਰਸ਼ਨ ਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਜਿਵੇਂ ਈਸਾ ਬਰਲਿਨ ਨੇ ਕਿਹਾ ਸੀ ਕਿ ਅਰਿਸਤੋਫੇਨਸ ਦੇ ਡਰਾਮਿਆਂ ਤੋਂ ਸਾਨੂੰ ਕਲਾਸੀਕਲ ਐਥਨਸ ਦਾ ਪਤਾ ਲੱਗਦਾ,
ਜਿਵੇਂ ਕਿਹਾ ਜਾਂਦਾ ਕਿ ਸਿਸਰੋ ਦੀਆਂ ਚਿੱਠੀਆਂ ਤੋਂ ਰੋਮ ਦਾ ਪਤਾ ਲੱਗਦਾ, ਜਿਵੇਂ ਡਿਕਨ ਤੇ ਜਾਰਜ ਇਲੀਅਟ ਦੇ ਨਾਵਲਾਂ ਤੋਂ ਵਿਕਟੋਰੀਅਨ ਇੰਗਲੈਂਡ ਦਾ ਪਤਾ ਲੱਗਦਾ, ਜਿਵੇਂ ਤੁਰਗਨੇਵ ਦੇ ਨਾਵਲਾਂ ਤੋਂ 20ਵੀਂ ਸਦੀ ਦੇ ਰੂਸ ਦੀ ਜਾਣਕਾਰੀ ਮਿਲਦੀ ਹੈ। ਜਿਵੇਂ ਮੈਂ ਬਹੁਤ ਧਿਆਨ ਨਾਲ ਇਸ ਨਾਵਲ ਤੇ ਨਿਗਾਹ ਮਾਰ ਕੇ ਕਹਿ ਸਕਦਾ, ਔਰ ਇਹ ਗੱਲ ਬਿਲਕੁਲ ਸੱਚ ਹੈ, ਕਿ ਡਾਕਟਰ ਸਕੂਨ ਸਿੰਘ ਜੀ ਦੇ ਨਾਵਲ ਇਨ ਦਾ ਲੈਂਡ ਆਫ ਦਾ ਲਵਰਸ, ਪੰਜਾਬ ਕਿੱਸਾ, ਤੋਂ ਸਾਨੂੰ ਵੰਡ ਤੋਂ ਲੈ ਕੇ ਹੁਣ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਭਰਪੂਰ ਤੇ ਵਿਸ਼ਾਲ ਦਰਸ਼ਨ ਹੁੰਦੇ ਹਨ। ਜੇ ਅਸੀਂ ਚੰਡੀਗੜ੍ਹ ਨੂੰ ਜਾਣਨਾ, ਜੇ ਅਸੀਂ ਪੰਜਾਬ ਨੂੰ ਜਾਣਨਾ, ਤਾਂ ਇਹ ਸਾਨੂੰ ਨਾਵਲ ਪੜ੍ਹਨਾ ਪਏਗਾ। ਇੱਕ ਹੋਰ ਗੱਲ, ਪਿੱਛੇ ਜਿਹੇ ਸਾਡੇ ਪੰਜਾਬ ਦੇ ਬਹੁਤ ਵੱਡੇ ਵਿਦਵਾਨ ਡਾਕਟਰ ਹਰਜੀਤ ਗਿੱਲ ਨੇ ਇੱਕ ਲੇਖ ਲਿਖਿਆ ਸੀਗਾ, JNU ਨਾਰਥ ਗੇਟ। ਉਹਦੇ ਵਿੱਚ ਉਹਨਾਂ ਨੇ ਲਿਖਿਆ, The old order will see to the new। ਔਰ ਉਹਨਾਂ ਨੇ ਆਪਣੇ ਉਸ ਲੇਖ ਵਿੱਚ ਦੱਸਿਆ ਕਿ ਉਹਨਾਂ ਨੇ observe ਕੀਤਾ ਸਾਰੇ ਹਿੰਦੁਸਤਾਨ ਨੂੰ, ਸਾਡੇ ਸਾਰੇ ਪੰਜਾਬ ਦੇ ਸਾਰੇ ਪਾਸਿਆਂ ਨੂੰ, ਪਰ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਜ਼ਮਾਨਾ, ਆਉਣ ਵਾਲਾ ਸਮਾਂ ਉਹ ਸਾਡੇ ਦੇਸ਼ ਵਿੱਚ ਔਰਤਾਂ ਦਾ ਹੈ। ਔਰ ਕਿੰਨੀ ਇਤਫਾਕ ਦੀ ਗੱਲ ਹੈ, ਕੋਇਨਸੀਡੈਂਸ, ਕਿ ਡਾਕਟਰ ਸਕੂਨ ਸਿੰਘ ਦੇ ਨਾਵਲ, ਇਹ ਜਿਹਦਾ ਮੈਂ ਨਾਂ ਲਿਆ ਹੁਣੀ, ਇਹਦੇ ਵਿਚਲਾ ਇੱਕ ਮਰਾਸੀ ਕਿਰਦਾਰ, ਉਹ ਕਹਿੰਦਾ, I have a feeling it is now the time of the daughters। ਮੇਰਾ ਮੰਨਣਾ ਹੈ ਕਿ ਉਹ ਡਾਟਰ, ਪੰਜਾਬ ਦੀ ਉਹ ਧੀ, ਪੰਜਾਬ ਦੀ ਉਹ ਹੋਣਹਾਰ ਧੀ ਡਾਕਟਰ ਸਕੂਨ ਸਿੰਘ ਹੈ, ਜਿਨ੍ਹਾਂ ਤੋਂ ਸਾਨੂੰ ਉਮੀਦ ਹੈ ਕਿ ਉਹ ਪੰਜਾਬ ਦੀ ਚਰਚਾ ਕਰਕੇ, ਪੰਜਾਬ ਬਾਰੇ ਹੋਰ ਲਿਖ ਕੇ, ਉਹ ਪੰਜਾਬ ਨੂੰ ਪੰਜਾਬ ਹੋਣ ਤੋਂ ਦੂਰ ਹੋ ਰਿਹਾ, ਇਸ ਵੇਲੇ ਹੁਣ ਪੰਜਾਬ ਨਹੀਂ ਰਿਹਾ ਹੈ, ਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਪੰਜਾਬ ਨੂੰ ਮੁੜ ਕੇ ਰੌਸ਼ਨ ਪੰਜਾਬ, ਮੁਕੰਮਲ ਪੰਜਾਬ, ਸਬੂਤਾ ਪੰਜਾਬ, ਉਹ ਸਾਨੂੰ ਇੱਕ ਨਕਸ਼ਾ ਸਾਡੇ ਸਾਹਮਣੇ ਪੇਸ਼ ਕਰਨਗੇ ਕਿ ਅਸੀਂ ਮੁੜ ਕੇ ਪੰਜਾਬ ਹੋ ਸਕੀਏ, ਜਿਹੜਾ ਧਨੀ ਰਾਮ ਚਾਤਰਕ ਜੀ ਨੇ ਪੰਜਾਬ ਦਾ ਨਕਸ਼ਾ ਖਿੱਚਿਆ ਹੋਇਆ, ਜਿਹੜਾ ਹੁਣੇ ਅਸੀਂ ਗਾਣਾ ਵੀ ਪੇਸ਼ ਕੀਤਾ ਸੀਗਾ, ਇਹ ਪੰਜਾਬ ਕਰਾਂ ਕੀ ਸਿਫਤ ਤੇਰੀ, ਉਹ ਸਾਂਝਾ ਪੰਜਾਬ। ਜ਼ਿਆਦਾ ਨਾ ਸਮਾਂ ਲਵਾਂ, ਅੱਜ ਮੈਡਮ ਜੀ ਨੂੰ ਜਿਹੜਾ ਅਸੀਂ ਟੌਪਿਕ ਕਿਹਾ ਸੀਗਾ, ਉਹ ਸੀਗਾ ਕਿ ਪੰਜਾਬ ਦੇ ਸਾਡੇ ਗੀਤ ਸੰਗੀਤ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਇੱਕ ਅਸੀਂ ਸ਼ਬਦ ਸੁਣਦੇ ਹਾਂ, ਜੁਗਨੀ। ਔਰ ਸਾਡੇ ਵੱਡੇ ਵੱਡੇ ਕਲਾਕਾਰਾਂ ਨੇ, ਪਾਕਿਸਤਾਨ ਵਾਲੇ ਪੰਜਾਬ ਦਿਆਂ ਨੇ, ਆਲਮ ਲੁਹਾਰ ਨੇ, ਗੁਰਦਾਸ ਮਾਨ ਨੇ, ਰੱਬੀ ਸ਼ੇਰਗਿੱਲ ਨੇ, ਤੇ ਹੋਰ ਬਹੁਤ ਸਾਰਿਆਂ ਨੇ ਇਹ ਜੁਗਨੀ ਨੂੰ ਗਾਇਆ। ਸਾਡਾ ਕੋਈ ਯੂਥ ਫੈਸਟੀਵਲ ਐਸਾ ਨਹੀਂ ਹੁੰਦਾ ਜਿੱਥੇ ਜੁਗਨੀ ਨਾ ਗਾਈ ਜਾਂਦੀ ਹੋਵੇ, ਔਰ ਪੰਜਾਬੀ ਦਾ ਕੋਈ ਮੇਲਾ ਐਸਾ ਨਹੀਂ ਹੁੰਦਾ ਜਿੱਥੇ ਜੁਗਨੀ ਨਾ ਗਾਈ ਜਾਂਦੀ ਹੋਵੇ। ਇਹ ਜੁਗਨੀ ਕੀ ਹੈ? ਮੈਂ ਇਹਨੂੰ ਆਪਣੇ ਹਿਸਾਬ ਨਾਲ ਦੇਖਣ ਦੀ ਕੋਸ਼ਿਸ਼ ਕੀਤੀ। ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭੇ ਨੇ ਲਿਖਿਆ ਵੀ ਜੁਗਨੀ ਇੱਕ ਗਲੇ ਦਾ ਗਹਿਣਾ ਹੁੰਦੀ ਹੈ, ਗਲੇ ਦਾ ਗਹਿਣਾ ਹੁੰਦਾ, ਉਹਨੂੰ ਜੁਗਨੀ ਕਹਿੰਦੇ ਆ। ਇੱਕ ਪੰਜਾਬ ਦੇ ਬਹੁਤ ਵੱਡੇ ਵਿਦਵਾਨ, ਜਿਨ੍ਹਾਂ ਨੇ ਐਟੀਮੋਲੋਜੀ ਦੇ ਉੱਤੇ ਕੰਮ ਕੀਤਾ ਸੀਗਾ, ਡਾਕਟਰ GS ਰਿਆਲ, ਉਹਨਾਂ ਨੇ ਦੱਸਿਆ ਕਿ ਜੁਗਨੀ, ਯੋਗਿਨੀ ਸੰਸਕ੍ਰਿਤ ਦੇ ਸ਼ਬਦ ਦਾ ਪੰਜਾਬੀ ਰੂਪ ਹੈ ਜੁਗਨੀ। ਜਿਵੇਂ ਯੋਗੀ ਕਰਾਮਾਤੀ ਹੁੰਦਾ, ਐਵੇਂ ਯੋਗਿਨੀ ਵੀ ਕਰਾਮਾਤੀ ਹੁੰਦੀ ਹੈ, ਰਿੱਧੀਆਂ ਸਿੱਧੀਆਂ ਦੀ ਮਾਲਕ ਹੁੰਦੀ ਹੈ। ਉਹ ਕਿਸੇ ਵੇਲੇ ਕਿਤੇ ਵੀ ਜਾ ਸਕਦੀ ਹੈ, ਕਿਤੋਂ ਵੀ ਆ ਸਕਦੀ ਹੈ, ਕੁਝ ਵੀ ਪੈਦਾ ਕਰ ਸਕਦੀ ਹੈ। ਇਵੇਂ ਇੱਕ ਅਚੰਭਤ ਕਿਰਦਾਰ ਹੁੰਦਾ ਜੁਗਨੀ ਦਾ। ਤੇ ਅੱਜ ਦਾ ਜਿਹੜਾ ਟੌਪਿਕ ਹੈ, ਜਿਹੜਾ ਅਸੀਂ ਮੈਡਮ ਸਾਹਿਬ ਨੂੰ ਕਿਹਾ ਵਿਖਿਆਨ, ਉਹ ਵੀ ਇਹ ਆ ਵੀ ਜੁਗਨੀ ਵਾਰਤਾ ਵਿੱਚ ਵਿਦਰੋਹ ਤੋਂ ਵਿਚਾਰ ਤੱਕ ਉਹਦੀ ਆਮਦ ਦਾ ਰਹੱਸ, ਜਿਹਨੂੰ ਅੰਗਰੇਜ਼ੀ ਵਿੱਚ enigma of her arrival from rebellion to commentary in the ਜੁਗਨੀ narrative। ਪੰਜਾਬ ਦੇ ਸੰਗੀਤ ਅਤੇ ਸੱਭਿਆਚਾਰ ਵਿੱਚ ਜੁਗਨੀ ਜੇ ਖਾਰਜ ਕਰ ਦਿੱਤੀ ਜਾਵੇ ਤਾਂ ਬਹੁਤ ਵੱਡੀ ਘਾਟ, ਇੱਕ ਖਿਲਾਫ ਮਹਿਸੂਸ ਹੁੰਦਾ।
ਤੇ ਆਓ ਅੱਜ ਆਪਾਂ ਜੁਗਨੀ ਨੈਰੇਟਿਵ ਨੂੰ ਸਮਝੀਏ ਤੇ ਇੱਕ ਖਾਸ ਗੱਲ ਜਿਹੜੀ ਮੈਂ ਪਹਿਲਾਂ ਕਹਿਣੀ ਸੀ ਉਹ ਕਹਿ ਰਹੇ ਹਾਂ ਕਿ ਅੱਜ ਦਾ ਜਿਵੇਂ ਸਾਡੀ ਇੱਕ ਰਵਾਇਤ ਹੈ ਕਿ ਅਸੀਂ ਹਰ ਲੈਕਚਰ ਡੈਡੀਕੇਟ ਕਰਦੇ ਹਾਂ ਤੇ ਡਾਕਟਰ ਸਕੂਨ ਸਿੰਘ ਜੀ ਦਾ ਅੱਜ ਦਾ ਇਹ ਲੈਕਚਰ ਅਸੀਂ ਡੈਡੀਕੇਟ ਕਰ ਰਹੇ ਹਾਂ ਪੰਜਾਬ ਦੀ ਉਹ ਬੇਟੀ ਜਿਨੇ ਪੰਜਾਬ ਦੇ ਸਾਹਿਤਕ ਆਕਾਸ਼ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਔਰ ਪੰਜਾਬ ਦਾ ਨਾਂ ਵਿਸ਼ਵ ਦੇ ਵਿੱਚ ਰੋਸ਼ਨ ਕੀਤਾ ਉਹ ਸਨ ਅੰਮ੍ਰਿਤਾ ਪ੍ਰੀਤਮ ਜੀ। ਅੱਜ ਦਾ ਇਹ ਲੈਕਚਰ ਅੰਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ ਹੈ ਪੰਜਾਬ ਦਰਸ਼ਨ ਵੱਲੋਂ। ਮੈਂ ਜ਼ਿਆਦਾ ਸਮਾਂ ਨਾ ਲਵਾਂ ਤੇ ਹੁਣ ਬੇਨਤੀ ਹੈ ਡਾਕਟਰ ਸਕੂਨ ਸਿੰਘ ਜੀ ਨੂੰ ਕਿ ਉਹ ਇਸ ਵਿਖਿਆਨ ਦੇ ਉੱਤੇ ਚਾਨਣਾ ਪਾਉਣ। ਤੇ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਹਿ ਦੇਵਾਂ ਕਿ ਸਾਡੀ ਰਵਾਇਤ ਹੈ ਘੜੀ ਨਾ ਲਾਉਣ ਦੀ ਕਿ ਅਸੀਂ ਸਾਡੀ ਸਮੇਂ ਦੀ ਸਾਡੇ ਵੱਲੋਂ ਕੋਈ ਪਾਬੰਦੀ ਨਹੀਂ ਹੈ। ਮੈਡਮ ਜੀ ਨੂੰ ਖੁੱਲ੍ਹਾ ਟਾਈਮ ਹੈ, ਉਹ ਆਪਣਾ ਵਿਸ਼ਾ ਜਿੰਨੀ ਦੇਰ ਤੱਕ ਮਰਜ਼ੀ ਜਿੰਨਾ ਮਰਜ਼ੀ ਸਮਾਂ ਲੈ ਸਕਦੇ ਆ। ਅਸੀਂ ਉਹਨਾਂ ਨੂੰ ਬਹੁਤ ਧਿਆਨ ਨਾਲ ਇਤਮੀਨਾਨ ਨਾਲ ਸੁਣਾਂਗੇ। ਬਹੁਤ ਬਹੁਤ ਸਾਰਿਆਂ ਨੂੰ ਮਿਹਰਬਾਨੀ। ਹਾਂਜੀ ਮੈਡਮ ਜੀ। बहुत बहुत शुक्रिया सर। मेरी आवाज क्लियर आ रही है? बहुत बहुत शुक्रिया। मतलब मैं थोड़ी ओवरवेलम्ड ही हाँ क्योंकि मैनू लगता है भी जिस स्पेस तो मैं गल कर रही हाँ बिल्कुल ह्यूमिलिटी वाली स्पेस है। यू नो आई अप्रोच पंजाब इन ऑल ह्यूमिलिटी। आई मीन मैं नहीं दावा करती बई मैं पंजाब नू पूरी तरह जान लिया। ये बहुत निमाना जा एक अटैम्प्ट हैगा मेरे पार्ट ते जुगनी नाल जेड़ा मेरा कनैक्शन बनिया मोर देन इंटलैक्चुअल वो एक प्यार मोहब्बत वाला कनैक्शन है। यू नो जिवें कोई चीज़ बचपन तो तुहाडे सबकॉन्शियस विच हैगी है, तुसी सुनदे रहे हो, ओदियां गल्लां करदे रहे हो। बट बीइंग इन द एकेडमिक प्रोफैशन तुसी ओनू होर थोड़ा जिहा ज़्यादा जानन दी कोशिश करदे हो ते साडे सारियां दा कोई ना कोई फील्ड है। कोई ओनू लिटरेरी तरीके नाल देख रहा है, कोई ओनू हिस्टोरिकल तरीके नाल देख रहा है, कोई ओनू एंथ्रोपोलॉजिकल तरीके नाल देख रहा है। ते मेरी ट्रेनिंग क्योंकि लिटरेचर दी रही है, थोड़ा कल्चरल स्टडीज़ सिमियोटिक्स दी रही है ते मेरा ये अटैम्प्ट सीगा बई मैं जुगनी नू उस लाइट विच अंडरस्टैंड करां। हौली हौली तुहानू लगदा है अजकल कैटेगरीज दा कोई मतलब नहीं रहा ह्यूमैनिटीज़ विच। जिन्नियां असीं कैटेगरीज नू तोड़दे हां उन्नी असीं इंटरस्टिंग टैरिटरी विच आ जान्ने आं। कुछ नवां कहण लई वो इन बिटवीन स्पेसिस बहुत जरूरी है। तां मेरे लिए पहली जिहड़ी खिच है जुगनी वाल ओहदे लिरिक्स दी खिच सीगी, ओहदा सॉन्ग जिहड़ा जुगनी दा सॉन्ग असीं सुनदे आ रहे हैं, ओहदा गीत है, संगीत है ते उन्नू बीइंग अ लिटरेरी पर्सन मैं पोइट्री दी तरह ही अप्रोच कर रही सी। पर फिर मैनू लग्या ओनू अंडरस्टैंड करन लई ओहदियां कई डायमेंशनस है जो मैनू फरोलनियां पैनियां, कई लेयर्स है जो मैनू देखनियां पैनियां। ते वो करदे करदे आई वुड से जुगनी हाले मेरे हत्थी स्टिल यू नो इट्स अ वर्क इन प्रोग्रेस। हाले भी इहदे उत्ते मैं बिल्ड ऑन करदी जा रही हाँ। जिहड़ा पहला मेरा फॉर्मल एफर्ट सी वो एक बहुत अच्छा जर्नल कैफे डायसेंसिस दे नाम तो आंदा है ते मिस्टर कार्तिक वेंकटेश एक इशू कर रहे सी पंजाब स्पैशल पंजाब दे उत्ते ते उन्होंने मैनू अप्रोच किया ते उस टाइम दे दौरान मैं रबी शेरगिल नू इंटरव्यू किया सी ते उन्हां दी जुगनी
ਮੇਰੇ ਖਿਆਲ ਨਾਲ ਬਹੁਤ ਮਕਬੂਲ ਜੁਗਨੀ ਹੈ ਤੇ ਉਸ ਰੱਬੀ ਸ਼ੇਰਗਿੱਲ ਦੀ ਜੁਗਨੀ came a point of departure for me ਤੇ ਉਹਦੀ ਜੁਗਨੀ ਤੋਂ ਚਲਦੇ ਚਲਦੇ ਜੁਗਨੀ ਦਾ ਜਿਹੜਾ ਇੱਕ ਵੱਡਾ ਕਨਸੈਪਟ ਪੰਜਾਬ ਵਿੱਚ ਰਿਹਾ ਹੈ, ਜਿਵੇਂ ਕੋਈ ਵੀ ਫੋਕ ਹੈ ਤੇ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਜਦੋਂ ਅਸੀਂ ਫੋਕ ਦੀ ਗੱਲ ਕਰਦੇ ਹਾਂ ਤੇ ਓਰੀਜਿਨਸ ਤੇ ਆਥਰਸ਼ਿਪ ਤੇ ਆ ਜਾਂਦੀ ਹੈ। ਸੋ ਇਹ ਸਵਾਲ ਆਇਆ ਤੇ ਮੈਂ ਕੋਸ਼ਿਸ਼ ਕੀਤੀ ਆਪਣੇ ਤਰੀਕੇ ਨਾਲ ਜਾਣਨ ਦੀ ਬਈ ਜੁਗਨੀ ਨੂੰ ਕਿੱਥੇ ਰੀਅਲੀ ਵੇਅਰ ਵੀ ਕੈਨ ਪਿਨ ਇਟ ਡਾਊਨ। ਬਟ ਉਸ ਤੋਂ ਪਹਿਲਾਂ ਜੁਗਨੀ ਦਾ ਜਿਹੜਾ ਇੱਕ ਪਰਸੋਨਾ ਹੈ, that was a very attractive persona ਕਿਉਂਕਿ ਜਿਹੜੀ ਜੁਗਨੀ ਹੈ she is an atypical character. By atypical I mean ਉਹ conventional stereotypical female character ਨਹੀਂ ਹੈ, ਉਹਦੇ ਚੋਂ ਸਾਰੇ ਗੁਣ ਹੈ ਜਿਹੜੇ ਉਹਨੂੰ ਸਟੀਰੀਓਟਾਈਪ ਤੋਂ ਅਲੱਗ ਕਰ ਦਿੰਦੇ ਹੈ, ਵਿਲੱਖਣ ਕਰ ਦਿੰਦੇ ਹੈ। ਤੇ ਇਸ ਕਰਕੇ ਜੁਗਨੀ ਇੱਕ ਐਨਿਗਮਾ ਵੀ ਹੈ। ਮੈਂ ਐਨਿਗਮਾ ਵਰਡ ਯੂਜ਼ ਕੀਤਾ ਬਟ ਅਰਾਈਵਲ ਦੇ ਕੰਟੈਕਸਟ ਵਿੱਚ ਕੀਤਾ ਕਿਉਂਕਿ ਜੁਗਨੀ ਪਹੁੰਚਦੀ ਹੈ, ਬੋੜਦੀ ਹੈ ਹਰ ਜਗ੍ਹਾ, ਪਰ ਜੁਗਨੀ ਦਾ ਜਿਹੜਾ ਇੱਕ ਕਨਸੈਪਟ ਹੈ ਉਹ ਆਪਣੇ ਆਪ 'ਚ ਇੱਕ ਐਨਿਗਮਾ ਤੇ ਆਪਣੇ ਆਪ ਵਿੱਚ ਇੱਕ ਬੜਾ ਅਟਰੈਕਟਿਵ ਕਨਸੈਪਟ ਹੈ। ਕਿਸ ਤਰ੍ਹਾਂ ਉਹ ਅਨਕਨਵੈਨਸ਼ਨਲ ਹੈ? ਇੱਕ ਤਾਂ ਦੇਖੋ ਸ਼ੀ ਇਜ਼ ਅ ਟਰੈਵਲਿੰਗ ਵੂਮਨ। ਹੁਣ ਅਗਰ ਅਸੀਂ 19th ਸੈਂਚੁਰੀ ਪੰਜਾਬ ਦੀ ਗੱਲ ਕਰੀਏ ਤੇ to have a solo travel, a woman undertaking solo travel in itself is something very unconventional. ਫਿਰ ਉਹ ਪਹੁੰਚਦੀ ਹੈ, ਥਾਵਾਂ ਥਾਵਾਂ ਤੇ ਪਹੁੰਚਦੀ ਹੈ। ਕਿੱਥੇ ਇੱਕ ਔਰਤ ਦਾ ਵਜੂਦ ਉਹਦੇ ਪਿੰਡ ਦੇ ਨਾਲ ਬਣਿਆ ਹੋਇਆ ਸੀ ਜਾਂ ਉਹਦੇ ਪੇਕੇ ਪਿੰਡ ਨਾਲ ਜਾਂ ਉਹਦੇ ਸਹੁਰੇ ਪਿੰਡ ਨਾਲ, ਜਿਹੜੀਆਂ ਸਾਨੂੰ ਟ੍ਰੈਡੀਸ਼ਨਲ ਪੰਜਾਬੀ ਨੈਰੇਟਿਵਸ ਮਿਲਦੇ ਹੈ। ਬਟ ਇੱਥੇ ਇਹ ਔਰਤ ਹੈ ਜਿਹੜੇ ਇੱਕ ਤਰ੍ਹਾਂ ਬੰਧਨ ਤੋੜ ਕੇ ਉਹ ਸ਼ੀ ਇਜ਼ ਟਰੈਵਲਿੰਗ ਸੋਲੋ ਤੇ ਉੱਥੇ ਪਹੁੰਚ ਰਹੀ ਹੈ ਜਿੱਥੇ ਕੁਝ ਇੰਪੋਰਟੈਂਟ ਘਟ ਰਿਹਾ ਹੈ। ਤਾਂ she is not only traveling but she is also connecting herself with a wider socio-cultural space. ਤੇ ਇੱਕ ਤਰ੍ਹਾਂ ਤਾਂ ਇਹ ਬੜੀ ਵਿਲੱਖਣ ਜੀ ਇੱਕ ਤਸਵੀਰ ਸਾਡੇ ਮਾਈਂਡ ਵਿੱਚ ਆਉਂਦੀ ਹੈ, ਬਟ ਦੂਸਰੀ ਤਰਫੋਂ ਦੇਖਿਆ ਜਾਏ ਤਾਂ ਜੁਗਨੀ ਜਿਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ 'ਚ she is a girl next door ਤੇ ਇੰਗਲਿਸ਼ ਵਿੱਚ ਮੈਂ ਵਰਡ ਯੂਜ਼ ਕੀਤਾ every woman. ਐਵਰੀ ਵੂਮਨ ਮਤਲਬ ਇੱਕ ਸਧਾਰਨਤਾ ਵੀ ਹੈ ਉਹਦੇ ਵਿੱਚ। ਅਗਰ ਵਿਲੱਖਣ ਹੈ ਤੇ ਸਧਾਰਨ ਵੀ ਹੈ ਤੇ ਉਹ ਸਧਾਰਨਤਾ ਹੀ ਹੈ ਜਿਹੜੀ ਉਹਨੂੰ ਫੋਕ ਦੇ ਨਾਲ ਕਨੈਕਟ ਕਰ ਦਿੰਦੀ ਹੈ। ਐਂਡ ਉਹ ਫੋਕ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਸੇ ਕਰਕੇ ਜਿਹੜਾ ਲੋਕਾਂ ਦੇ ਨਾਲ ਉਹਦਾ ਵਾਈਡਰ ਕਨੈਕਸ਼ਨ ਹੈ, ਲੋਕਾਂ ਦੇ ਨਾਲ ਜਿਹੜੀ ਉਹਦੀ ਵਾਈਡਰ ਇੱਕ ਸਿੰਪਥੀ ਹੈ, ਐਮਪਥੀ ਹੈ, ਜਿਹਦੇ ਵਿੱਚੋਂ ਸਾਰਾ ਜੁਗਨੀ ਦਾ ਵਰਲਡ ਵਿਊ ਆਉਂਦਾ ਹੈ ਜਾਂ ਪਰਸਪੈਕਟਿਵ ਆਉਂਦਾ ਹੈ। ਇਸ ਕਰਕੇ ਇਹ ਦੋ ਅਲੱਗ-ਅਲੱਗ ਚੀਜ਼ਾਂ ਨੂੰ ਫਿਊਜ਼ ਕਰ ਦਿੰਦੀ ਹੈ। ਇੱਕ ਤਰਫੋਂ ਬੜੀ ਆਮ ਔਰਤ ਤੇ ਦੂਸਰੀ ਤਰਫ she is traveling, she is unconventional, she is undertaking free travel. Not only is she arriving at places where something important is happening, but ਉਹਦੀ ਜਿਹੜੀ ਕਮੈਂਟਰੀ ਹੈ ਹਰ ਚੀਜ਼ ਨੂੰ ਵੇਖ ਕੇ ਉਹਨੂੰ ਬਿਆਨ ਕਰਨਾ, ਫਿਰ ਬਿਆਨ ਕਰਕੇ 2 ਲਾਈਨਾਂ 'ਚ ਉਹਦੀ ਇੱਕ ਟਿੱਪਣੀ ਵੀ ਦੇਣੀ। ਕੁਛ ਇਹਦੇ ਸਟਰਕਚਰ ਦੀ ਵੀ ਗੱਲ ਹੈ, ਜਿਹੜੇ ਇਹਦਾ 4 ਤੋਂ 6 ਲਾਈਨਾਂ ਦਾ ਇੱਕ ਸਟਰਕਚਰ ਹੈ, ਉਹ ਵੀ ਇੱਕ ਕਾਰਨ ਹੈ ਬਈ ਜੁਗਨੀ ਇੰਨੀ ਵਿਲੱਖਣ ਤਰੀਕੇ ਦੀ ਜੁਗਨੀ ਹਰ ਯੁੱਗ ਵਿੱਚ ਪਾਈ ਜਾਂਦੀ ਹੈ। ਤੇ ਯੁੱਗ ਦੇ ਨਾਲ ਹੀ ਮੈਂ ਜੁਗਨੀ ਨੂੰ ਐਸੋਸੀਏਟ ਕਰਨਾ ਚਾਹੁੰਦੀ ਸੀ ਕਿਉਂਕਿ ਇਹਦੀਆਂ ਇੰਨੀਆਂ ਮੈਨੀਫੈਸਟੇਸ਼ਨਸ, ਹਰ ਯੁੱਗ ਦੀ ਜੁਗਨੀ ਆਪਣੀ ਹੈ। ਹਰ ਯੁੱਗ ਵਿੱਚ ਕਵੀਆਂ ਨੇ ਇੱਕ ਨਵੀਂ ਜੁਗਨੀ ਰਚਤੀ, depending on what was happening, what were the circumstances
ਸਰਕਮਸਟੈਂਸਸ ਤੇ ਉਹਨਾਂ ਲਿਰਿਕਸ ਦੇ ਵਿੱਚੋਂ ਉਸ ਪੋਇਟਰੀ ਦੇ ਵਿੱਚੋਂ ਸਾਨੂੰ ਇੱਕ ਝਾਤ ਮਿਲ ਜਾਂਦੀ, ਪੰਜਾਬ ਦੀ ਝਾਤ ਮਿਲ ਜਾਂਦੀ, ਉਸ ਪਰਟੀਕੂਲਰ ਯੁੱਗ ਦੀ, ਉਸ ਪਰਟੀਕੂਲਰ ਟਾਈਮ ਫਰੇਮ ਦੀ। ਤੇ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਸੀਗੀਆਂ ਪਰਸਨਲੀ ਮੇਰੇ ਵਾਸਤੇ। ਤੁਹਾਡਾ ਬਹੁਤ ਧੰਨਵਾਦ ਪ੍ਰੋਫੈਸਰ ਅਵਤਾਰ ਸਿੰਘ ਜੀ, ਤੁਸੀਂ ਮੈਨੂੰ ਇਹ ਪਲੇਟਫਾਰਮ ਦਿੱਤਾ ਤੇ ਮੈਨੂੰ ਐਵੇਂ ਲੱਗ ਰਿਹਾ ਬਈ ਮੇਰੀ ਆਪਣੀ ਇੱਕ ਐਕਸਪੈਂਸ਼ਨ ਹੋ ਰਹੀ ਹੈ ਕਲਾਸਰੂਮ ਦੀ। ਤੁਹਾਡੇ ਨਾਲ ਇੱਕ ਗੱਲ ਮੈਂ ਸ਼ੇਅਰ ਕਰਦੀ ਹਾਂ, ਪ੍ਰੋਫੈਸਰ ਈਸ਼ਵਰ ਦਿਆਲ ਗੌੜ ਨੇ ਜਦੋਂ ਮੈਨੂੰ ਕਿਹਾ ਬਈ ਤੁਸੀਂ ਪੰਜਾਬ ਦੇ ਨਾਲ ਰਿਲੇਟਡ ਕੁਝ ਪੰਜਾਬੀ ਵਿੱਚ ਬੋਲਣਾ, ਤੇ I had a really post colonial conundrum, ਇੱਕ ਡਾਇਲੇਮਾ ਆ ਗਿਆ ਮੇਰੇ ਮਨ ਵਿੱਚ, ਕਿਉਂਕਿ ਫਾਰਮਲੀ ਮੈਂ ਪੰਜਾਬੀ ਚ ਨਹੀਂ ਲੈਕਚਰ ਦਿੱਤਾ ਕਦੀ, ਪਰ ਉਹਨਾਂ ਨੇ ਮੈਨੂੰ ਕਿਹਾ ਜਿਵੇਂ ਤੁਸੀਂ ਬੋਲ ਰਹੇ ਹੋ ਬਸ ਉਵੇਂ ਹੀ ਬੋਲਣਾ ਹੈ। ਤੇ ਮੈਨੂੰ ਲੱਗਿਆ ਹਾਂ ਮਤਲਬ ਕੋਈ ਫਰਕ ਨਹੀਂ ਹੈ, ਕਿਉਂਕਿ ਜਦੋਂ ਅਸੀਂ ਕਲਾਸ 'ਚ ਵੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਹੈ ਲਿਟਰੇਚਰ ਵਿੱਚ ਇੰਗਲਿਸ਼ ਇੰਪੋਰਟੈਂਟ ਨਹੀਂ ਹੈ, what is important is the idea। ਅਗਰ ਮੇਰੇ ਸਟੂਡੈਂਟਸ ਆਈਡੀਆ ਨੂੰ ਫੜ ਲੈਂਦੇ ਹੈ ਫਿਰ ਉਹ ਸੈਕੰਡਰੀ ਹੈ ਸਾਰੀਆਂ ਗੱਲਾਂ। ਤੇ ਇੱਕ ਜਨਰੇਸ਼ਨ ਐਸੀ ਵੀ ਸੀ ਜਿਹੜੀ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹ ਕੇ ਉਹਨਾਂ ਨੇ ਆਪਣੀਆਂ ਸਾਰੀਆਂ ਲੈਂਗੁਏਜਸ ਨੂੰ ਸਟਰੋਂਗ ਕੀਤਾ ਤੇ ਆਪਣੇ ਆਪ ਕੀਤਾ, ਦੇ ਵਰਕਡ ਔਨ देयर ਓਨ ਲੈਂਗੁਏਜਸ। ਇਸ ਕਰਕੇ ਕਿਤੇ ਨਾ ਕਿਤੇ this has to become secondary, what is important is the idea। ਤੇ ਇਸੇ ਤਰ੍ਹਾਂ ਅਸੀਂ ਇਹਨਾਂ ਬਾਉਂਡਰੀਜ਼ ਨੂੰ ਵੀ ਬਲਰ ਕਰਦੇ ਹਾਂ, ਬ੍ਰੇਕ ਕਰਦੇ ਹਾਂ। ਤੇ ਮੇਰੇ ਲਈ ਜੁਗਨੀ ਦਾ ਜਿਹੜਾ ਕਨੈਕਸ਼ਨ ਹੈ, ਆਇਰੋਨਿਕਲੀ ਇਨਫ ਆਈ ਥਿੰਕ ਜਦੋਂ ਮੈਂ ਪੰਜਾਬ ਚੋਂ ਨਿਕਲੀ ਹਾਂ ਆਪਣੀ ਹਾਇਰ ਐਜੂਕੇਸ਼ਨ ਵਾਸਤੇ, ਦਿੱਲੀ ਗਈ, ਉਸ ਤੋਂ ਬਾਅਦ ਅਮਰੀਕਾ ਵੀ ਰਹੀ ਮੈਂ 1 ਸਾਲ ਫੁਲਬ੍ਰਾਈਟ ਫੈਲੋਸ਼ਿਪ ਤੇ। ਜਿੰਨਾ ਤੁਸੀਂ ਬਾਹਰ ਜਾਂਦੇ ਹੋ ਓਨਾ ਹੀ ਤੁਸੀਂ ਪਿੱਛੇ ਝਾਤ ਮਾਰਦੇ ਹੋ, ਓਨਾ ਹੀ ਤੁਹਾਨੂੰ ਇੱਕ ਆਪਣੇ ਆਪ ਬਾਰੇ, ਆਪਣੀ ਆਈਡੈਂਟੀਟੀ ਬਾਰੇ ਬੇਸਿਕ ਜਿਹੜੇ ਸਵਾਲ ਹੈ, ਬੇਸਿਕ ਕੁਐਸਚਨਸ ਹੈ, ਤੁਹਾਨੂੰ ਬੋੜਦੇ ਹੈ, ਤੁਹਾਨੂੰ ਆਉਂਦੇ ਹੈ ਉਹ ਬੇਸਿਕ ਸਵਾਲ। ਤੇ ਜਿਹੜੀ ਮੇਰੀ ਸਪੇਸ ਹੈ ਪੰਜਾਬ ਦੇ ਨਾਲ ਕਨੈਕਸ਼ਨ ਦੀ, that is emanating out of pure love। ਕਈ ਲੋਕ ਕਹਿੰਦੇ ਚੰਡੀਗੜ੍ਹ ਤਾਂ ਪੰਜਾਬ ਹੀ ਨਹੀਂ ਹੈ ਜੀ। ਇਹ ਵੀ ਆਰਗੂਮੈਂਟ ਹੈ ਵੀ ਚੰਡੀਗੜ੍ਹ ਤਾਂ ਪੰਜਾਬ ਨਹੀਂ ਹੈ, ਸੋ there is no claim of the ਚੰਡੀਗੜ੍ਹ ਵਾਲਾ on ਪੰਜਾਬ, ਜਿਹੜਾ ਕੁਝ ਹੱਦ ਤੱਕ ਠੀਕ ਹੈ। I accept that in all humility, but ਇੱਕ ਜੋਗ੍ਰਾਫੀ ਤੋਂ ਵੀ ਜ਼ਿਆਦਾ ਇੱਕ ਅਫੈਕਟਿਵ ਜਿਹੜਾ ਕਨੈਕਸ਼ਨ ਹੈ, ਕਦੀ ਅਫੈਕਟਿਵ ਕਨੈਕਸ਼ਨ ਹੈ, ਉਹ ਜ਼ਰੂਰੀ ਹੈ। ਤੇ ਜਦੋਂ ਅਸੀਂ ਲਿਟਰੇਚਰ ਦੀ ਗੱਲ ਕਰਦੇ ਹਾਂ ਤਾਂ ਸਾਡਾ ਅਫੈਕਟਿਵ ਕਨੈਕਸ਼ਨ ਬਹੁਤ ਜ਼ਰੂਰੀ ਹੈ ਤੇ ਸਾਡਾ ਇਮੈਜੀਨੇਸ਼ਨ ਬਹੁਤ ਜ਼ਰੂਰੀ ਹੈ। ਫੈਕਟਸ ਨੂੰ ਵੀ ਸਮਝ ਪਾਣਾ, ਬਟ ਉਹਨੂੰ ਕਿਸ ਤਰ੍ਹਾਂ ਤੁਸੀਂ ਫਿਕਸ਼ਨਲਾਈਜ਼ ਕਰਦੇ ਹੋ, ਉਹ ਜਿਹੜੀ ਇੱਕ ਸਪੇਸ ਹੈ ਉਹਦੇ ਵਿੱਚ ਇਮੈਜੀਨੇਸ਼ਨ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੋ ਜਾਂਦਾ। ਸੋ ਆਈ ਵਾਂਟਡ ਟੂ ਸ਼ੇਅਰ ਅ ਸਲਾਈਡ ਹੇਅਰ। ਮੈਂ ਛੋਟਾ ਜਿਹਾ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਬਣਾਇਆ ਸੀ। ਮੈਂ ਪ੍ਰੋਫੈਸਰ ਅਵਤਾਰ ਸਿੰਘ ਨਾਲ ਗੱਲ ਕਰ ਰਹੀ ਸੀ ਬਈ ਅਸੀਂ ਲਿਟਰੇਚਰ ਵਾਲੇ ਪਾਵਰਪੁਆਇੰਟ ਤੇ ਰਿਲਾਈ ਨਹੀਂ ਕਰਦੇ, ਬਟ ਹੁਣ ਕਿਉਂਕਿ ਸਾਡੇ ਮੀਡੀਅਮਸ ਬਦਲ ਗਏ ਹੈ ਤਾਂ ਕਈ ਵਾਰੀ ਇੱਕ ਕੋਈ ਵਿਜ਼ੂਅਲ ਇਮੇਜ ਸਾਨੂੰ ਜ਼ਿਆਦਾ ਇੱਕਦਮ ਰਜਿਸਟਰ ਹੁੰਦਾ ਹੈ। ਤੇ ਇੱਕ ਕੁਛ ਮੈਂ ਤੁਹਾਨੂੰ ਇਮੇਜਸ ਦਿਖਾਉਣਾ ਚਾਹੁੰਦੀ ਹਾਂ। ਆਈ ਜਸਟ ਸ਼ੇਅਰ ਇਟ। ਇਹ ਜਿਹੜੀ ਪੇਂਟਿੰਗ ਹੈ ਇਹ ਅਰਪਨਾ ਕੌਰ ਦੀ ਪੇਂਟਿੰਗ ਹੈ ਤੇ ਆਈ ਮੀਨ ਉਹਨਾਂ ਨੇ ਜੁਗਨੀ ਕਹਿ ਕੇ ਪੇਂਟਿੰਗ ਬਣਾਈ ਨਹੀਂ, ਪਰ ਮੈਨੂੰ ਲੱਗਿਆ ਇਹਦੇ 'ਚ ਕੁਛ ਐਸੇ ਐਲੀਮੈਂਟਸ ਹੈ ਜਿਹੜੇ ਅਸੀਂ ਕਨੈਕਟ ਕਰ ਸਕਦੇ ਹਾਂ ਜੁਗਨੀ ਨਾਲ। ਤੇ ਸਭ ਤੋਂ ਵੱਡਾ ਉਹ ਐਲੀਮੈਂਟ ਹੈਗਾ ਹਰ ਗੇਜ਼।
ਜਿਵੇਂ ਉਹ ਵੇਖਦੀ ਪਈ ਹੈ। ਤੇ ਤੁਸੀਂ ਦੇਖੋ ਨਿੱਕੀਆਂ ਨਿੱਕੀਆਂ ਡਿਟੇਲਸ ਹੈਗੀਆਂ, ਉਹ ਸ਼ਾਇਦ ਇੱਕ ਦੁਨੀਆ ਦਾ ਪਲੇ ਹੋ ਰਿਹਾ ਆਸ-ਪਾਸ, ਇੱਕ ਦੁਨੀਆਦਾਰੀ ਚਲਦੀ ਜਾ ਰਹੀ ਹੈ ਤੇ ਉਹ ਔਰਤ ਖੜੀ ਹੈ ਤੇ ਵੇਖਦੀ ਪਈ ਹੈ। ਤੇ ਮੈਨੂੰ ਲੱਗਿਆ ਬਈ ਇਹ ਜਿਹੜਾ ਇਮੇਜ ਹੈ, ਜਿਹੜੀ ਪੇਂਟਿੰਗ ਹੈ ਅਰਪਨਾ ਕੌਰ ਦੀ, ਐਂਡ ਅਰਪਨਾ ਕੌਰ ਦੇ ਕੰਮ ਨੂੰ ਮੈਂ ਬਹੁਤ ਐਡਮਾਇਰ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਜੁਗਨੀ ਦਾ ਜਿਹੜਾ ਇੱਕ ਸਟੈਂਸ ਹੈ, ਜੋ ਜੁਗਨੀ ਦਾ ਇੱਕ ਅਪਰੋਚ ਹੈ, ਉਸ ਨੂੰ ਬੜਾ ਸੋਹਣਾ ਵਿਜ਼ੂਅਲੀ ਹਾਈਲਾਈਟ ਕਰ ਰਹੀ ਹੈ। ਮੈਂ ਥੋੜਾ ਜਿਹਾ ਜੁਗਨੀ ਦੀ ਸਿੰਬਲਿਜ਼ਮ ਐਜ਼ ਅ ਵੂਮਨ ਮੈਂ ਗੱਲ ਕੀਤੀ ਹੈ, ਜੁਗਨੀ ਦੀ ਇਮੇਜ ਦੇ ਬਾਰੇ, ਬਈ ਕਿਸ ਤਰ੍ਹਾਂ ਉਹ ਇੱਕ ਬਹੁਤ ਆਜ਼ਾਦ ਖਿਆਲ ਇੱਕ ਔਰਤ ਸਾਨੂੰ ਨਜ਼ਰ ਆਉਂਦੀ ਹੈ। ਉਸ ਦੇ ਇਲਾਵਾ what is interesting about ਜੁਗਨੀ is ਬਈ ਉਹਦੀਆਂ ਕੋਈ ਐਫੀਲੀਏਸ਼ਨ ਸਾਨੂੰ ਪਤਾ ਨਹੀਂ ਚੱਲਦੀਆਂ। ਉਹ ਕੀ ਹੈ? ਉਹ ਹਿੰਦੂ ਹੈ, ਮੁਸਲਮਾਨ ਹੈ, ਸਰਦਾਰ ਹੈ, ਉਹ ਉਹਦੀ ਆਇਡੈਂਟੀਟੀ 'ਚ ਵਿਜ਼ੀਬਲ ਨਹੀਂ ਹੈ। ਉਸ ਤੋਂ ਇਲਾਵਾ ਉਹਦੀ ਕੀ ਜ਼ਾਤ ਹੈ, ਉਹਦੇ ਪਿੰਡ ਦਾ ਕੀ ਨਾਂ ਹੈ, ਉਹ ਸਾਨੂੰ ਪਤਾ ਨਹੀਂ ਚੱਲਦਾ, ਕਿਉਂਕਿ ਜੁਗਨੀ ਜਿਹੜਾ ਨਾਂ ਹੈ ਉਹ ਕਿਸੇ ਦਾ ਵੀ ਹੋ ਸਕਦਾ ਹੈ। ਇਟਸ ਮੋਰ ਲਾਈਕ ਅ ਨਿਕਨੇਮ, and nicknames don't have the political purpose that proper names have. ਤੇ ਨਾ ਸਿਰਫ ਇਹ, ਇੱਕ ਜੁਗਨੀ ਦੀ ਬੜੀ ਇੰਟਰਸਟਿੰਗ ਗੱਲ ਹੈ ਜਿਹੜੀ ਹਰ ਕੁਆਟਰੇਨ ਦੇ ਨਾਲ ਉਹਦੀ ਇੱਕ ਇਨਵੋਕੇਸ਼ਨ ਹੈ, ਉਹਦਾ ਇੱਕ ਰੈਫਰੈਂਸ ਹੈ, ਪੀਰ ਨੂੰ, ਸਾਈਂ ਨੂੰ, ਅੱਲਾ ਨੂੰ, ਗੁਰੂ ਨੂੰ। ਹੁਣ ਪੀਰ, ਸਾਈਂ, ਅੱਲਾ, ਗੁਰੂ, ਹਰੀ, ਇਹ ਸਾਰੇ ਵੱਖੋ ਵੱਖ ਰਿਲੀਜੀਅਸ ਆਈਡੈਂਟੀਟੀਜ਼ ਦੇ ਨਾਲ ਅਸੀਂ ਕਾਮਨ ਮਾਈਂਡ ਨਾਲ ਕਨੈਕਟ ਕਰਦੇ ਹਾਂ, ਬਟ ਜੁਗਨੀ ਦੇ ਨੈਰੇਟਿਵ ਵਿੱਚ ਇਹ ਸਾਰੇ ਇੰਟਰਚੇਂਜੇਬਲ ਹੈ। ਜਿੱਥੇ ਅਸੀਂ ਪੀਰ ਕਹਿੰਦੇ ਹਾਂ ਉੱਥੇ ਅਸੀਂ ਅੱਲਾ ਵੀ ਕਹਿ ਦਿੰਦੇ ਹਾਂ, ਜਿੱਥੇ ਅੱਲਾ ਕਹਿੰਦੇ ਉੱਥੇ ਗੁਰੂ ਵੀ ਕਹਿ ਦਿੰਦੇ ਹਾਂ, ਡਿਪੈਂਡਿੰਗ ਔਨ ਹੂ ਇਜ਼ ਦ ਸਪੀਕਰ। ਤੇ ਇਹਦੇ ਨਾਲ ਜਿਹੜਾ ਹੈ, ਇਹਦਾ ਇੱਕ ਪੁਰਾਣੇ ਪੰਜਾਬ ਦਾ ਜਿਹੜਾ ਸੂਫਿਆਨਾ ਜਾਂ ਸੂਫੀ ਅੰਡਰ ਕਰੰਟ ਸੀਗਾ ਸਾਡੀ ਅੰਡਰਸਟੈਂਡਿੰਗ ਦਾ, ਇੱਕ ਸਿੰਕ੍ਰੈਟਿਕ ਸਪਿਰਿਟ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਵਰਡ ਅੱਜ ਕੱਲ੍ਹ ਬਹੁਤ ਫੈਸ਼ਨੇਬਲ ਵੀ ਹੋ ਗਿਆ। ਸਿੰਕ੍ਰੈਟਿਕ ਸਪਿਰਿਟ ਬਹੁਤ ਫੈਸ਼ਨੇਬਲ ਹੋ ਗਿਆ ਵਰਡ, ਬਟ ਚਲੋ ਅਸੀਂ ਫੈਸ਼ਨ ਦੇ ਪਿੱਛੇ ਨਾ ਜਾਈਏ, ਸਪੈਸ਼ਲੀ ਬੀਇੰਗ ਰਿਸਰਚਰਸ। ਸਾਡੇ ਵਰਡਸ ਦੀ ਯੂਸੇਜ ਬੜੀ ਮਾਈਂਡਫੁਲ ਹੋਣੀ ਚਾਹੀਦੀ ਹੈ। ਬਟ ਸਿੰਕ੍ਰੈਟਿਕ ਇੱਕ ਅੱਛਾ ਸ਼ਬਦ ਹੈ ਪੰਜਾਬ ਦੀ ਪੁਰਾਣੀ ਸੰਸਕ੍ਰਿਤੀ ਨੂੰ ਦਿਖਾਉਣ ਦਾ, ਜਿਹਦੇ ਵਿੱਚ ਇੱਕ ਮਿਲੀ ਜੁਲੀ ਸਪੇਸ ਸੀਗੀ, ਜਿੱਥੇ ਸਾਰੀਆਂ ਕਮਿਊਨਿਟੀਜ਼ ਦਾ ਗਿਵ ਐਂਡ ਟੇਕ ਸੀਗਾ। ਸੋ ਅਗਰ ਗੁਰਦੁਆਰੇ ਸੀਗੇ ਤਾਂ ਪੀਰਾਂ ਦੀਆਂ ਮਜ਼ਾਰਾਂ ਵੀ ਸੀਗੀਆਂ, ਤੇ ਮੇਲੇ ਵੀ ਸੀਗੇ, ਤੇ ਕੁਝ ਸਾਡੇ ਫੈਸਟੀਵਲਸ ਵੀ ਸ਼ੇਅਰਡ ਸੀਗੇ। ਤੇ obviously one can look into the historical and political events, especially after the British annexation of Punjab. ਇਹ ਜਿਹੜਾ ਸਾਡਾ ਇੱਕ ਸਿੰਕ੍ਰੈਟਿਕ ਸਪਿਰਿਟ ਪੰਜਾਬ ਦਾ ਰਿਹਾ ਹੈ, ਇਹ ਕਿਸ ਤਰ੍ਹਾਂ ਆਲਟਰ ਹੋਇਆ, ਕਿਸ ਤਰ੍ਹਾਂ ਚੇਂਜ ਹੋਇਆ, ਇਹ ਸਾਨੂੰ ਦੇਖਣ ਨੂੰ ਮਿਲਦਾ ਹੈ ਹਿਸਟਰੀ ਵਿੱਚ। ਕੁਝ ਰੈਫਰੈਂਸਿਸ ਅਗਰ ਤੁਸੀਂ ਇੰਟਰਸਟਿਡ ਹੈਗੇ ਹੋ, ਜਿਵੇਂ ਫਰੀਨਾ ਮੀਰ ਜੀ ਦਾ ਬੜਾ ਸੋਹਣਾ ਕੰਮ ਹੈ, ਤੇ ਉਹ ਸਿੰਕ੍ਰੈਟਿਕ ਸਪਿਰਿਟ ਨੂੰ ਪਾਰਟਿਕੂਲਰਲੀ ਕਿੱਸਾ ਕਾਵ ਦੇ ਨਾਲ ਕਨੈਕਟ ਕਰਦੇ, ਵੀ ਕਿਸ ਤਰ੍ਹਾਂ ਜਿਹੜਾ ਕਿੱਸਾ ਕਾਵ ਦਾ ਸਾਰਾ ਪਲੇ ਸੀਗਾ, ਦੈਟ ਵਾਜ਼ ਵੈਰੀ ਸਿੰਕ੍ਰੈਟਿਕ ਇਨ ਇਟਸ ਅਪਰੋਚ। ਉਹ ਸਾਰੀਆਂ ਕਮਿਊਨਿਟੀਜ਼ ਨੂੰ ਓਨਾ ਹੀ ਅਪੀਲ ਕਰਦਾ ਸੀ, ਉਹ ਇੱਕ ਕਮਿਊਨਿਟੀ ਦਾ ਨਹੀਂ ਸੀਗਾ, ਉਹ ਇੱਕ ਸਾਂਝੇ ਪੰਜਾਬ ਦੀ ਗੱਲ ਸੀਗੀ। ਤੇ ਅਗਰ ਇੱਕ ਚੰਗੀ ਗੱਲ ਹੋਈ ਹੈ ਪੈਂਡੈਮਿਕ ਵਿੱਚ, ਇਹ ਹੋਈ ਹੈ ਬਈ ਅਸੀਂ ਇਹ ਵਾਲੀਆਂ ਵਾਲਸ ਜਿਹੜੀਆਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਕਿਤੇ ਨਾ ਕਿਤੇ ਅਸੀਂ ਤੋੜਨ ਵਿੱਚ ਕਿਤੇ ਨਾ ਕਿਤੇ ਸਫਲ ਹੋਏ ਹਾਂ। ਤੇ ਸਾਨੂੰ ਲੱਗਦਾ ਵੀ ਚਲੋ ਇਸ ਦੀਵਾਰ ਦੇ ਉੱਧਰ ਵੀ ਗੱਲ ਕੀਤੀ ਜਾ ਸਕਦੀ ਹੈ, ਕੋਈ ਵੱਡੀ ਗੱਲ ਨਹੀਂ।
ਤੇ at least people to people, scholar to scholar, researcher to researcher ਇੱਕ dialogue ਸਾਨੂੰ ਸੁਣਨ ਨੂੰ ਮਿਲਿਆ, ਜਿਹੜੀ ਇੱਕ ਚੰਗੀ ਗੱਲ ਹੈ ਪੈਂਡੈਮਿਕ ਦੀ। ਪਰ ਇੱਕ ਚੰਗਾ ਤਰੀਕਾ ਉਸ ਸਿੰਕ੍ਰੈਟਿਕ ਸਪਿਰਿਟ ਨੂੰ ਜਾਣਨ ਦਾ ਸਾਡੇ ਮਿਊਜ਼ਿਕ ਚੋਂ ਹੈ, ਸਾਡੇ ਕਿੱਸਾ ਕਾਵ ਚੋਂ ਹੈ, ਸਾਡੀਆਂ ਉਹ ਸਪੇਸਿਸ ਚੋਂ ਹੈ। ਤੇ ਅਗਰ ਅਸੀਂ ਦੇਖੀਏ ਤਾਂ ਤੇ ਅਗਰ ਅਸੀਂ ਸਮਝੀਏ ਤਾਂ ਫਿਰ ਯੂ ਅੰਡਰਸਟੈਂਡ ਬਈ ਕਿਸ ਤਰ੍ਹਾਂ ਨਾ ਸਿਰਫ ਕੋਲੋਨਾਈਜ਼ੇਸ਼ਨ ਦੇ ਆਉਣ ਤੇ ਕੋਲੋਨਾਈਜ਼ੇਸ਼ਨ ਦਾ ਇਹ ਪ੍ਰੋਬਲਮ ਸੀਗੀ ਬਈ ਜਿਹੜੇ ਬ੍ਰਿਟਿਸ਼ ਸੀ ਉਹਨਾਂ ਦੀਆਂ ਆਪਣੀਆਂ ਕੈਟੇਗਰੀਜ਼ ਬਣੀਆਂ ਹੋਈਆਂ ਸੀ। ਰਿਲੀਜਨ ਦੇ ਥਰੂ ਇੱਕ ਸੁਸਾਇਟੀ ਨੂੰ ਅੰਡਰਸਟੈਂਡ ਕਰਨਾ ਇੱਕ ਕਨਵੀਨੀਅੰਸ ਹੈ ਬਈ ਚਲੋ ਤੁਸੀਂ ਆਪਣਾ ਸੈਂਸਸ ਕਰਨਾ, ਤੁਸੀਂ ਕਹਿ ਦਿਓ ਵੀ ਇੰਨੇ ਪਰਸੈਂਟ ਮੁਸਲਿਮਸ ਹੈ, ਇੰਨੇ ਪਰਸੈਂਟ ਸਿੱਖ ਹੈ, ਇੰਨੇ ਪਰਸੈਂਟ ਹਿੰਦੂ ਹੈ, ਕੰਮ ਸੌਖਾ ਹੋ ਜਾਂਦਾ ਹੈ, ਸਪੈਸ਼ਲੀ ਕਿਸੇ ਏਲੀਅਨ ਸੁਸਾਇਟੀ ਨੂੰ ਅੰਡਰਸਟੈਂਡ ਕਰਨਾ। ਪਰ ਉਹਨਾਂ ਦੀ ਸਿੰਕ੍ਰੈਟਿਕ ਸਪੇਸਿਸ ਨੂੰ ਅੰਡਰਸਟੈਂਡ ਕਰਨ ਲਈ ਇੱਕ ਥੋੜਾ ਨਿਊਆਂਸ ਦੀ ਲੋੜ ਹੈ ਤੇ ਸ਼ਾਇਦ ਉਹਨਾਂ ਨੂੰ ਸੂਟ ਵੀ ਕਰਦਾ ਸੀ ਸੁਸਾਇਟੀ ਨੂੰ ਸੈਕਟੇਰੀਅਨ ਲਾਈਨਸ ਤੇ ਡਿਵਾਈਡ ਕਰਕੇ, ਕਿਉਂਕਿ ਡਿਵਾਈਡ ਐਂਡ ਰੂਲ ਤਾਂ ਬ੍ਰਿਟਿਸ਼ ਪਾਲਿਸੀ ਰਹੀ ਹੈ। ਤਾਂ ਇਹ ਕੁਝ ਕਾਰਨ ਹੋਏ ਬਈ ਜਿਹੜਾ ਪੰਜਾਬ ਦਾ ਸਿੰਕ੍ਰੈਟਿਕ ਸਪਿਰਿਟ ਸਾਨੂੰ ਜੁਗਨੀ 'ਚ ਨਜ਼ਰ ਆਉਂਦਾ ਹੈ, ਸਾਨੂੰ ਕਿੱਸਾ ਕਾਵ ਵਿੱਚ ਨਜ਼ਰ ਆਉਂਦਾ ਹੈ, ਉਹ ਸਿੰਕ੍ਰੈਟਿਕ ਸਪਿਰਿਟ ਕਲੋਨੀਅਲਿਜ਼ਮ ਦੇ ਆਉਣ ਨਾਲ ਤੇ ਉਸ ਤੋਂ ਬਾਅਦ ਉੱਥੇ ਗੱਲ ਖਤਮ ਨਹੀਂ ਹੋਈ। ਜਿਹੜੀਆਂ ਸਾਡੀਆਂ ਆਪਣੀਆਂ ਰਿਫੋਰਮ ਮੂਵਮੈਂਟ ਸੀਗੀਆਂ, ਸਿੱਖ ਸਭਾ ਮੂਵਮੈਂਟ ਸੀ, ਸਿੰਘ ਸਭਾ ਮੂਵਮੈਂਟ ਸੀ, ਆਰੀਆ ਸਮਾਜ ਦੀ ਆਪਣੀ ਮੂਵਮੈਂਟ ਸੀ, ਉਹਨਾਂ ਮੂਵਮੈਂਟਸ ਦੇ ਕਰਕੇ 19th ਸੈਂਚੁਰੀ ਵਿੱਚ ਬਹੁਤ ਇੱਕ ਫਿਰਕੂ ਪ੍ਰਸਤੀ, ਇੱਕ ਰਿਲੀਜਨ ਦੇ ਨਾਂ ਤੇ ਜਿਹੜੀਆਂ ਬਾਉਂਡਰੀਜ਼ ਬਣੀਆਂ, ਉਹ ਉਹ ਕੁਝ ਕੰਟਰੀ ਸੀਗਾ ਪੰਜਾਬ ਦੇ ਸਿੰਕ੍ਰੈਟਿਕ ਸਪਿਰਿਟ ਦੇ। I mean, not for nothing ਅਸੀਂ ਇੰਨਾ ਸੁਫਿਆਨਾ ਕਾਵ ਇੱਥੇ ਹੋਇਆ, not for nothing ਇੱਥੇ ਗੁਰਬਾਣੀ ਹੋਈ ਹੈ। ਕਿਤੇ ਨਾ ਕਿਤੇ ਇਸ ਜ਼ਮੀਨ ਵਿੱਚ ਉਹ ਸਿੰਕ੍ਰੈਟਿਕ ਸਪਿਰਿਟ ਮੌਜੂਦ ਸੀ, ਜਿਹੜਾ ਕਲੋਨੀਅਲਿਜ਼ਮ ਦੇ ਆਉਣ ਨਾਲ, ਜਿਹੜਾ ਰਿਫੋਰਮ ਮੂਵਮੈਂਟਸ ਦੇ ਆਉਣ ਨਾਲ ਕਿਤੇ ਨਾ ਕਿਤੇ ਉਹ ਸਪੇਸ ਡਿਸਟਰਬ ਹੋਈ। ਬਟ ਜੁਗਨੀ 'ਚ ਬੜੇ ਸੋਹਣੇ ਢੰਗ ਨਾਲ ਸਾਨੂੰ ਨਜ਼ਰ ਆਉਂਦਾ ਹੈ ਤੇ ਬੜੇ ਸਪੌਂਟੇਨੀਅਸ ਤਰੀਕੇ ਨਾਲ ਨਜ਼ਰ ਆਉਂਦਾ ਹੈ। ਅਸੀਂ ਦੇਖਦੇ ਹਾਂ ਵੀ ਕਿਵੇਂ ਉਹਦੀਆਂ ਕੋਟਰੇਨਸ ਜਿੱਥੇ ਐਂਡ ਹੁੰਦੀਆਂ, ਅੱਲਾ, ਸਾਈਂ, ਪੀਰ, ਗੁਰੂ, ਹਰੀ, ਇਹ ਸਾਰੀਆਂ ਐਪਲੇਸ਼ਨਸ ਇੰਟਰਚੇਂਜੇਬਲੀ ਹੁੰਦੀਆਂ ਤੇ ਡਿਪੈਂਡਿੰਗ ਔਨ ਹੂ ਇਜ਼ ਸਿੰਗਿੰਗ, ਹੂ ਇਜ਼ ਐਡਰੈਸਿੰਗ, ਉਹ ਉਹਦੇ ਵਿੱਚ ਇੱਕ ਐਵੇਂ ਦੀ ਫਲੈਕਸੀਬਿਲਿਟੀ ਹੈ ਬਈ ਉਹ ਸਾਰਿਆਂ ਨੂੰ ਐਡਰੈਸ ਕਰ ਰਹੀ ਹੈ, ਕੋਈ ਇੱਕ ਦੀ ਨਹੀਂ ਹੈ। ਤੇ ਅਗਰ ਅਸੀਂ ਓਰੀਜਿਨਸ ਦੀ ਗੱਲ ਕਰੀਏ, that brings me to the historical aspect। ਇਹ ਤਾਂ ਅਸੀਂ ਇੱਕ ਜਿਹੜਾ ਜੁਗਨੀ ਦਾ ਇੱਕ ਸਰੂਪ ਹੈ ਜਾਂ ਜੁਗਨੀ ਦਾ ਇੱਕ ਆਈਡੀਆ ਹੈ, ਉਹਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਅਸੀਂ ਓਰੀਜਿਨਸ ਤੇ ਆਈਏ ਬਈ ਕਿੱਥੋਂ ਸਟਾਰਟ ਹੁੰਦੀ ਜੁਗਨੀ। ਹੁਣ ਇਹਦੀਆਂ 2-3 ਕੰਪੀਟਿੰਗ ਥਿਊਰੀਜ਼ ਹੈ। 19th ਸੈਂਚੁਰੀ ਦੇ ਸੂਫੀ ਸੇਂਟ ਹੋਏ ਹੈ ਫਕੀਰ ਰੋਡੇ ਸ਼ਾਹ ਜਲਾਲੀ, ਤੇ ਇੱਕ ਥਿਊਰੀ ਤਾਂ ਇਹ ਹੈ ਬਈ ਫਕੀਰ ਰੋਡੇ ਸ਼ਾਹ ਜਲਾਲੀ ਦੇ ਕਲਮੋਂ ਜੁਗਨੀ ਪਹਿਲੀ ਵਾਰੀ ਲਿਖੀ ਗਈ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿਸੇ ਵੀ ਫੋਕ ਨੈਰੇਟਿਵ ਦਾ ਇੱਕ ਅਸੀਂ ਇੱਕ ਪਿੰਨ ਡਾਊਨ ਨਹੀਂ ਕਰ ਸਕਦੇ ਤੇ ਆਥਰਸ਼ਿਪ ਦਾ ਜਿਹੜਾ ਮਾਮਲਾ ਹੈ ਉਹ ਸਾਡੇ ਕਲਚਰਸ ਵਿੱਚ ਥੋੜਾ ਜਿਹਾ ਪੇਚੀਦਾ ਹੋ ਜਾਂਦਾ ਹੈ। ਉਹ ਇਸ ਕਰਕੇ ਕਿਉਂਕਿ we have not owned up our folk narratives and pinned them down to individual authorship. That's true of most of our folk narratives. ਤੇ ਉਹਦਾ ਇਹ ਰੀਜ਼ਨ ਹੈ ਬਈ ਉਹ ਸੀਨਾ ਬਸੀਨਾ ਚੱਲਦੇ ਰਹੇ, ਉਹ ਬਾਏ ਵਰਡ ਆਫ ਮਾਊਥ ਚੱਲਦੇ ਰਹੇ ਤੇ ਸਪੈਸ਼ਲੀ ਜੁਗਨੀ ਵਰਗਾ ਜਿਹੜਾ ਨੈਰੇਟਿਵ ਹੈ ਜੋ ਹਰ ਯੁੱਗ ਵਿੱਚ ਜੁਗਨੀ ਬਦਲ ਜਾਂਦੀ ਹੈ। ਹਰ ਇੱਕ ਸਿਚੁਏਸ਼ਨ ਦੀ ਜੁਗਨੀ ਹੈ,
ਹਰ ਇੱਕ ਟਾਈਮ ਫਰੇਮ ਦੀ ਜੁਗਨੀ ਹੈ ਤਾਂ ਓਬਵੀਅਸਲੀ ਜਿਹੜੀ ਆਥਰਸ਼ਿਪ ਹੈ ਉਹ ਵੀ ਉਸੇ ਤਰ੍ਹਾਂ ਮਲਟੀਫੇਰੀਅਸ ਹੈ ਤੇ there is something structural about it ਉਹਦਾ ਸਟਰਕਚਰ ਇਸ ਤਰ੍ਹਾਂ ਦਾ ਹੈ ਬਣਿਆ ਹੋਇਆ ਬਈ it lends itself to all these improvisations ਤਾਂ improvisations ਜੁਗਨੀ ਸਾਨੂੰ ਦੇਖਣ ਨੂੰ ਮਿਲਦੀਆਂ ਜਿਸ ਕਰਕੇ ਉਹਦਾ ਜਿਹੜਾ ਹੈ ਆਥਰਸ਼ਿਪ ਦਾ ਮਸਲਾ ਜਿਹੜਾ ਥੋੜਾ ਜਿਹਾ ਪੇਚੀਦਾ ਹੋ ਜਾਂਦਾ ਹੈ ਦੂਸਰਾ ਜਿਹੜਾ ਥਿਊਰੀ ਬੜੀ ਇੰਟਰਸਟਿੰਗ ਥਿਊਰੀ ਕਲੋਨੀਅਲ ਟਾਈਮਸ ਦੇ ਨਾਲ ਕਨੈਕਟਡ ਹੈ ਹੁਣ ਇੱਕ ਮੈਂ ਥੋੜੀ ਜਿਹੀ ਵਾਰਨਿੰਗ ਦੇ ਦਾਂ ਬਈ ਇਹ ਜਿਹੜੀ ਥਿਊਰੀ ਹੈ ਇਹਦਾ ਇੰਨਾ ਸਾਨੂੰ ਜ਼ਿਆਦਾ ਹਿਸਟੋਰੀਕਲ ਐਵੀਡੈਂਸ ਨਹੀਂ ਮਿਲਦਾ ਜਾਂ ਫਿਰ ਇਹਦੇ ਉੱਤੇ ਹਾਲੇ ਕੰਮ ਕਰਨ ਦਾ ਬਹੁਤ ਜ਼ਿਆਦਾ ਸਕੋਪ ਹੈ ਐਂਡ the young researchers who are listening to me I would really urge you to take it on ਸਾਨੂੰ ਇਹਨਾਂ ਇਹ ਸਾਡੇ ਵਿਸ਼ੇ ਹੋਣੇ ਹੈ ਪੰਜਾਬ ਵਿੱਚ ਅਗਰ ਇੱਕ ਵੈਕਿਊਮ ਰਹਿ ਗਿਆ ਤੇ ਸਾਡਾ ਰਿਸਰਚ ਦੇ ਲੈਵਲ ਤੇ ਰਹਿ ਗਿਆ ਹੁਣ ਤੁਸੀਂ ਦੇਖੋ ਅਸੀਂ अपने बारे भी जानता सी 19th सेंचुरी ਦੇ अगर टेक्स्ट देखना चाहिए तो we have to take recourse to British historians ਸਾਡੇ ਆਪਣੇ ਇੰਡੀਜਨਸ ਟੈਕਸਟ ਘੱਟ ਹੈ ਜਾਂ ਉਹ ਪਰਸ਼ੀਅਨ ਵਿੱਚ ਹੋਣਗੇ ਜਾਂ ਉਹ ਉਹਨਾਂ ਲੈਂਗੁਏਜਸ ਵਿੱਚ ਹੋਣਗੇ ਜਿਹੜੇ ਅਸੀਂ ਇਸ ਟਾਈਮ ਤੇ ਉਹਨਾਂ ਨੂੰ ਕਨਵੀਨੀਐਂਟਲੀ ਅਪਰੋਚ ਨਹੀਂ ਕਰ ਸਕਦੇ ਜਾਂ ਉਹ ਇੰਨੇ ਅੱਛੀ ਤਰ੍ਹਾਂ ਫਾਰਮੂਲੇਟਡ ਤੇ ਫਾਰਮਲਾਈਜ਼ਡ ਨਹੀਂ ਹੈਗੇ ਪਰ ਜਿਵੇਂ ਗੌਡ ਸਾਹਿਬ ਦਾ ਵੀ ਕੰਮ ਹੈ ਬਈ ਫੋਕ ਨੂੰ ਹੀ ਅਸੀਂ ਇੱਕ ਸੋਰਸ ਬਣਾ ਸਕਦੇ ਹਾਂ ਇਹ ਇੱਕ ਬਹੁਤ ਵੱਡਾ ਸਾਡੇ ਕੋਲ ਖਜ਼ਾਨਾ ਹੈ ਇਟਸ ਅ ਟ੍ਰੈਜਰ ਇਟਸ ਅ ਲਿਵਿੰਗ ਟ੍ਰੈਜਰ and it is something that we can base a lot of new research on ਤੇ ਜੁਗਨੀ ਇੱਕ ਐਸਾ ਵਿਸ਼ਾ ਹੈ ਜਿਹੜਾ ਹਾਲੇ ਵੀ ਚਾਹੁੰਦਾ ਹੈ ਉਹਦੇ ਉੱਤੇ ਕੰਮ ਕੀਤਾ ਜਾਏ ਤੇ ਜਿਹੜੀ ਮੈਂ ਤੁਹਾਨੂੰ ਹਿਸਟੋਰੀਕਲ ਨੈਰੇਟਿਵ ਦੀ ਗੱਲ ਦੱਸ ਰਹੀ ਹਾਂ ਉਹ ਇਹ ਹੈ ਬਈ 1887 ਵਿੱਚ ਕੁਈਨ ਵਿਕਟੋਰੀਆ ਦੀ ਗੋਲਡਨ ਜੁਬਲੀ ਮਨਾਈ ਗਈ ਸੀ ਤੇ 19th ਸੈਂਚੁਰੀ ਜਿਹੜਾ ਟਾਈਮ ਸੀ ਤੇ ਕੁਈਨ ਵਿਕਟੋਰੀਆ ਦਾ ਟਾਈਮ ਸੀ ਜਿਵੇਂ ਅੰਗਰੇਜ਼ੀ ਦੇ ਕਵੀ ਟੈਨਿਸਨ ਹੈ ਉਹਨਾਂ ਦੀ ਪੋਇਮ ਹੈ ਯੂਲਿਸੀਜ਼ ਉਹਦੇ ਵਿੱਚ ਸਾਨੂੰ ਜਿਹੜਾ ਇੱਕ ਪ੍ਰੋਗਰੈਸ ਦੇ ਬਾਰੇ ਆਪਟਿਮਿਜ਼ਮ ਦਿਖਦਾ ਹੈ ਵਿਕਟੋਰੀਅਨ ਏਜ ਸਟੂਡ ਫॉर दैट ਆਪਟਿਮਿਜ਼ਮ ਉਹਨਾਂ ਨੂੰ ਇਹ ਲੱਗਦਾ ਸੀ ਬਈ ਜਿਹੜਾ ਬ੍ਰਿਟਿਸ਼ ਅੰਪਾਇਰ ਹੈ ਉਹ ਅਨਸਟਾਪੇਬਲ ਹੈ this was the high point we're talking of late 19th century this was the high point of that confidence ਜਿਹੜਾ ਕੌਨਫੀਡੈਂਸ ਸਾਨੂੰ ਟੈਨਿਸਨ ਦੀ ਪੋਇਟਰੀ ਵਿੱਚ ਨਜ਼ਰ ਆਉਂਦਾ ਹੈ ਜਾਂ ਵਿਕਟੋਰੀਅਨ ਪੋਇਟਸ ਵਿੱਚ ਨਜ਼ਰ ਆਉਂਦਾ ਹੈ ਵਿਕਟੋਰੀਅਨ ਰਾਈਟਿੰਗ ਵਿਕਟੋਰੀਅਨ ਜਿਹੜਾ ਟਾਈਮ ਬੜਾ ਕੌਨਫਲਿਕਟ ਦਾ ਟਾਈਮ ਸੀ ਬਟ ਇੱਕ ਜਿਹੜੀ ਚੀਜ਼ ਉਸ ਟਾਈਮ ਵਿੱਚ ਇੱਕ ਸੈਂਟੀਮੈਂਟ ਜਿਹੜਾ ਸੀ ਉਹ ਪ੍ਰੋਗਰੈਸ ਦੇ ਬਾਰੇ ਆਪਟਿਮਿਜ਼ਮ ਦਾ ਸੀਗਾ ਜਿਹੜਾ ਆਫਕੋਰਸ ਜਾ ਕੇ ਬਾਅਦ 'ਚ ਟੁੱਟਿਆ ਜਦੋਂ ਵਰਲਡ ਵਾਰ 2 ਹੋਈ ਹੈ ਤਾਂ ਵੈਸਟ ਵਿੱਚ ਜਿਹੜੀ ਇੱਕ ਡਿਸਇਲੂਜ਼ਨਮੈਂਟ ਆਉਂਦੀ ਹੈ that was a latest story but ਇੱਥੋਂ ਤੱਕ ਜਿਹੜਾ ਇੱਕ ਬ੍ਰਿਟਨ ਨੂੰ ਲੈ ਕੇ ਆਪਟਿਮਿਜ਼ਮ ਸੀਗਾ ਤੇ ਜਿਵੇਂ ਉਹ ਬੜਾ ਫੇਮਸ ਇਡੀਅਮ ਵੀ ਸੀਗਾ that the sun never sets on the British Empire ਸੋ ਇਹਦੇ ਨਾਲ ਨਾਲ ਇਸ ਟਾਈਮ ਤੇ ਇੱਕ ਪੈਜੈਂਟਰੀ ਪੈਜੈਂਟਰੀ ਦਾ ਮਤਲਬ ਹੈ ਇੱਕ ਗ੍ਰੈਂਡ ਵਿਜ਼ੂਅਲ ਆਫ ਪ੍ਰੋਗਰੈਸ ਨਾ ਸਿਰਫ ਪ੍ਰੋਗਰੈਸ ਕੀਤੀ ਜਾਏ ਕਾਲੋਨੀਜ਼ ਨੂੰ ਕੌਂਕਰ ਕਰਕੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਰ ਉਹਨੂੰ ਕਿਸ ਤਰ੍ਹਾਂ ਦਿਖਾਇਆ ਜਾਏ you must read about the great exhibition at the Crystal Palace in London ਉਹ ਇੱਕ ਬਹੁਤ ਵੱਡੇ ਪੈਮਾਨੇ ਤੇ ਐਗਜ਼ੀਬਿਸ਼ਨ ਲਗਾਈ ਗਈ ਸੀ ਜਿਹਦੇ ਵਾਸਤੇ ਜੋਜ਼ਫ ਪੈਕਸਟਨ ਸੀਗੇ ਉਹਦੇ ਆਰਕੀਟੈਕਟ ਤੇ ਇੰਜੀਨੀਅਰ ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਗਲਾਸ ਹਾਊਸ ਬਣਾਇਆ ਸੀਗਾ ਸ਼ੀਸ਼ੇ ਦਾ ਬਹੁਤ ਵੱਡਾ ਇੱਕ ਸਟਰਕਚਰ ਤੇ ਜਿਹਦੇ ਹੇਠ ਐਵੇਂ ਦੇ ਆਬਜੈਕਟਸ ਨੂੰ ਐਗਜ਼ਿਬਿਟ ਕੀਤਾ ਗਿਆ ਸੀ ਜਿਸ ਤੋਂ ਪਤਾ ਚੱਲਦਾ ਸੀ ਬਈ ਬ੍ਰਿਟਿਸ਼ ਅੰਪਾਇਰ
the key range hai. You know, so it had elephants from India, and it had teak from Burma, and it had, you know, tusks from Africa. ਮਤਲਬ ਉਹਨਾਂ ਦੇ empire ਦੀਆਂ ਜੋ ਲਿਮਿਟਸ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਲੰਡਨ ਦੀ ਪਬਲਿਕ ਨੂੰ ਡਿਸਪਲੇ ਤੇ ਰੱਖਤੀਆਂ ਇਹ ਦਿਖਾਉਣ ਵਾਸਤੇ ਬਈ ਸਾਡਾ ਜਿਹੜਾ empire ਹੈ ਉਹਦੀ ਕੀ ਹੋਂਦ ਹੈ ਉਹਦੀਆਂ ਕੀ ਹੱਦ ਹੈ ਤੇ ਇਹ ਇੱਕ ਤਰੀਕਾ ਹੈ ਇਸ ਪੈਜੈਂਟਰੀ ਨੂੰ ਅੰਡਰਸਟੈਂਡ ਕਰਨ ਦਾ ਮੈਂ ਵਰਡ ਯੂਜ਼ ਕਰ ਰਹੀ ਹਾਂ ਪੈਜੈਂਟਰੀ ਮਤਲਬ ਇੱਕ ਵਿਜ਼ੂਅਲ ਫੀਸਟ you know equating the grandness the grandeur of the British Empire the Crystal Palace exhibition ਤਾਂ ਇੱਕ ਸੀਗੀ ਦੂਸਰੀ ਇੰਪੋਰਟੈਂਟ ਚੀਜ਼ ਜਿਹਦੀ ਮੈਂ ਗੱਲ ਕਰ ਰਹੀ ਹਾਂ ਉਹ ਜਦੋਂ ਕੁਈਨ ਵਿਕਟੋਰੀਆ ਦੀ ਜੁਬਲੀ ਸੈਲੀਬ੍ਰੇਸ਼ਨਸ ਹੋਈਆਂ ਤਾਂ ਜਿਸ ਤਰ੍ਹਾਂ ਦੀ ਪੈਜੈਂਟਰੀ ਬ੍ਰਿਟਿਸ਼ ਨੇ ਕੀਤੀ ਨਾ ਸਿਰਫ ਲੰਡਨ ਵਿੱਚ ਬਟ ਕਾਲੋਨੀਜ਼ ਵਿੱਚ ਤੇ ਇਹ ਮਤਲਬ ਅਗਰ ਤੁਸੀਂ ਸਮਥਿੰਗ ਐਜ਼ ਬੇਸਿਕ ਐਜ਼ ਕੁਈਨ ਵਿਕਟੋਰੀਆ ਦੀ ਵਿਕੀਪੀਡੀਆ ਐਂਟਰੀ ਖੋਲ ਕੇ ਦੇਖੋ ਤੇ ਉਹਦੇ ਵਿੱਚ ਜੁਬਲੀ ਸੈਲੀਬ੍ਰੇਸ਼ਨਸ ਦਾ ਇੱਕ ਅਲੱਗ ਟੌਪਿਕ ਹੈ ਤਾਂ ਤੁਸੀਂ ਉਹਨੂੰ ਪੜ੍ਹੋ ਬਈ ਕਿਸ ਤਰ੍ਹਾਂ ਦੀ ਸੈਲੀਬ੍ਰੇਸ਼ਨਸ ਯੂ ਨੋ ਹੋਈਆਂ ਕਿੰਨੇ ਰਾਇਲ ਫੈਮਿਲੀਜ਼ ਦੇ ਜਿਹੜੇ ਯੂ ਨੋ ਕੋਲੋਨਾਈਜ਼ ਕੰਟਰੀਜ਼ ਦੇ ਰਾਇਲ ਫੈਮਿਲੀਜ਼ ਦੇ ਮੋਨਾਰਕਸ ਲੰਡਨ ਫਿਜ਼ੀਕਲੀ ਪਹੁੰਚੇ ਕਿੰਨੇ ਕੰਟਰੀਜ਼ ਦੀਆਂ ਆਰਮੀ ਦੀਆਂ ਰਿਪਰੈਜ਼ੈਂਟੇਸ਼ਨਸ ਉੱਥੇ ਪਹੁੰਚੀਆਂ ਕੀ ਉੱਥੇ ਬੈਂਕੁਏਟਸ ਹੋਈਆਂ ਕੀ ਉੱਥੇ ਰਿਸੈਪਸ਼ਨਸ ਹੋਈਆਂ ਮਤਲਬ ਪੂਰਾ ਲੰਡਨ ਤਬਦੀਲ ਹੋ ਗਿਆ ਯੂ ਨੋ ਇਸ ਸੈਲੀਬ੍ਰੇਸ਼ਨ ਵਿੱਚ ਇਨਵੋਲਵ ਹੋ ਗਿਆ ਇਸੇ ਤਰ੍ਹਾਂ ਇਹ ਸੈਲੀਬ੍ਰੇਸ਼ਨ ਕਾਲੋਨੀਜ਼ ਵਿੱਚ ਵੀ ਹੋਈਆਂ ਇੰਡੀਆ ਵਿੱਚ ਵੀ ਕੀਤੀਆਂ ਗਈਆਂ ਤੇ ਇਨਫੈਕਟ ਇੱਕ ਆਥਰ ਹੈਗੇ ਡੈਨੀਅਲ ਪਟੇਲ ਉਹਨਾਂ ਦੀ ਪੂਰੀ ਕਿਤਾਬ ਹੀ ਇਸ ਬਾਰੇ ਹੈ ਯੂ ਨੋ ਇਟਸ ਅਬਾਊਟ ਯੂ ਨੋ ਇੰਡੀਆ ਐਂਡ ਦ ਜੁਬਲੀ ਕੁਈਨ ਤੇ ਉਹ ਇਸੇ ਚੀਜ਼ ਨੂੰ ਲੈ ਕੇ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਇਹ ਜੁਬਲੀ ਸੈਲੀਬ੍ਰੇਸ਼ਨਸ ਇੱਕ ਤਰ੍ਹਾਂ ਤਾਂ ਇੰਡੀਆ ਤੇ ਇੰਡੀਅਨਸ ਤੇ ਜਿਹੜੇ ਸਾਡੇ we were not citizens we were subjects we were made like a party to these celebrations we were a party to these celebrations ਇੱਕ ਤਰਫ ਤਾਂ ਇਹ ਸੈਲੀਬ੍ਰੇਟਰੀ ਮਾਹੌਲ ਸੀਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੱਕ ਇਨਵੋਲਵ ਹੋਈ ਹਰ ਡਿਸਟ੍ਰਿਕਟ ਇਸ ਚੀਜ਼ 'ਚ ਇਨਵੋਲਵ ਹੋਇਆ ਯੂ ਨੋ ਤਾਮ ਜਾਮ ਤੇ ਯੂ ਨੋ ਹਰ ਡਿਸਟ੍ਰਿਕਟ ਦਾ ਛੋਟਾ ਤੋਂ ਛੋਟਾ ਵੱਡਾ ਤੋਂ ਵੱਡਾ ਮੁਲਾਜ਼ਮ ਜਿਹੜਾ ਸੀ ਇਹਦੇ ਵਿੱਚ ਇਨਵੋਲਵ ਹੋਇਆ ਤੇ ਰੋਡ ਸ਼ੋਜ਼ ਕੀਤੇ ਗਏ ਤੇ ਇਸ ਦੌਰਾਨ ਜਿਹੜੀ ਜੁਬਲੀ ਫਲੇਮ ਸੀਗੀ ਉਹ ਲੈ ਕੇ ਉਹਨੂੰ ਇੱਕ ਯੂ ਨੋ ਗੋਲਡਨ ਯੂਟੈਂਸਲ ਦੇ ਵਿੱਚ ਰੱਖਿਆ ਗਿਆ ਸੀ ਤੇ ਉਹ ਇੱਕ ਥਾਂ ਤੋਂ ਦੂਜੀ ਥਾਂ ਜਿਹੜੀ ਜੁਬਲੀ ਫਲੇਮ ਸੀਗੀ ਟਾਰਚ ਸੀਗੀ ਬਰਨਿੰਗ ਟਾਰਚ ਸੀਗੀ ਜਿਹੜੀ ਸਿੰਬਲ ਸੀਗੀ ਬ੍ਰਿਟਿਸ਼ ਅੰਪਾਇਰ ਦਾ ਉਹ ਲੈ ਕੇ ਉਹਨੂੰ ਲੈ ਕੇ ਜਾਇਆ ਗਿਆ ਫਰੋਮ ਡਿਸਟ੍ਰਿਕਟ ਟੂ ਡਿਸਟ੍ਰਿਕਟ ਫਰੋਮ ਵਿਲੇਜ ਟੂ ਵਿਲੇਜ ਡੈਨੀਅਲ ਪਟੇਲ ਕਹਿੰਦੇ ਹੈ ਵੀ ਇਹ ਜਿਹੜਾ ਇੱਕ ਇਵੈਂਟ ਸੀਗਾ ਇਹ ਵਾਹਵਾਹੀ ਤਾਂ ਹੋਈ ਬ੍ਰਿਟਿਸ਼ ਅੰਪਾਇਰ ਦੀ ਬਟ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੀ ਪੇਸ਼ੈਂਸ ਸੀਗੀ ਉਹ ਵੀ ਇਹਨੇ ਬਹੁਤ ਟੈਸਟ ਕੀਤੀ in the sense बहुत लोग outwardly impatient हो गए British rule नाल क्योंकि so एक तरह दा nationalist sentiment ਨੂੰ whip up ਕੀਤਾ because you know this display according to ordinary people according to many people was very vulgar ਇਹ ਬੜਾ vulgar display ਸੀਗਾ power ਦਾ ਤੇ ਬਹੁਤ ਇੰਟਰਸਟਿੰਗਲੀ ਇਹ ਜਿਹੜੀਆਂ ਸਾਰੀਆਂ ਐਕੋਜ਼ ਹੈ ਅਗੇਂਸਟ ਵਾਟ ਵਾਸ ਗੋਇੰਗ ਔਨ ਇਹ ਸਾਨੂੰ ਸਾਰੀ ਦੁਨੀਆ ਚੋਂ ਮਿਲਦੀਆਂ ਯੂ ਨੋ ਇੱਕ ਆਇਰਿਸ਼ ਨੈਸ਼ਨਲਿਸਟ ਨੇ ਕਿਹਾ ਬਈ you know we have nothing to being a feast of flunkism or we have nothing to say you know to the plundering institutions of British Empire
These are statements attributed to some of the socialist leaders of Ireland. Obviously, we can understand, their point of view towards Jubilee celebrations. ਉਸੇ ਤਰ੍ਹਾਂ ਇੰਡੀਆ ਵਿੱਚ ਅਗਰ ਅਸੀਂ ਦੇਖੀਏ ਤਾਂ ਕਾਂਗਰਸ ਪਾਰਟੀ ਵਿੱਚ ਵੀ ਇਹ ਇੱਕ ਤਰ੍ਹਾਂ ਦੀ ਡੂਅਲਟੀ, ਇੱਕ ਤਰ੍ਹਾਂ ਦਾ ਡਾਇਲੇਮਾ ਜਿਹੜਾ ਜੁਬਲੀ ਸੈਲੀਬ੍ਰੇਸ਼ਨਸ ਨੇ ਇੰਜੈਂਡਰ ਕੀਤਾ। ਇੱਕ ਸੈਕਸ਼ਨ ਐਸਾ ਸੀ ਜੋ ਕਨੈਕਟ ਕਰ ਰਿਹਾ ਸੀ ਜੁਬਲੀ ਸੈਲੀਬ੍ਰੇਸ਼ਨਸ ਨਾਲ, ਬਟ ਵੈਰੀ ਸਟਰੋਂਗਲੀ ਦੂਸਰੀ ਤਰਫ ਇੱਕ ਐਸਾ ਸੈਕਸ਼ਨ ਸੀਗਾ ਜਿਹੜਾ ਅਪੋਜ਼ਡ ਸੀ ਜੁਬਲੀ ਸੈਲੀਬ੍ਰੇਸ਼ਨਸ ਤੋਂ। ਤੇ ਇੱਕ ਤਰ੍ਹਾਂ ਦਾ this became like a spark of whipping up an anti-British and a more nationalist sentiment, an outwardly nationalist sentiment, ਜਿਹੜਾ ਹੁਣ ਤੱਕ ਬੜਾ ਇੱਕ ਜੈਂਟੀਲ ਜਿਹੇ ਤਰੀਕੇ ਨਾਲ ਵੈਸਟਰਨ ਐਜੂਕੇਟਡ ਕਾਂਗਰਸ ਲੀਡਰਸ ਇੱਕ ਡਾਇਲੋਗ ਕਰ ਰਹੇ ਸੀ ਬ੍ਰਿਟਿਸ਼ ਦੇ ਨਾਲ। ਤੇ ਕਾਂਗਰਸ ਵੀ ਕੀ ਸੀ, ਇਟ ਵਾਸ ਲਾਈਕ ਜਿਹੜੀ ਬੜੀ ਫੇਮਸ ਐਨਾਲੋਜੀ ਹੈ ਵੀ ਇੱਕ ਪ੍ਰੈਸ਼ਰ ਕੁੱਕਰ ਦੀ ਤਰ੍ਹਾਂ ਵੀ ਜਿਹਦੀ ਸਟੀਮ ਨਿਕਲਦੀ ਰਹੇ ਤਾਂ ਕਿ ਜਿਹੜਾ ਅਕਰੋਸ਼ ਹੈ ਉਹ ਕਿਸੇ ਹੱਦ ਤੱਕ ਹੀ ਰਹੇ। ਪਰ ਜਿਹੜੀ ਜੁਬਲੀ ਫਲੇਮ ਸੀ ਕਿਤੇ ਨਾ ਕਿਤੇ ਇਹ ਜਿਹੜੀ ਫੀਲਿੰਗ ਸੀ ਐਂਟੀ ਬ੍ਰਿਟਿਸ਼ ਉਹਨੂੰ ਭੜਕਾਇਆ। ਤੇ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ 1870s ਵਿੱਚ ਪੰਜਾਬ ਵਿੱਚ ਕਨਾਲ ਇਰੀਗੇਸ਼ਨ ਬ੍ਰਿਟਿਸ਼ ਨੇ ਇੰਟਰੋਡਿਊਸ ਕੀਤੀ। ਤੁਹਾਨੂੰ ਪਤਾ 1849 ਵਿੱਚ ਬ੍ਰਿਟਿਸ਼ ਅੰਪਾਇਰ ਨੇ ਇੱਥੇ ਆਪਣੇ ਪੈਰ ਜਮਾ ਲਏ। ਬਾਈ 18 ਹਾਲੇ ਉਹਨਾਂ ਦੇ ਮਾਈਂਡ ਵਿੱਚ ਜਿਹੜਾ ਇੱਕ ਆਮ ਪੰਜਾਬੀ ਸੀ, ਜਿਵੇਂ ਜਿਵੇਂ ਦੀ ਡਿਸਗ੍ਰੇਸ ਉਹਨਾਂ ਨੂੰ ਭੁਗਤਣੀ ਪਈ ਆਫਟਰ ਦ ਡਿਫੀਟ ਇਨ ਸੈਕੰਡ ਐਂਗਲੋ-ਸਿੱਖ ਵਾਰ, ਉਹ ਸਾਰਿਆਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਉਹਨਾਂ ਨੇ ਦਲੀਪ ਸਿੰਘ ਨਾਲ ਉਹਨਾਂ ਨੂੰ ਐਗਜ਼ਾਈਲ 'ਚ ਭੇਜਿਆ, ਮਹਾਰਾਣੀ ਜਿੰਦਾ ਕੌਰ ਦਾ ਜਿਹੜਾ ਮਿਸਟ੍ਰੀਟਮੈਂਟ ਸੀਗਾ, ਇਹ ਸਾਰੇ ਇਸ਼ੂਜ਼ ਨਾਲ ਚੱਲਦੇ ਜਾ ਰਹੇ ਸੀ। 1870s ਵਿੱਚ ਉਹਨਾਂ ਨੇ ਕਨਾਲ ਇਰੀਗੇਸ਼ਨ ਇੰਟਰੋਡਿਊਸ ਕੀਤੀ ਹੈ। ਖੁਸ਼ਵੰਤ ਸਿੰਘ ਆਪਣੀ ਬੁੱਕ ਵਿੱਚ ਕਹਿੰਦੇ ਆ ਇਹ ਕਨਾਲ ਇਰੀਗੇਸ਼ਨ ਇੰਟਰੋਡਿਊਸ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਜ਼ਮੀਨ ਦੀਆਂ ਕੀਮਤਾਂ ਸੀ ਉਹ ਬਹੁਤ ਵੱਧ ਗਈਆਂ ਤੇ ਬਹੁਤ ਸਾਰੇ ਕਿਸਾਨਾਂ ਨੇ ਇੱਕ ਲਾਲਚ ਵਿੱਚ ਆ ਕੇ ਆਪਣੀਆਂ ਜ਼ਮੀਨਾਂ ਵੇਚੀਆਂ ਤੇ ਕੁਝ ਸਾਲਾਂ ਵਿੱਚ ਹੀ ਜਿਹੜੀ ਲੈਂਡਲੈਸਨੈਸ ਹੈ ਉਹ ਕਾਫੀ ਵੱਧ ਗਈ। ਇਹ ਸਭ ਤਾਂ ਹੋਇਆ। ਫਿਰ 1869 ਉਸ ਤੋਂ ਪਹਿਲਾਂ ਫੈਮਿਨ ਹੋਇਆ ਤੇ ਇੱਕ peasant indebtedness, peasant restlessness was at a high point at this time. ਤੇ ਇਸ ਕੰਟੈਕਸਟ ਵਿੱਚ ਵੀ ਹੈਵ ਟੂ ਅੰਡਰਸਟੈਂਡ ਬਈ ਇਹ ਜਿਹੜੀ ਜੁਬਲੀ ਸੀ ਇਹ ਅਗਰ ਪੰਜਾਬ ਦੇ ਸ਼ਹਿਰਾਂ 'ਚ ਆਉਂਦੀ ਤਾਂ ਕਿਵੇਂ ਦਾ ਸੈਂਟੀਮੈਂਟ ਇਵੋਕ ਕਰਦੀ। Were those people who were reeling under debt and disease and famine expected to become party to these celebrations? ਤੇ ਜਿਹੜਾ ਇੱਕ ਵੱਡਾ ਲੋਕਮਤ ਕਹੋ ਜਾਂ ਲੋਕਾਂ ਦੀ ਜਿਹੜੀ ਫੀਲਿੰਗ ਸੀ ਉਹ that was very like solidly anti-British at this time. ਤੇ ਦੋ ਕੈਰੈਕਟਰਸ ਦਾ ਸਾਨੂੰ ਪਤਾ ਚੱਲਦਾ ਬਿਸ਼ਨਾ ਤੇ ਮਾਨ ਦਾ। ਜਿਹੜਾ ਮਾਨ ਦਾ ਸੀ ਉਹ ਮਿਰਾਸੀ ਸੀ, ਮੁਸਲਮਾਨ ਸੀ। ਜਿਹੜਾ ਮਾਨ ਦਾ ਸੀ ਉਹ ਜੱਟ ਸਿੱਖ ਸੀ, ਅੰਮ੍ਰਿਤਸਰ ਡਿਸਟ੍ਰਿਕਟ ਦੇ ਇਹ ਦੋਨੋਂ ਸੀਗੇ। ਤੇ ਇਹਨਾਂ ਨੇ ਕਹਿੰਦੇ ਹੈ this is one version ਬਈ ਜਿਹੜੀ ਜੁਬਲੀ ਹੈ ਉਹਦਾ ਹੀ ਵਿਗੜਿਆ ਹੋਇਆ ਜਿਹੜਾ ਰੂਪ ਹੈ ਉਹ ਜੁਗਨੀ ਹੈ। ਤੇ ਇੱਕ ਤਰਫ ਜੁਬਲੀ ਸੈਲੀਬ੍ਰੇਸ਼ਨਸ ਦੇ ਟੈਂਟਸ ਲੱਗੇ ਹੁੰਦੇ ਸੀ। ਦਿਸ ਇਜ਼ ਵਾਟ ਇੱਕ ਪੋਇਟ ਤੇ ਸਕਾਲਰ ਹੈਗੇ ਕਰਮਜੀਤ ਸਿੰਘ ਔਜਲਾ, ਉਹਨਾਂ ਦੀ ਵਰਜ਼ਨ ਹੈ ਇਹਨਾਂ ਨੇ ਟੈਂਟਸ ਜਿੱਥੇ ਪਿਚ ਹੁੰਦੇ ਸੀ ਐਡਮਿਨਿਸਟ੍ਰੇਸ਼ਨ ਦੇ ਉਹਦੇ ਨਾਲ ਪੈਰਲਲ ਖੜੇ ਹੋ ਕੇ ਜੁਗਨੀ ਗਾਣੀ ਸ਼ੁਰੂ ਕੀਤੀ। ਤੇ ਉਹ ਜਿਹੜੀ ਜੁਗਨੀ ਸੀ that was highly critical of the British policies. So whereas the Jubilee celebration was all about celebrating the grandeur of the British Empire, ਜਿਹੜੇ ਜੁਗਨੀ ਦੇ ਲਿਰਿਕਸ ਸੀਗੇ ਉਹ ਬ੍ਰਿਟਿਸ਼ ਅੰਪਾਇਰ ਨੂੰ ਲੰਬੈਸਟ ਕਰ ਰਹੇ ਸੀ। ਤੇ ਇੱਥੇ ਮੈਂ ਤੁਹਾਨੂੰ ਦੋ ਐਗਜ਼ਾਮਪਲਸ ਦੇਣਾ ਚਾਹੁੰਦੀ ਹਾਂ। Let me just share screen. I hope I'm audible to everybody.
ਹਾਂਜੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਹਾਂ। ਕਲੋਨੀਅਲ ਟਾਈਮ ਸੀ ਜਿਹੜੀ ਜੁਗਨੀ ਦੀ ਮੈਂ ਗੱਲ ਕੀਤੀ ਹੈ। ਸੋ ਇਹ ਲਿਰਿਕਸ ਹੈ ਵੈਰੀ ਇੰਟਰਸਟਿੰਗ। ਜੁਗਨੀ ਜਾ ਵੜੀ ਜਲੰਧਰ, ਟੱਪਣ ਗੋਰੇ ਵਾਂਗ ਕਲੰਦਰ। ਮੈਂ ਨੀਚੇ ਟਰਾਂਸਲੇਸ਼ਨ ਉਹਦੀ ਕੀਤੀ ਹੈ, ਰਫ ਟਰਾਂਸਲੇਸ਼ਨ, ਤੇ ਤੁਸੀਂ ਪੜ੍ਹ ਸਕਦੇ ਹੋ, ਬਟ ਇੱਥੇ ਸਭ ਪੰਜਾਬੀ ਸਮਝਦੇ ਆ। ਲੋਕੀ ਵੜ ਗਏ ਆਪਣੇ ਅੰਦਰ, ਪੀਰ ਮੇਰਿਆ ਵੀ ਜੁਗਨੀ ਕਹਿੰਦੀ ਹੈ, ਜਿਹੜਾ ਨਾਂ ਹਰੀ ਦਾ ਲੈਂਦੀ ਹੈ। ਤਾਂ ਜੋ ਇਮੇਜ ਮੈਨੂੰ ਇਵੋਕ ਹੁੰਦਾ ਹੈ ਪੜ੍ਹ ਕੇ, ਇੱਕ ਵਾਇਲੈਂਸ ਦਾ ਇਮੇਜ ਹੈ। ਜਿਹੜੇ ਗੋਰੇ ਹੈ ਉਹਨਾਂ ਨੇ ਕਿਸ ਤਰ੍ਹਾਂ ਜਲੰਧਰ ਨੂੰ ਕਬਜ਼ਾ ਕਹਿ ਲਓ, ਜਾਂ ਉਹ ਕਹਿੰਦਾ ਦੇ ਆਰ ਐਵਰੀਵੇਅਰ ਐਂਡ ਪੀਪਲ ਆਰ ਸਕ੍ਰੈਂਬਲਿੰਗ ਇਨਟੂ देयर ਹੋਮਸ। ਉਹਨਾਂ ਦੀ ਜਿਹੜੀ ਸਪੇਸ ਹੈ ਉਹ ਇਹ ਵਾਈਟ ਕॉलोनिस्ट ਨੇ ਲੈ ਲਈ। So this is a very, very powerful image, that you get of a particular place in Punjab in Jugni. ਤੇ ਇਹ ਬੜੀ ਇਹਦੀ ਇੰਟਰਸਟਿੰਗ ਗੱਲ ਹੈ, ਜਿਹੜੀਆਂ particularities ਹੈ, ਜਿਹੜੀਆਂ specificities ਹੈ। ਹੁਣ ਹਰ ਵਰਸ ਵਿੱਚ ਤੁਹਾਨੂੰ ਇੱਕ ਥਾਂ ਦਾ ਨਾਮ ਮਿਲਦਾ ਹੈ ਤੇ ਉਹ ਕਿਹਾ ਵੀ ਜਾਂਦਾ। ਚਲੋ ਉਸ ਗੱਲ ਤੇ ਮੈਂ ਬਾਅਦ ਚ ਆਨੀ ਹਾਂ। ਦੂਸਰੀ ਐਗਜ਼ਾਮਪਲ ਅਸੀਂ ਦੇਖੀਏ, ਜੁਗਨੀ ਜਾਵੜੀ ਮਜੀਠੇ, ਕੋਈ ਰੰਨ ਨਾ ਚੱਕੀ ਪੀਠੇ, ਪੁੱਤ ਗੱਭਰੂ ਮੁਲਕ ਵਿੱਚ ਮਾਰੇ, ਰੋਵਨ ਅੱਖੀਆਂ ਪਰ ਬੁਲਨੇ ਸੀਤੇ। ਪੀਰ ਮੇਰਿਆ ਵੇ ਜੁਗਨੀ ਕਹਿੰਦੀ ਹੈ, ਇਹਨਾਂ ਕਿਹੜੀ ਜੋਤ ਜਗਾਈ। ਪੀਰ ਮੇਰਿਆ ਵੇ ਜੁਗਨੀ ਆਈ ਆ, ਇਹਨਾਂ ਕਿਹੜੀ ਜੋਤ ਜਗਾਈ ਹੈ। ਅਸੀਂ ਕਿਹੜੀ ਜੋਤ ਜਗਾਈ ਹੈ। ਤੇ ਇਹ ਜਿਹੜਾ ਹੈ, I mean this is totally critical of the jubilee flame। ਤੇ ਇਹਦੇ ਵਿੱਚ ਤਾਂ ਸਾਨੂੰ ਹੋਰ ਵੀ ਜ਼ਿਆਦਾ ਜਿਹੜੀ ਕਲੋਨੀਅਲ ਟਾਈਮਸ ਦੀ ਵਾਇਲੈਂਸ ਦਾ ਇੱਕ ਅਹਿਸਾਸ ਹੈ। ਕੋਈ ਰੰਨ ਨਾ ਚੱਕੀ ਪੀਠੇ, ਮਤਲਬ ਫਸਲਾਂ ਦੀ ਵੀ ਕਮੀ ਹੋ ਗਈ, ਖਾਣੇ ਦੀ ਵੀ ਕਮੀ ਹੋ ਗਈ। ਪੁੱਤ ਗੱਭਰੂ ਮੁਲਕ ਵਿੱਚ ਮਾਰੇ, ਰੋਵਨ ਅੱਖੀਆਂ ਪਰ ਬੁਲਸੀ ਸੀਤੇ। ਪੀਰ ਮੇਰਿਆ ਵੇ ਜੁਗਨੀ ਆਈ ਆ, ਇਹਨਾਂ ਕਿਹੜੀ ਜੋਤ ਜਗਾਈ ਹੈ। ਸੋ what torches have they lit। ਤੇ of course ਇਹਦਾ ਜਿਹੜਾ ਰੈਫਰੈਂਸ ਹੈ ਉਹ ਜੁਬਲੀ ਫਲੇਮ ਦਾ ਹੈ। ਇਹ ਬੜਾ ਇੰਟਰਸਟਿੰਗ ਹੈ ਕਿਉਂਕਿ ਬਿਸ਼ਨਾ ਤੇ ਮਾਂਦਾ ਜਿਹੜੇ ਸੀ ਉਹ ਢਾਡੀ ਸਟਾਈਲ ਵਿੱਚ ਗਾਉਂਦੇ ਸੀ, ਤੇ ਢਾਡੀ ਸਟਾਈਲ ਜਿਹੜਾ ਹੈ ਉਹ ਬਹੁਤ ਫਾਇਰੀ ਹੈ। ਉਹਦੇ ਵਿੱਚ ਇੱਕ ਆਕਰੋਸ਼ ਵੀ ਹੈ ਤੇ ਲੋਕਾਂ ਦਾ ਇਮੋਸ਼ਨ ਜਿਹੜਾ ਉਹ ਬੜਾ ਵਿਪ ਅਪ ਕਰਦਾ। ਤੇ ਹੌਲੀ ਹੌਲੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਇਹ ਲੱਗਿਆ ਵੀ ਕਿਤੇ ਨਾ ਕਿਤੇ ਇਹ ਭੜਕਾਊ ਹੈ, ਤੇ ਅਕੋਰਡਿੰਗ ਟੂ ਦੈਟ ਵਰਜ਼ਨ ਬਿਸ਼ਨਾ ਤੇ ਮਾਂਦਾ ਨੂੰ ਚੱਕ ਲਿਆ ਗਿਆ ਤੇ ਫਿਰ ਐਲੀਮੀਨੇਟ ਕਰ ਦਿੱਤਾ ਗਿਆ ਗੁਜਰਾਂਵਾਲਾ ਵਿੱਚ। ਬਟ ਇਹ ਮੈਂ ਯੰਗ ਰਿਸਰਚਰਸ ਨੂੰ ਕਹਿਣਾ ਚਾਹੁੰਦੀ ਹਾਂ ਵੀ ਦਿਸ ਇਜ਼ ਦ ਪੁਆਇੰਟ ਵੇਅਰ ਰਿਸਰਚ ਇਜ਼ ਰਿਕੁਆਇਰਡ, ਵੇਅਰ ਪ੍ਰਾਇਮਰੀ ਰਿਸਰਚ ਇਜ਼ ਰਿਕੁਆਇਰਡ। I mean it is very commonsensical ਵੀ ਬ੍ਰਿਟਿਸ਼ ਰਿਕਾਰਡਸ ਵਿੱਚ ਸਾਨੂੰ ਇਹਦਾ ਨਹੀਂ ਪਤਾ ਚੱਲੇਗਾ, ਪਰ ਉਸ ਟਾਈਮ ਦੇ ਪ੍ਰਿੰਟਸ ਵੀ ਆ ਗਈਆਂ ਸੀ, ਤੇ ਹੋ ਸਕਦਾ ਹੈ ਜਿਹੜੀਆਂ ਸਾਡੀਆਂ ਨਿੱਕੀਆਂ ਮੈਗਜ਼ੀਨ ਸੀ ਜਾਂ ਸਾਡੇ ਕੁਛ ਪੰਜਾਬ ਤੋਂ ਇੰਡੀਜਨਸ ਨਿਊਜ਼ਪੇਪਰ ਸੀ, ਸ਼ਾਇਦ ਸਾਨੂੰ ਕੋਈ ਨਾ ਕੋਈ ਰਿਪੋਰਟਸ ਇਹਦੇ ਬਾਰੇ ਆਰਕਾਈਵਸ ਤੋਂ ਹਾਸਲ ਹੋ ਸਕਣ, ਜਿਹਦੇ ਨਾਲ ਇਹ ਵਾਲੀ ਜਿਹੜੀ ਰਿਸਰਚ ਹੈ ਫਰਮ ਅਪ ਹੋ ਸਕੇ। ਤੇ ਅਗਰ ਕੋਈ ਯੰਗ ਰਿਸਰਚਰਸ ਇੰਟਰਸਟਿਡ ਹੈ ਤੇ you're most welcome to approach me at any point to seek clarity, because I really feel that a lot of collective effort is required। ਸਾਨੂੰ ਬਹੁਤ ਲੋਕ ਚਾਹੀਦੇ ਹੈ ਇਹ ਬੇਸਿਕ ਕੰਮ ਕਰਨ ਵਾਸਤੇ, ਫੰਡਾਮੈਂਟਲ ਰਿਸਰਚ ਕਰਨ ਵਾਸਤੇ। ਤੇ ਇੱਥੇ ਕੁਝ ਗੈਪਸ ਹੈ, ਬਟ ਇਹ ਇੱਕ ਵਰਜ਼ਨ ਹੈ। ਤੇ ਕਈ ਲੋਕਾਂ ਦੇ ਅਨੁਸਾਰ ਇਹ ਜਿਹੜਾ ਜੁਬਲੀ ਦਾ ਵਿਗੜਿਆ ਹੋਇਆ ਰੂਪ ਹੀ ਜੁਗਨੀ ਬਣ ਗਈ, ਤੇ ਇੱਥੋਂ ਹੀ ਜੁਗਨੀ ਸਟਾਰਟ ਹੁੰਦੀ ਹੈ। ਮਤਲਬ we are talking like 1887। ਇਹ ਮੈਨੂੰ ਇੰਨੀ ਕਨਵਿੰਸਿੰਗ ਨਹੀਂ ਲੱਗਦੀ ਥਿਊਰੀ। ਮੈਨੂੰ ਇਹ ਲੱਗਦਾ ਬਈ ਹੋ ਸਕਦਾ ਹੈ
ਜੋ ਬਿਸ਼ਨਾ ਤੇ ਮੰਦਾ ਕਰ ਰਹੇ ਸੀ ਉਹ ਪ੍ਰੀ ਐਗਜ਼ਿਸਟਿੰਗ ਜੁਗਨੀ ਹੀ ਸੀ ਤੇ ਉਹਨੂੰ ਉਹ ਨਵੀਂ ਤਰ੍ਹਾਂ ਅਡੈਪਟ ਕਰ ਰਹੇ ਸੀ। ਉਹ ਕਲੋਨੀਅਲ ਟਾਈਮ ਦੀ ਵਾਇਲੈਂਸ ਦੇ ਬਾਰੇ ਗੱਲ ਕਰਨ ਵਾਸਤੇ ਉਹਨੂੰ ਅਡੈਪਟ ਕਰ ਰਹੇ ਸੀ। ਇਹ ਮੇਰਾ ਮੰਨਣਾ ਹੈ। ਤੇ ਹੁਣੇ ਇਹਨਾਂ ਦਿਨਾਂ ਵਿੱਚ ਹੀ ਜੋ ਮੇਰੀ ਆਪਣੀ ਇੱਕ ਲੈਵਲ ਤੇ ਜੁਗਨੀ ਦੇ ਬਾਰੇ ਰਿਸਰਚ ਚੱਲ ਰਹੀ ਸੀ, I came across this person, ਇੱਕ S.W. ਫੈਲਨ ਕਰਕੇ ਲੈਕਸੀਗ੍ਰਾਫਰ ਹੋਏ ਹੈ 19th ਸੈਂਚੁਰੀ ਵਿੱਚ, ਤੇ ਉਹਨਾਂ ਨੇ ਇੱਕ ਡਿਕਸ਼ਨਰੀ ਕੰਪਾਈਲ ਕੀਤੀ ਸੀ ਜਿਹਦੇ ਵਿੱਚ ਜੁਗਨੀ ਦਾ ਮੈਂਸ਼ਨ ਸੀਗਾ। ਤੇ ਇਹ ਡਿਕਸ਼ਨਰੀ ਜਿਹੜੀ ਹੈ ਇਹ ਜੁਬਲੀ ਫਲੇਮ ਤੋਂ ਕਿਤੇ ਪਹਿਲਾਂ ਆ ਜਾਂਦੀ ਹੈ ਤੇ ਉਹਨਾਂ ਨੇ ਡਿਸਕ੍ਰਾਈਬ ਕੀਤਾ ਵੀ ਜੁਗਨੀ ਇੱਕ ਫੋਕ ਸੌਂਗ ਹੈ। ਇਸ ਕਰਕੇ that gives us some reason to believe that Jugni obviously does not start with Bishna and Manda. Obviously it could be one of the versions. ਇਹ ਜ਼ਿਆਦਾ ਕਨਵਿੰਸਿੰਗ ਲੱਗਦਾ ਹੈ rather than ਇਹ ਕਹਿਣਾ ਵੀ ਜੁਗਨੀ ਸ਼ਾਇਦ ਉੱਥੋਂ ਹੀ ਸਟਾਰਟ ਹੋਈ ਹੈ। ਤੇ ਦੂਸਰਾ ਇੱਕ ਮੈਂ I came across a blog by somebody who belongs to Jagraon, ਤੇ ਉਹਨਾਂ ਨੇ ਇਹ ਉਹਦੇ ਚ ਮੈਂਸ਼ਨ ਕੀਤਾ ਵੀ ਉਹਨਾਂ ਦੇ ਪਿੰਡ ਵਿੱਚ ਇੱਕ ਮੇਲਾ ਲੱਗਦਾ ਹੈ, ਰੋਸ਼ਨੀ ਦਾ ਮੇਲਾ। ਸ਼ਾਇਦ ਤੁਹਾਡੇ ਵਿੱਚੋਂ ਵੀ ਕਈ ਲੋਕ ਹੋਣਗੇ ਜਗਰਾਉਂ ਨੂੰ ਜੋ ਬਿਲੋਂਗ ਕਰਦੇ ਹੈ, ਤੇ ਉੱਥੇ ਜੁਗਨੀ ਗਾਈ ਜਾਂਦੀ ਹੈ ਤੇ ਟ੍ਰੈਡੀਸ਼ਨਲੀ ਗਾਈ ਜਾਂਦੀ ਹੈ, ਤੇ ਜਿਹੜਾ ਉਹ ਮੇਲਾ ਹੈ ਉਹ ਜਹਾਂਗੀਰ ਦੇ ਟਾਈਮ ਦਾ ਮੇਲਾ ਹੈ। ਇਸ ਕਰਕੇ ਇਹ ਕੁਛ contradictory points ਹੈਗੇ ਹੈ ਜਿਹੜੇ ਅਸੀਂ we can take them on and probably investigate a little further. So somebody can look into the archives and try to make sense of it. Now ਹੁਣ ਇਹ ਦੋ ਗੱਲਾਂ ਤਾਂ ਆਪਣਾ ਮੈਂ ਇਸ presentation ਚ ਕਰਨਾ ਚਾਹੁੰਦੀ ਸੀ। ਇੱਕ ਤਾਂ ਜੁਗਨੀ ਦਾ ਜਿਹੜਾ ਆਈਡੀਆ ਹੈ, ਜਿਹੜਾ concept ਹੈ, ਜਿਹੜਾ ਬਹੁਤ fascinating ਹੈ। ਤੇ I think ਅੱਜ ਕੱਲ੍ਹ ਦੇ ਮਾਹੌਲ ਵਿੱਚ ਜਦੋਂ ਅਸੀਂ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ ਤੇ ਇੱਕ ਔਰਤ ਵਾਸਤੇ ਬੇਬਾਕੀ ਨਾਲ ਬੋਲਣਾ, ਇੱਕ ਔਰਤ ਵਾਸਤੇ ਆਜ਼ਾਦ ਖਿਆਲ ਹੋਣਾ, ਆਜ਼ਾਦੀ ਨਾਲ ਘੁੰਮ ਫਿਰ ਲੈਣਾ, ਆਜ਼ਾਦੀ ਨਾਲ ਥਾਵਾਂ ਤੇ ਪਹੁੰਚ, ਇੱਕ ਬੜਾ ਫੈਸੀਨੇਟਿੰਗ ਜਿਹੜਾ ਫਿਗਰ ਹੈ ਸਾਡੇ ਸਾਹਮਣੇ। ਤੇ obviously ਜਿਹੜੀਆਂ ਦੀਆਂ ਹਿਸਟੋਰੀਕਲ ਐਂਟੀਸੀਡੈਂਟਸ ਅਸੀਂ ਦੇਖਦੇ ਹਾਂ ਵੀ ਦੋ ਤਰ੍ਹਾਂ ਦੇ ਕੰਸਰਨਸ ਜੁਗਨੀ ਚ ਨਜ਼ਰ ਆਉਂਦੇ। ਇੱਕ ਤਾਂ spiritual antecedent is very strong, ਤੇ ਕਿਤੇ ਨਾ ਕਿਤੇ ਜਦੋਂ ਪੋਲੀਟੀਕਲ ਕਮੈਂਟਰੀ ਵੀ ਕਰਦੀ ਹੈ ਤੇ ਜਦੋਂ ਪੀਰ, ਗੁਰੂ, ਸਾਈਂ, ਅੱਲਾ ਨੂੰ ਵਿੱਚ ਲੈ ਕੇ ਆਉਂਦੀ ਹੈ ਤੇ ਇੱਕ ਤਰ੍ਹਾਂ ਦਾ ਸਰੈਂਡਰ ਵੀ ਹੈ ਉਹਦੇ ਵਿੱਚ। ਤੇ ਇਹ ਐਂਡ ਐਟ ਦ ਸੇਮ ਟਾਈਮ ਜਦੋਂ ਅਸੀਂ ਬਿਸ਼ਨਾ ਤੇ ਮੰਦਾ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਜ਼ਿਆਦਾ ਰੀਅਲ ਤੇ ਇੱਕ ਹਿਸਟੋਰੀਕਲ ਕੰਟੈਕਸਟ ਤੇ ਮਟੀਰੀਅਲ ਵੀ ਹੈ। So Jugni operates on both these planes and depending on who the singer is, ਅਸੀਂ ਦੇਖਦੇ ਹਾਂ ਵੀ ਜਾਂ spiritual ਦੇ ਵੱਲ ਝੁਕਾ ਸਾਨੂੰ ਨਜ਼ਰ ਆਉਂਦਾ ਹੈ ਤੇ ਜਾਂ ਇੱਕ ਮਟੀਰੀਅਲ ਦੇ ਵੱਲ ਝੁਕਾ ਨਜ਼ਰ ਆਉਂਦਾ ਹੈ। ਜਿਹੜੀਆਂ ਮੇਰੇ ਅਕੋਰਡਿੰਗ ਇੰਪੋਰਟੈਂਟ ਜੁਗਨੀਜ਼, ਅਸੀਂ ਕਲੋਨੀਅਲ ਟਾਈਮਸ ਦੀ ਗੱਲ ਕਰ ਰਹੀ ਹੁਣ, ਅਗਰ ਅਸੀਂ ਪੋਸਟ ਕਲੋਨੀਅਲ ਦੀ ਗੱਲ ਕਰੀਏ ਜਾਂ 47 ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਹੜਾ ਅਫਕੋਰਸ ਪੰਜਾਬ ਲਈ ਬ੍ਰੀਚ ਆਉਂਦਾ ਹੈ, I mean more than independence, the breach for us is partition। ਤੇ ਉਹ ਨਾ ਸਿਰਫ ਜੋਗ੍ਰਾਫਿਕਲੀ ਡਿਵਾਈਡ ਹੋ ਗਿਆ ਪੰਜਾਬ, ਜਿਹੜੇ ਅਸੀਂ ਸਿੰਕ੍ਰੈਟਿਕ ਕਲਚਰ ਦੀ ਗੱਲ ਕੀਤੀ ਆ ਉਹ ਇੱਕ ਤਰ੍ਹਾਂ ਉਹ ਕਿਤੇ ਨਾ ਕਿਤੇ ਖਤਮ ਹੋ ਗਿਆ, ਉਹ ਇੱਕ ਸ਼ੇਅਰਡ ਐਕਸਪੀਰੀਅੰਸ ਖਤਮ ਹੋ ਗਿਆ। ਤੇ ਫਿਰ ਜਿਹੜਾ ਸੈਕਿੰਡ ਪਾਰਟ ਹੈ ਮੇਰੀ ਪ੍ਰੈਜੈਂਟੇਸ਼ਨ ਦਾ, ਮੈਂ ਪੋਸਟ ਕਲੋਨੀਅਲ ਸਿੰਗਰਸ ਦੀ ਜੁਗਨੀ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਆਲਮ ਲੋਹਾਰ, ਜਿਹੜੇ ਬਹੁਤ ਫੇਮਸ ਆਲਮ ਲੋਹਾਰ, ਪੁਰਾਣੇ ਆਲਮ ਲੋਹਾਰ ਸਿੰਗਰ ਪ੍ਰੀ ਪਾਰਟੀਸ਼ਨ ਤੋਂ ਗਾਉਂਦੇ ਆਏ ਤੇ ਫਿਰ ਪੋਸਟ ਪਾਰਟੀਸ਼ਨ ਵੀ ਪਾਕਿਸਤਾਨ ਜਾ ਕੇ ਮਾਈਗ੍ਰੇਟਡ ਟੂ ਪਾਕਿਸਤਾਨ, ਤੇ ਉਹਨਾਂ ਦਾ ਮਿਊਜ਼ਿਕ ਬਹੁਤ ਮਕਬੂਲ ਰਿਹਾ, ਨਾ ਸਿਰਫ ਪਾਕਿਸਤਾਨ ਵਿੱਚ, ਹਿੰਦੁਸਤਾਨ ਵਿੱਚ ਵੀ। ਤੇ ਇਹ ਸਾਡਾ ਕਨੈਕਸ਼ਨ ਤਾਂ ਦੋਨੋਂ ਸਾਈਡਸ ਤੇ ਹਮੇਸ਼ਾ ਤੋਂ ਰਿਹਾ। ਤੇ ਆਲਮ ਲੋਹਾਰ ਦੀ ਜੁਗਨੀ ਬਹੁਤ ਫੇਮਸ ਹੈ ਤੇ
2013 ਵਿੱਚ ਇੱਕ controversy ਹੋਈ ਜਿਹੜੀ could have been avoided. And it shows that it stems completely out of ignorance. ਜਿਹੜੇ ਉਹਨਾਂ ਦੇ ਬੇਟੇ ਆਰਿਫ ਲੋਹਾਰ ਨੇ claim ਕੀਤਾ ਵੀ ਜੁਗਨੀ ਤਾਂ ਮੇਰੇ father ਨੇ invent ਕੀਤੀ ਤੇ ਇਹ ਮੈਨੂੰ ਬੜਾ ਅਮਿਊਜ਼ਿੰਗ ਲੱਗਿਆ ਕਿਉਂਕਿ Song ਨੂੰ ਕਹਿਣਾ ਵੀ ਇਨਵੈਂਟ ਕੀਤਾ ਇਹ ਤਾਂ ਬੜੀ ਇੱਕ ਅਜੀਬੋ ਗਰੀਬ ਜੀ ਗੱਲ ਹੈ ਤੇ obviously ਇੱਕ ਬਹੁਤ ਵੱਡੀ controversy ਉਸ time ਤੇ ਹੋਈ ਸੀ 2013 ਵਿੱਚ ਅਗਰ ਤੁਸੀਂ ਨਿਊਜ਼ਪੇਪਰਸ ਦੇਖੋ ਤੇ ਕਾਫੀ ਜਿਹੜੇ ਇੰਪੋਰਟੈਂਟ ਸਿੰਗਰਸ ਹੈ ਉਹਨਾਂ ਦੀਆਂ ਸਟੇਟਮੈਂਟਸ ਹੈ ਇੰਕਲੂਡਿੰਗ ਹੰਸਰਾਜ ਹੰਸ ਜਿਨ੍ਹਾਂ ਨੇ ਕਿਹਾ ਵੀ ਨਹੀਂ ਇਹ ਤਾਂ ਰੋਡੇ ਸ਼ਾਹ ਜਲਾਲੀ ਦੀ ਕੰਪੋਜੀਸ਼ਨ ਹੈਗੀ ਸੂਫੀ ਕੰਪੋਜੀਸ਼ਨ ਹੈ ਤੇ all we are doing is ਅਸੀਂ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਆਪਣੇ ਕੰਟੈਕਸਟ ਵਿੱਚ ਇਹਨੂੰ ਰੀਇਨਵੈਂਟ ਕਰਦੇ ਆ ਰਹੇ ਹਾਂ ਤੇ ਅਸੀਂ ਇੰਨਾ ਕੋਈ ਕ੍ਰੈਡਿਟ ਲੈ ਸਕਦੇ ਹਾਂ ਇਹ ਇੱਕ ਫੋਕ ਜਿਹੜੀ ਹੈ it is something that belongs to the people it is in the folk space so no one singer can lay such a certain claim ਮਤਲਬ ਇਹ ਤਾਂ ਬੜੀ ਇੱਕ ignorance ਵਾਲੀ ਗੱਲ ਆਰਿਫ ਲੋਹਾਰ ਨੇ ਕੀਤੀ anyway ਕਾਫੀ ਇਹ ਵੱਡੀ snowball ਹੋਈ ਤੇ ਇਹਨੂੰ ਤਾਂ ਖੈਰ ਖਾਰਿਜ ਹੀ ਕਰਨਾ ਚਾਹੀਦਾ ਐਵੇਂ ਦੇ claim ਨੂੰ ਚਲੋ ਇੱਕ ਆਲਮ ਲੋਹਾਰ ਦੀ ਜੁਗਨੀ ਬਹੁਤ important ਤੇ ਆਰਿਫ ਲੋਹਾਰ ਨੇ ਵੀ I think ਉਹ ਆਪਣੇ ਆਪ ਨੂੰ successor ਹੀ ਮੰਨਦੇ ਰਹੇ ਆਪਣੇ ਫਾਦਰ ਦੀ ਜੁਗਨੀ ਦਾ ਤੇ ਉਹਨਾਂ ਨੇ ਬਹੁਤ ਫੇਮਸ ਇੱਕ ਕੋਕ ਸਟੂਡੀਓ ਵਾਸਤੇ ਮੀਸ਼ਾ ਸਾਫੀ ਦੇ ਨਾਲ ਜੁਗਨੀ ਗਾਈ ਤੇ ਮੈਂ ਦੋਨਾਂ ਲੋਹਾਰਸ ਨੂੰ ਇੱਕ ਉਹਦੇ ਵਿੱਚ ਕਲੱਬ ਕਰਤਾ ਫਿਰ ਅਸੀਂ ਦੇਖਦੇ ਹਾਂ ਗੁਰਦਾਸ ਮਾਨ ਤੇ ਫਿਰ ਰੱਬੀ ਸ਼ੇਰਗਿੱਲ ਇਹ ਤਿੰਨ ਜੁਗਨੀਜ਼ ਨੂੰ ਮੈਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੁਣ ਆਲਮ ਲੋਹਾਰ ਦੀ ਜਿਹੜੀ ਜੁਗਨੀ ਹੈ it's a very beautiful jugni it is one of my favorites ਉਹਦੇ ਵਿੱਚ ਉਹ ਆਸ਼ਿਕ ਦਾ ਜਿਹੜਾ ਇੱਕ ਪਰਸੋਨਾ ਹੈ ਮੈਨੂੰ ਲੱਗਦਾ ਪੰਜਾਬ ਵਿੱਚ ਆਸ਼ਿਕ ਨੂੰ ਬੜਾ embrace ਕੀਤਾ I will go to the extent of saying ਵੀ ਸ਼ਾਇਦ ਇਹ ਸਾਡੀ ਇੱਕ ਵਿਲੱਖਣ ਜ਼ਾਤ ਹੈ ਜਿਹੜੀ ਪੰਜਾਬ 'ਚ ਇਨਵੈਂਟ ਹੋਈ ਹੈ so he says ਆਸ਼ਿਕ ਲੋਕ ਤਾਂ ਕਮਲੇ ਰਮਲੇ ਦੁਨੀਆ ਬੜੀ ਸਿਆਣੀ ਤੇ ਚਿੱਟੇ ਦਿਨ ਤੇ ਕਾਲੀਆਂ ਰਾਤਾਂ ਖਾਂਦੇ ਜਾਨ ਜਵਾਨੀ ਦੋ ਗੱਲਾਂ ਇੱਕ ਤਾਂ ਆਸ਼ਿਕ ਦਾ ਜਿਹੜਾ ਇੱਕ ਪੂਰਾ ਪਰਸੋਨਾ like he's on the side of the ਆਸ਼ਿਕ ਇੱਕ ਤਰਫ ਆਸ਼ਿਕ ਹੈ ਤੇ ਦੂਜੀ ਤਰਫ ਪੂਰੀ ਦੁਨੀਆ ਹੈ ਤੇ ਇਹ ਆਸ਼ਿਕ ਲੋਕ ਤਾਂ ਕਮਲੇ ਰਮਲੇ ਹੁਣ ਕਮਲੇ ਰਮਲੇ is like a compliment ਇੱਥੇ ਇਹਨੂੰ compliment ਦੀ ਤਰ੍ਹਾਂ ਦੇਖਣਾ ਚਾਹੀਦਾ ਇਹਦੇ ਕਹਿਣ ਦਾ ਮਤਲਬ ਹੈ ਵੀ ਉਹ ਵਰਲਡਲੀ ਨਹੀਂ ਹੈਗੇ ਜਿਹੜੀ ਦੁਨੀਆ ਬੜੀ ਸਿਆਣੀ ਹੈ ਦੁਨੀਆ ਬੜੀ ਵਰਲਡਲੀ ਹੈ ਉਹਨਾਂ ਨੂੰ ਨਫੇ ਨੁਕਸਾਨ ਦਾ ਪਤਾ ਹੈ ਬਟ ਆਸ਼ਿਕ ਲੋਕਾਂ ਨੂੰ ਨਹੀਂ ਪਤਾ ਤੇ ਜਵਾਨੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਕਾਲੇ ਚਿੱਟੇ ਦਿਨ ਤੇ ਕਾਲੀਆਂ ਰਾਤਾਂ ਖਾਂਦੇ ਜਾਣ ਜਵਾਨੀ ਤੇ ਇਹ ਜਿਹੜਾ ਟਾਈਮ ਦੀ ਮਾਰਚ ਹੈ ਇਹ ਕੋਈ ਨਹੀਂ ਰੋਕ ਸਕਿਆ ਇਹਦੇ ਸਾਹਮਣੇ ਕੋਈ ਨਹੀਂ ਰੁਕ ਸਕਿਆ ਇੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਆਲਮ ਲੋਹਾਰ ਦੀ ਜੁਗਨੀ ਵਿੱਚ ਫਿਰ ਜਿਹੜੀ ਇੰਪੋਰਟੈਂਟ ਚੀਜ਼ ਤੇ ਮੈਂ ਫੋਕਸ ਕਰਨਾ ਚਾਹਨੀ ਆ ਉਹ ਕਹਿੰਦੇ ਹੈ ਜੁਗਨੀ ਡਿੱਗ ਪਈ ਵਿੱਚ ਟੋਈ ਦੇ ਵਿੱਚ ਡਿੱਗ ਗਈ she fell into a ditch ਉੱਥੇ ਰੋ ਕਮਲੀ ਹੋਈ ਉਹਦੀ ਆਵਾਜ਼ ਨਹੀਂ ਲੈਂਦਾ ਕੋਈ ਤੇ ਇਹ ਜਿਹੜੀਆਂ ਲਾਈਨਾਂ ਆਰਿਫ ਲੋਹਾਰ ਨੇ ਵੀ ਆਪਣੀ ਕੋਕ ਸਟੂਡੀਓ ਵਾਲੀ ਜੁਗਨੀ ਵਿੱਚ ਗਾਈਆਂ ਹੁਣ ਇਹ ਵੀ ਇੱਕ ਬੜੀ ਏਟਿਪੀਕਲ ਇਮੇਜ ਹੈ ਜੁਗਨੀ ਦਾ ਕਿਉਂਕਿ ਹੁਣ ਤੱਕ ਅਸੀਂ ਦੇਖ ਰਹੇ ਹਾਂ ਵੀ ਜੁਗਨੀ ਇੱਕ ਪਾਵਰ ਦੀ ਸਪੇਸ ਵਿੱਚ ਹੈ ਇੱਕ ਕਮੈਂਟ ਕਰ ਰਹੀ ਹੈ ਬਟ ਇਹ ਆਲਮ ਲੋਹਾਰ ਤੇ ਆਰਿਫ ਲੋਹਾਰ ਦੀ ਜਿਹੜੀ ਜੁਗਨੀ ਉਹ ਡਿੱਗ ਪਈ ਵਿੱਚ ਟੋਈ ਤੇ ਉੱਥੇ ਰੋ ਕਮਲੀ ਹੋਈ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੇਰੀ ਇੰਟਰਪ੍ਰੀਟੇਸ਼ਨ ਹੈ ਵੀ ਸ਼ਾਇਦ ਇਹ ਪੰਜਾਬ ਦਾ ਹਾਲ ਹੈ ਇਹ ਪੰਜਾਬ ਦੀ ਜਿਹੜੀ ਵੰਡ ਹੋਈ ਹੈ ਤੇ ਪਾਰਟੀਸ਼ਨ ਦਾ ਜੋ ਸਾਡੇ ਤੇ ਅਸਰ ਹੋਇਆ ਇਹ ਉਹਦਾ ਹਾਲ ਹੈ ਤੇ ਆਲਮ ਲੋਹਾਰ
ਉਸ ਟਾਈਮ ਦੇ ਸੀਗੇ, ਉਹਨਾਂ ਨੇ ਦੋਨੋਂ ਪੰਜਾਬ ਦੇਖੇ ਤੇ ਮਾਨੇ। ਤੇ ਜਦੋਂ ਪਾਰਟੀਸ਼ਨ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਬਈ ਜੁਗਨੀ ਡਿੱਗ ਪਈ ਵਿੱਚ ਟੋਈ, ਤੇ ਇਹ ਆਈ ਥਿੰਕ ਜਿਹੜੇ ਆਮ ਲੋਕ ਸੀ ਪੰਜਾਬ ਦੇ, ਇਹ ਉਹਨਾਂ ਦਾ ਦਰਦ ਕਿਤੇ ਨਾ ਕਿਤੇ ਆਲਮ ਲੋਹਾਰ ਦੀ ਜੁਗਨੀ ਇਹ ਇਨਕੈਪਸੂਲੇਟ ਕਰ ਰਹੀ ਹੈ। ਦਿਸ ਇਜ਼ ਮਾਈ ਫੀਲਿੰਗ ਐਂਡ ਦਿਸ ਇਜ਼ ਐਨ ਐਨਾਲਿਸਿਸ। ਆਈ ਮੀਨ ਇਹਦੇ 'ਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ, ਪਰ ਇਹ ਮੈਂ ਐਨਾਲਾਈਜ਼ ਕਰ ਰਹੀ ਹਾਂ ਵੀ ਇਹ ਕਿਉਂ, ਜਿੱਥੇ ਜੁਗਨੀ ਈਵਨ ਕਲੋਨੀਅਲ ਟਾਈਮਸ ਵਿੱਚ ਅਸੀਂ ਦੇਖਦੇ ਹਾਂ ਬਈ ਜਲੰਧਰ ਪਹੁੰਚੀ ਹੈ, ਮਜੀਠੇ ਪਹੁੰਚੀ ਹੈ, ਤੇ ਇੱਕ ਭਾਵੇਂ ਪੰਜਾਬ ਦੇ ਲੋਕਾਂ ਦੀ ਦੁਖਦੀ ਰਗ ਹੈ, ਬਟ ਉਹਦੀ ਜਿਹੜੀ ਕਮੈਂਟਰੀ ਹੈ ਦੈਟ ਇਜ਼ ਫਰੋਮ ਅ ਸਪੇਸ ਆਫ ਪਾਵਰ। ਬਟ ਆਲਮ ਲੋਹਾਰ ਦੀ ਜਿਹੜੀ ਜੁਗਨੀ ਡਿੱਗ ਪਈ ਵਿੱਚ ਟੋਈ, ਤੇ ਉੱਥੇ ਰੋ ਰੋ ਕਮਲੀ ਕੋਈ ਤੇ ਉਹਦੀ ਵਾਟ ਨਾ ਲੈਂਦਾ ਕੋਈ। ਮੇਰੇ ਖਿਆਲ ਨਾਲ ਇਹ ਜਿਹੜੀ ਪੰਜਾਬ ਦੀ ਏਲੀਏਨੇਸ਼ਨ ਹੈ, ਪੰਜਾਬ ਦੇ ਲੋਕਾਂ ਦਾ ਦੁੱਖ ਸੀ, ਵੰਡ ਦਾ ਦੁੱਖ ਸੀ, ਉਹਨਾਂ ਦਾ ਸਾਰਾ ਜਿਹੜਾ ਗਰੀਫ ਸੀਗਾ, ਉਹਨਾਂ ਦਾ ਦਰਦ ਸੀ, ਮੇਰੇ ਖਿਆਲ ਨਾਲ ਆਲਮ ਲੋਹਾਰ ਦੀ ਜੁਗਨੀ ਇਸ ਵੱਲ ਪੁਆਇੰਟ ਆਊਟ ਕਰਦੀ ਹੈ। ਫਿਰ ਆਰਿਫ ਲੋਹਾਰ ਦੀ ਜਿਹੜੀ ਕੋਕ ਸਟੂਡੀਓ ਵਾਲੀ ਜੁਗਨੀ ਹੈ, ਉਹ ਅਫਕੋਰਸ ਜਿਵੇਂ ਕੋਕ ਸਟੂਡੀਓ ਦਾ ਸਟਾਈਲ ਹੈ, ਮਦਨ ਗੋਪਾਲ ਸਿੰਘ ਜੀ ਨੇ ਥੋੜਾ ਕ੍ਰਿਟਿਸਾਈਜ਼ ਕੀਤਾ ਵੀ ਕਿਵੇਂ ਉਹਨਾਂ ਨੇ ਪਹਿਲਾਂ ਅਲਿਫ ਅੰਬਾ ਚੰਬੇ ਦੀ ਬੂਟੀ ਤੇ ਫਿਰ ਜੁਗਨੀ ਤੇ ਫਿਰ ਵੰਗਾ ਚੜਾ ਲੋ ਕੁੜੀਓ ਦਾਤਾ ਦੇ ਦਰਬਾਰ ਦੀਆਂ। ਵੰਗਾ ਚੜਾ ਲੋ ਕੁੜੀਓ ਦਾਤਾ ਦੇ ਆਈ ਥਿੰਕ ਇਹਦੇ ਵਿੱਚ ਵੰਗਾ ਚੜਾ ਲੋ ਇੰਪੋਰਟੈਂਟ ਨਹੀਂ ਹੈ, ਬਟ ਦਾਤਾ ਦਾ ਦਰਬਾਰ ਇੰਪੋਰਟੈਂਟ। And that is the oldest Sufi shrine in Punjab. ਉਹ 11th century ਦੀ ਸੂਫੀ ਸ਼ਰਾਈਨ ਹੈ ਲਾਹੌਰ ਦੇ ਵਿੱਚ। ਤੇ ਮੇਰੇ ਖਿਆਲ ਨਾਲ ਸਾਡਾ ਫੋਕਸ ਇਸ ਸ਼ਰਾਈਨ ਤੇ ਹੋਣਾ ਚਾਹੀਦਾ ਹੈ, ਤੇ ਕਿਸ ਤਰ੍ਹਾਂ ਜਿਹੜੇ ਸੂਫੀ ਐਂਟੀਸੀਡੈਂਟਸ ਹੈ ਜੁਗਨੀ ਦੇ, ਕਿਸ ਤਰ੍ਹਾਂ ਸਾਡੀ ਸਿੰਕ੍ਰੈਟਿਕ ਸਪੇਸ ਦੀ ਗੱਲ ਹੈ, ਸਾਡਾ ਹਿੰਦੂ ਮੁਸਲਿਮ ਸਿੱਖ ਦਾ ਜਿਹੜੀ ਇੱਕ ਸ਼ੇਅਰਡ ਸਪੇਸ ਆਫ ਪਾਇਟੀ ਹੈ। ਐਨ ਬਿਗਲੋ ਵੀ ਗੱਲ ਕਰਦੇ, ਫਰੀਨਾ ਮੀਰ ਦੀ ਵੀ ਜਿਹੜੀ ਕਿੱਸਾ ਕਾਵ ਨੂੰ ਲੈ ਕੇ ਸਟੱਡੀ, ਇਸ ਸਪੇਸ ਦੀ ਸਟੱਡੀ। It is very important that we pay attention to the Sufi antecedents of Jugni, and that is what I think both Alam Lohar and Arif Lohar in their own way are trying to say. ਤੇ ਆਰਿਫ ਲੋਹਾਰ ਦੀ ਜੁਗਨੀ ਤਾਂ ਅਫਕੋਰਸ ਬਹੁਤ ਜ਼ਿਆਦਾ ਪੋਪੂਲਰ ਹੋਈ ਕੋਕ ਸਟੂਡੀਓ ਦੇ ਕਰਕੇ, ਤੇ ਫਿਰ ਮੀਸ਼ਾ ਸਾਫੀ ਹਰਸੈਲਫ ਇਜ਼ ਅ ਯੂਥ ਆਈਕਨ, ਉਹਦੇ ਕਰਕੇ ਉਹਨਾਂ ਦੀ ਜੁਗਨੀ ਜਿਹੜੀ ਹੈ ਬਹੁਤ ਜ਼ਿਆਦਾ ਮਕਬੂਲ ਹੋਈ, ਬਹੁਤ ਫੇਮਸ ਹੋਈ, ਨਾ ਸਿਰਫ ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਬਟ ਈਵਨ ਵੈਸਟ ਵਿੱਚ। ਫਿਰ ਵਨ ਆਫ ਹਿਜ਼ ਲੇਟਰ ਜੁਗਨੀਜ਼ ਜਿਹੜੀਆਂ ਆਲਮ ਲੋਹਾਰ ਦੀ ਲੇਟਰ ਜੁਗਨੀ ਆ, ਉਹਦੇ ਵਿੱਚ ਉਹਨਾਂ ਨੇ ਥੋੜੀ ਇੱਕ ਡਾਇਸਪੋਰਿਕ ਜਿਹੜੀ ਇਮੈਜੀਨੇਸ਼ਨ ਹੈ ਉਹਦੀ ਵੀ ਗੱਲ ਕੀਤੀ ਹੈ। ਉਹਨਾਂ ਨੇ ਗੱਲ ਕੀਤੀ ਬਈ ਜੁਗਨੀ ਜਿਹੜੀ ਹੈ ਉਹ ਵਲੈਤ ਪਹੁੰਚ ਗਈ ਹੈ ਤੇ ਹੁਣ ਉਹਨੇ ਕੋਟ ਪੈਂਟ ਪਾਉਣਾ ਸ਼ੁਰੂ ਕੀਤਾ। ਅਕੋਰਡਿੰਗ ਟੂ ਮੀ ਇੰਨਾ ਇਲੂਮੀਨੇਟਿੰਗ ਨਹੀਂ ਹੈ ਡਾਇਸਪੋਰਿਕ ਐਕਸਪੀਰੀਅੰਸ ਦੇ ਬਾਰੇ, ਜਿੰਨਾ ਬਾਅਦ ਵਿੱਚ ਅਸੀਂ ਰੱਬੀ ਸ਼ੇਰਗਿੱਲ ਦੀ ਗੱਲ ਕਰਾਂਗੇ, ਉਹਨਾਂ ਦੀ ਜੁਗਨੀ ਵਿੱਚ ਸਾਨੂੰ ਇੱਕ ਸੈਂਸ ਮਿਲਦੀ ਹੈ। ਤੇ ਆਈ ਥਿੰਕ ਈਵਨ ਮਲਕੀਤ ਸਿੰਘ ਫॉर दैट मैटर, ਉਹਨਾਂ ਨੇ ਵੀ ਜੁਗਨੀ ਜਿਹੜੀ ਹੈ ਪਹੁੰਚ ਗਈ ਹੈ ਸੋਹੋ ਰੋਡ ਜਾਂ ਪਹੁੰਚ ਗਈ ਹੈ ਬਰਮਿੰਗਮ, ਤੇ ਉੱਥੇ ਖਾਂਦੀ ਚੁੰਗਮ, ਬਰਮਿੰਗਮ ਤੇ ਚੁੰਗਮ। ਤੇ ਚਲੋ ਉਹ ਮਲਕੀਤ ਸਿੰਘ ਦੀ ਜੁਗਨੀ ਦਾ ਮੈਂ ਐਨਾਲਿਸਿਸ ਨਹੀਂ ਕੀਤਾ, ਐਂਡ ਉਹ ਵੀ ਕੋਈ ਕਰ ਸਕਦਾ ਇਹਨਾਂ ਲਾਈਨਸ ਤੇ ਸਾਡੇ ਕੋਲ ਇੰਨਾ ਵਕਤ ਵੀ ਨਹੀਂ ਹੈ ਮਲਕੀਤ ਸਿੰਘ ਦੀ ਜੁਗਨੀ ਨੂੰ ਡਿਸਕਸ ਕਰਨ ਦਾ, ਕਿਉਂਕਿ ਮੈਂ 3 ਜੁਗਨੀਜ਼ ਨੂੰ ਸ਼ਾਰਟਲਿਸਟ ਕੀਤਾ। ਫਿਰ ਅਸੀਂ ਆਉਂਦੇ ਹਾਂ ਗੁਰਦਾਸ ਮਾਨ ਦੀ ਜੁਗਨੀ ਤੇ ਗੁਰਦਾਸ ਮਾਨ ਦੀ ਜਿਹੜੀ ਜੁਗਨੀ, ਪਰਟੀਕੂਲਰ ਜੁਗਨੀ ਦੀ ਮੈਂ ਗੱਲ ਕੀਤੀ ਹੈ, ਮੈਂ ਤੁਹਾਨੂੰ ਆਪਣਾ ਆਰਟੀਕਲ anybody who's interested can ask for it, I'll share it with you। ਉਹਦੇ ਵਿੱਚ ਜਿਹੜਾ ਪਰਟੀਕੂਲਰ ਰਿਕਾਰਡਿੰਗ ਹੈ ਉਹ ਦੂਰਦਰਸ਼ਨ ਦੀ ਰਿਕਾਰਡਿੰਗ ਹੈ। ਤੇ ਤੁਹਾਨੂੰ ਪਤਾ ਹੈ ਬਈ ਇੱਕ ਤਾਂ ਪਾਰਟੀਸ਼ਨ ਸਾਡੇ ਲਈ ਬ੍ਰੀਚ ਆਇਆ, ਇੱਕ ਵੱਡਾ ਬ੍ਰੀਚ ਸਾਡੇ ਲਈ 1984 ਆਇਆ, ਤੇ 1984 ਕਰਕੇ ਤੇ ਸਿੱਖਾਂ ਦਾ ਜਿਹੜਾ ਇੱਕ ਇਮੇਜ, ਪਹਿਲਾਂ ਅਗਰ ਅਸੀਂ ਹਿੰਦੀ ਦੀਆਂ ਫਿਲਮਸ ਦੇਖੀਏ, ਇੱਕ ਪੋਪੂਲਰ ਇੰਡੀਅਨ ਇਮੈਜੀਨੇਸ਼ਨ ਦੇ ਵੱਲ ਝਾਤ ਮਾਰੀਏ, ਤੇ ਜਿਹੜਾ ਇੱਕ ਸਿੱਖ ਦਾ ਇਮੇਜ ਸੀਗਾ ਉਹ ਸੀਗਾ ਓਨੈਸਟ ਐਂਡ ਹੈਲਪਫੁਲ, ਇੱਕ ਕੈਰੈਕਟਰ ਦਿਖਾਇਆ ਜਾਂਦਾ ਸੀ, ਭਾਵੇਂ ਫਿਲਮ ਹੈ ਤੇ ਭਾਵੇਂ ਪੋਪੂਲਰ ਸਪੇਸ ਹੈ।
ਬਟ 84 ਤੋਂ ਬਾਅਦ ਉਹਦੀ ਟਰਾਂਸਫਰਮੇਸ਼ਨ ਹੋ ਗਈ, ਉਹ ਇੱਕ ਤਰ੍ਹਾਂ ਦਾ ਖਾੜਕੂ ਟਾਈਪ ਆਫ ਕੈਰੈਕਟਰ ਬਣ ਗਿਆ। ਇੰਦਰਾ ਗਾਂਧੀ ਦੀ ਅਸੈਸੀਨੇਸ਼ਨ, ਦੋ ਸਿੱਖ ਬਾਡੀਗਾਰਡਸ, ਫਿਰ ਟੈਰਰਿਜ਼ਮ ਦਾ ਆਣਾ, ਇਹ ਸਾਰੀਆਂ ਜਿਹੜੀਆਂ ਐਸੋਸੀਏਸ਼ਨ ਸੀ ਇਹ ਡੋਮੀਨੇਟ ਕਰਨ ਲੱਗ ਗਈ ਪੋਪੂਲਰ ਇਮੈਜੀਨੇਸ਼ਨ ਨੂੰ। ਤੇ ਜਿਹੜੀ ਗੁਰਦਾਸ ਮਾਨ ਜੁਗਨੀ ਗਾਉਂਦੇ ਉਹਦੇ ਵਿੱਚ ਉਹ ਨਇਆ ਦੌਰ ਦਾ ਗਾਣਾ ਹੈ ਇਹ ਦੇਸ਼ ਹੈ ਵੀਰ ਜਵਾਨੋਂ ਕਾ, ਉਹ ਸਡਨਲੀ his jugni veers into ye desh hai veer jawanon ka, which is a bit odd, but then considering that it was Doordarshan te ho sakda hai bhai ye ek sochya samjhya ploy siga to somewhat change the image of Sikhs in popular imagination, या एक connection दोबारा establish करना between patriotism and Punjab, क्योंकि पंजाब किते ना किते 80s फिर एलिनेट होया है इंडियन नेशन स्टेट तो। ते मैं जिहड़ी गुरदास मान दी जुगनी है उन्होंने कुछ इस तरह स्टडी कीता। फिर जिहड़ी बड़ी इंपॉर्टेंट जुगनी वो रब्बी शेरगिल दी जुगनी है, which is the last जुगनी that I'm going to talk about। हुण रब्बी शेरगिल दी जिहड़ी जुगनी है वो थोड़ी विलक्षण हो जाती है, क्योंकि हुण तक की होया है टिल गुरदास मान जुगनी इज जस्ट एन आइडिया, वो सिर्फ एक आइडिया है। पर तुहानू पता है रब्बी शेरगिल वाज सिंगिंग इन द 1990s, उदों म्यूजिक वीडियोज का बहुत चलन हो गया सी ते लॉट ऑफ गुड पॉप म्यूजिक, रॉक म्यूजिक वाज नॉन फिल्म म्यूजिक, ते MTV वर्गे चैनल सीगे जिहदे उत्ते इन्हां सिंगर ते म्यूजिक वीडियोज आंदे सी, तां बाय डिफॉल्ट ही हर सिंगर एक वीडियो बनांदा सी। ते आई थिंक वो एक एग्जिजेंसी सी उस टाइम दी, या एक लोड़ कह लो बई रब्बी शेरगिल नूं एक वीडियो बनाना पिया जुगनी दा, जिहदे विच शायद जुगनी नूं एक रियल फॉर्म विच सानूं देखण नूं मिलदी है। आई मीन वो क्लेम नहीं करदा भी ये कुड़ी जुगनी है, पर it is like a second hand claim, yeah, it is by extension that we understand that image वो एक औरत दा इमेज है जो हुण तक दी ट्रेडिशनल जुगनी तो बिल्कुल अलग है। वो इस तरह सानू लगदी है किसी बहुत वड्डे कॉस्मोपॉलिटन सिटी दे एक फ्लैट विच कल्ली रह रही है, अपनी कम्युनिटी तो दूर है, अपनी फैमिली तो दूर है, ओदियां एग्जिस्टेंशियल इश्यूज है, किते ना किते ओदी स्ट्रगल है, शायद ओदी स्ट्रगल प्रोफेशन दी स्ट्रगल है, एक वड्डे शहर विच आके एलियनेशन है, ओदे अपने इश्यूज है। वो लिरिक्स दे थ्रू नहीं बट वो विजुअल्स दे थ्रू रब्बी शेरगिल दे वीडियो विच सानू ये सेंस मिलती है। ते अगर असी रब्बी शेरगिल दे लिरिक्स की गल करिए, इत्थे मैं शेयर कर दी हाँ रब्बी शेरगिल दे लिरिक्स, जस्ट गिव मी अ मिनट। Anyway, for some reason ये pop up नहीं हो रहा है देते। Anyway, मैं ਤੁਹਾਨੂੰ ਦੱਸਦੀ ਹਾਂ ਉਹ ਰੱਬੀ ਸ਼ੇਰਗਿਲ ਕਹਿੰਦੇ ਹੈ ਜੁਗਨੀ ਵੇਖਣ ਚੱਲੀ ਦੇਸ਼, ਜਿੱਥੋਂ ਕੱਢਿਆ ਸੀ ਅੰਗਰੇਜ਼, ਤੇ ਜਿੱਥੇ ਪੜੇ ਜਾਂਦੇ ਵੇਦ, ਤੇ ਜਿੱਥੋਂ ਕੱਢਿਆ ਸੀ ਅੰਗਰੇਜ਼, ਕੀ ਹੋਇਆ ਉਸ ਦਾ ਹਾਲ, ਕਿਹੜੇ ਕੀਤੇ ਉਸ ਕਮਾਲ, ਵੀਰ ਮੇਰਿਆ ਵੇ ਜੁਗਨੀ ਕਹਿੰਦੀ ਹੈ। So you see, perhaps Rabbi Shergill पहला ऐसा सिंगर है
ਜੋ ਜੁਗਨੀ ਨੂੰ ਨਾ ਸਿਰਫ ਪੰਜਾਬ 'ਚ ਲੈ ਕੇ ਜਾ ਰਿਹਾ, ਉਹ ਜੁਗਨੀ ਨੂੰ ਪੂਰੇ ਹਿੰਦੁਸਤਾਨ ਦੀ ਜੁਗਨੀ ਬਣਾ ਰਿਹਾ, ਉਹ ਪੈਨ ਇੰਡੀਅਨ ਜੁਗਨੀ ਬਣਾ ਰਿਹਾ। ਉਹਨੇ ਪੰਜਾਬ 'ਚੋਂ ਜੁਗਨੀ ਨੂੰ ਬਾਹਰ ਕੱਢਤਾ ਤੇ ਇੱਕ ਪੈਨ ਇੰਡੀਅਨ ਜੁਗਨੀ ਦੀ ਕ੍ਰੀਏਸ਼ਨ ਕੀਤੀ। ਤੇ ਦੇਖਣ ਚੱਲੀ ਦੇਸ, ਜਿੱਥੇ ਪੜ੍ਹਦੇ ਸੀ ਕਦੀ ਵੇਦ ਤੇ ਜਿੱਥੋਂ ਕੱਢਿਆ ਸੀ ਅੰਗਰੇਜ਼, ਕੀ ਹੋਇਆ ਉਸਦਾ ਹਾਲ। So he's talking of a post-colonial, reality where there's lot of disillusionment. मतलब जो उस time ਦੀ struggle ਸੀਗੀ, colonial struggle ਸੀਗੀ, ਇੱਕ dream ਸੀ, ਉਸ ਦੇਸ਼ ਦਾ ਕੀ ਹਾਲ ਹੈ ਤੇ ਜੁਗਨੀ ਦੇਖਣ ਚੱਲੀ ਹੈ। Like a traveler she sets out, ਜਿਹੜੀ ਇੱਕ ਜੁਗਨੀ ਦੀ spirit ਰਹੀ ਹੈ ਬਈ ਉਹ ਆਪੇ ਜਾ ਕੇ ਦੇਖੇਗੀ। ਫਿਰ ਉਹ ਨਾ ਸਿਰਫ ਪੈਨ ਇੰਡੀਆ ਦੀ ਗੱਲ ਇੱਕ ਆਈਡੀਆ ਦੇ ਲੈਵਲ ਤੇ ਕਰਦਾ, ਉਹ ਕਸ਼ਮੀਰ ਦੇ ਐਕਸਪੀਰੀਅੰਸ ਨੂੰ ਲੈ ਕੇ ਆਉਂਦਾ ਤੇ ਕਸ਼ਮੀਰ ਬਾਰੇ ਉਹ ਕਹਿੰਦਾ ਬਈ ਉਹ ਚੱਲੀ ਕਸ਼ਮੀਰ ਜਿੱਥੇ ਰੋਜ਼ ਮਰਨ ਦਾ ਸੂਈ। So I'm sorry I lost the connection. Am I audible? मेरी आवाज सुन रही है? ठीक है ਉਹ ਨਾ ਕਨੈਕਸ਼ਨ ਲੂਜ਼ ਹੋ ਗਿਆ ਤੇ ਫਿਰ ਮੈਂ ਰੀਕਨੈਕਟ ਕੀਤਾ ਤੇ ਪਾਵਰ ਪੁਆਇੰਟ ਜਦੋਂ ਹੈਂਗ ਕਰਨ ਕੋਸ਼ਿਸ਼ ਕੀਤੀ ਤਾਂ ਹੈਂਗ ਹੋ ਗਿਆ ਸਿਸਟਮ। ਐਨੀਵੇ ਲੈਟਸ ਜਸਟ ਲੀਵ ਇਟ। ਆਈ ਥਿੰਕ ਮੈਂ ਹੁਣ ਰੈਪ ਅਪ ਕਰੂੰਗੀ ਤੇ ਰੱਬੀ ਸ਼ੇਰਗਿੱਲ ਦੀ ਗੱਲ ਮੈਂ ਕਰ ਰਹੀ ਸੀ। ਉਹਨਾਂ ਦੀ ਜਿਹੜੀ ਜੁਗਨੀ ਹੈ that is a pan Indian ਜੁਗਨੀ ਤੇ ਸਾਨੂੰ ਸਮਝ ਆਉਂਦਾ ਵੀ ਰੱਬੀ ਸ਼ੇਰਗਿੱਲ ਦੀ ਜਿਹੜੀ ਅੰਡਰਸਟੈਂਡਿੰਗ ਹੈ मतलब जिस तरह आलम लोहार ने या आसा सिंह मस्ताना ने या होर सिंगर्स ने बड़ा एक मजाकिया तरीके नाल ਜਿਹੜੀਆਂ ਬਾਹਰ ਦੀਆਂ ਪੰਜਾਬੀ ਕਮਿਊਨਿਟੀਜ਼ NRI ਕਮਿਊਨਿਟੀਜ਼ ਹੈ ਉਹਨਾਂ ਦੇ ਐਕਸਪੀਰੀਅੰਸ ਦੇ ਬਾਰੇ ਦੱਸਿਆ। ਪਰ ਰੱਬੀ ਸ਼ੇਰਗਿੱਲ ਦੀ ਜਿਹੜੀ ਜੁਗਨੀ ਹੈ ਜਦੋਂ ਉਹ ਪੰਜਾਬ ਜਾਂਦੀ ਹੈ ਤੇ ਉਹ ਦੇਖਦੀ ਹੈ ਬਈ ਜਿਹੜੇ ਪੜ੍ਹੇ ਲਿਖੇ ਬੇਕਾਰ ਜੁਗਨੀ ਪਹੁੰਚ ਗਈ ਪੰਜਾਬ ਤੇ ਜਿੱਥੇ ਪੜ੍ਹੇ ਲਿਖੇ ਬੇਕਾਰ ਵੇਚ ਜ਼ਮੀਨਾਂ ਜਾਵਣ ਬਾਹਰ ਤੇ ਉੱਥੇ ਮਾਰਨ ਝਾੜੂ ਤੇ ਉੱਥੇ ਗੋਰੀ ਲੈਣ ਵਿਆਹ ਤੇ ਪਿੱਛੇ ਟੱਬਰ ਤੱਕੇ ਰਾਹ।
ਯੂ نو ਦਿਸ ਇਜ਼ ਰੱਬੀ ਸ਼ੇਰਗਿੱਲ। ਤੇ ਕਿੱਥੇ ਆਲਮ ਲੋਹਾਰ ਨੇ ਬਸ ਪੈਂਟ ਕੋਟ ਤੇ ਗੱਲ ਖਤਮ ਕਰਤੀ ਬਈ ਯੂ نو ਗਿਟਮਿਟ ਕਰਦੀ ਹੈ ਤੇ ਪੈਂਟ ਕੋਟ ਪਾਉਂਦੀ ਹੈ, ਉੱਥੇ ਗੱਲ ਖਤਮ ਹੋ ਗਈ। ਪਰ ਰੱਬੀ ਸ਼ੇਰਗਿੱਲ ਦਾ ਜਿਹੜਾ ਨਜ਼ਰੀਆ ਹੈ ਬਹੁਤ ਜ਼ਿਆਦਾ ਸੰਜੀਦਗੀ ਵਾਲਾ ਨਜ਼ਰੀਆ ਹੈ। ਤੇ ਅਸੀਂ ਦੇਖਦੇ ਹਾਂ ਵੀ ਪਹਿਲੀ ਵਾਰੀ ਜਿਹੜੀ ਜੁਗਨੀ ਹੈ ਉਹਦੇ ਜਿਹੜੇ ਇਸ਼ੂਜ਼ ਯੂ نو ਲਾਈਕ ਰੱਬੀ ਸ਼ੇਰਗਿੱਲ ਦੀ ਆਪਣੀ ਅੰਡਰਸਟੈਂਡਿੰਗ ਉਹ ਸਿਰਫ ਪੰਜਾਬ ਤੇ ਲਿਮਿਟ ਨਾ ਹੋ ਕੇ ਉਹ ਬ੍ਰੋਡਨ ਹੁੰਦੇ ਗਏ। ਤੇ ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਜੁਗਨੀ ਦਾ ਵੀ ਜਿਹੜਾ ਐਂਬਿਟ ਹੈ, ਜੁਗਨੀ ਦਾ ਜਿਹੜਾ ਪੁਆਇੰਟ ਆਫ ਇੰਟਰਸਟ ਹੈ ਉਹ ਕਿਵੇਂ ਵੱਧਦਾ ਜਾਂਦਾ ਤੇ ਵੱਧਦਾ ਜਾਂਦਾ। ਤੇ ਆਈ ਥਿੰਕ ਮੈਂ ਇੱਥੇ ਰੈਪ ਅਪ ਕਰੂੰਗੀ। ਤੇ I would say, you know, to my young friends, because I also want to thank, you know, my young friends, ਜਿਨ੍ਹਾਂ ਨੂੰ ਮੈਂ ਮਿਲੀ ਨਹੀਂ ਬਟ ਮੈਨੂੰ ਇੱਕ ਸੈਂਸ ਹੈ ਬਈ ਪੰਜਾਬ ਦਰਸ਼ਨ ਦੇ ਪਿੱਛੇ ਇੱਕ ਬੜੀ ਸੋਲਿਡ ਟੀਮ ਪ੍ਰੋਫੈਸਰ ਅਵਤਾਰ ਸਿੰਘ ਜੀ ਨੇ ਨਰਚਰ ਕੀਤੀ ਹੈ ਯੰਗਸਟਰਸ ਦੀ। ਯੂ نو ਦਿਸ ਇਜ਼ ਮਾਈ ਸੈਂਸ। ਤੇ ਉਹ ਕਮਿਟਡ ਹੈਗੇ ਹੈ ਤੇ ਉਹ ਆਪਣੇ ਆਪ ਨੂੰ ਨੌਲੇਜ ਨਾਲ ਇਸ ਤਰ੍ਹਾਂ ਕਨੈਕਟ ਕਰ ਰਹੇ ਹੈ ਵਿਚ ਆਈ ਥਿੰਕ ਇਜ਼ ਐਕਸਟ੍ਰੀਮਲੀ ਇੰਪੋਰਟੈਂਟ। ਸਾਡੀ ਸਾਰੀ ਪੰਜਾਬ ਦੀ ਸੁਸਾਇਟੀ ਦਾ ਤੇ ਪੰਜਾਬ ਦੇ ਕੱਲ ਦਾ ਯੂ نو ਇਹੀ ਇੰਪੋਰਟੈਂਟ ਕਨੈਕਸ਼ਨ ਹੈ ਜਿਹੜਾ ਬਣਾਉਣਾ ਜ਼ਰੂਰੀ ਹੈ। ਐਂਡ ਆਈ ਥਿੰਕ you know Punjab Darshan is moving in that direction, and I really like this name Darshan also। ਤੇ ਇਹਦੀਆਂ ਜਿਹੜੇ ਦੋ ਲੈਵਲਸ ਤੇ ਤੁਸੀਂ ਦਰਸ਼ਨ ਨੂੰ ਅੰਡਰਸਟੈਂਡ ਕਰ ਸਕਦੇ ਹੋ, ਮਤਲਬ ਇੱਕ ਤਾਂ ਸਿਰਫ ਸਾਈਟ ਹੈ ਪਰ ਇੱਕ ਤਾਂ ਪੂਰਾ ਵਰਲਡ ਵਿਊ ਹੈ ਤੇ ਫਿਲਾਸਫੀ ਹੈ। ਤੇ ਮੈਂ ਇੱਥੇ ਹੀ ਰੈਪ ਅਪ ਕਰੂੰਗੀ। ਅੱਜ ਕੱਲ੍ਹ ਅਟੈਂਸ਼ਨ ਸਪੈਨਸ ਵੀ ਜ਼ਿਆਦਾ ਨਹੀਂ ਹੈ ਤੇ ਆਈ ਥਿੰਕ ਆਈਵ ਸੈਡ ਇਨਫ। But you know, I would say that you know my young friends have to really look at our folk। ਸਾਨੂੰ folk ਦੇ ਵੱਲ ਦੇਖਣ ਦੀ ਲੋੜ ਹੈ ਬਟ ਸਾਨੂੰ ਅੰਡਰਸਟੈਂਡ ਕਰਨਾ ਹੈ ਬਈ ਅਸੀਂ ਰਿਸਰਚ ਕਿਵੇਂ ਕਰਨੀ ਹੈ। ਹਾਲੇ ਵੀ ਅਸੀਂ ਵੈਸਟਰਨ ਸਕਾਲਰਸ ਦੀ ਤਰਫ ਦੇਖਦੇ ਹਾਂ ਆਪਣੀਆਂ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਲਈ। ਤੇ ਠੀਕ ਹੈ, ਮਤਲਬ ਮੇਰਾ ਨਜ਼ਰੀਆ ਤੰਗ ਨਹੀਂ ਹੈ, ਮੈਨੂੰ ਲੱਗਦਾ ਸਾਨੂੰ ਸਾਰਿਆਂ ਤੋਂ ਸਿੱਖਣਾ ਚਾਹੀਦਾ ਤੇ ਵੈਸਟ ਸਾਨੂੰ ਚੰਗੀ ਰਿਸਰਚ ਸਿਖਾ ਸਕਦਾ। ਤਾਂ ਸਾਡੇ ਯੂ نو ਹੋਰਾਈਜ਼ਨਸ ਬ੍ਰੌਡ ਹੋਣੇ ਚਾਹੀਦੇ ਹੈ ਬਟ ਵੀ ਹੈਵ ਟੂ ਫੋਕਸ ਔਨ ਆਵਰ ਮਟੀਰੀਅਲ ਬਿਕੋਜ਼ ਦੇਰ ਇਜ਼ ਜਸਟ ਸੋ ਮਚ ਸਕੋਪ ਦੇਰ। So with those thoughts, you know, I will wrap it up. And once again, thank you, Professor Avtar Singh, and thank you, Professor Ishwar Dayal Gaurji, for really encouraging me to take this on. Thank you very much. It's a pleasure. ਮੈਡਮ ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ, ਪੰਜਾਬ ਦਰਸ਼ਨ ਨੂੰ, ਪੰਜਾਬ ਨੂੰ ਦਿੱਤਾ ਟਾਈਮ। ਇੱਕ ਸਾਡੇ ਪ੍ਰੋਫੈਸਰ ਰਾਜ ਕੁਮਾਰ ਉਹਨਾਂ ਨੇ ਇੱਕ ਬੜਾ ਟਿਕਲਿਸ਼ ਜਿਹਾ ਕੁਐਸਚਨ ਕੀਤਾ ਤੇ ਉਹਨਾਂ ਨੇ ਕਿਹਾ ਜਿਵੇਂ ਪੰਜਾਬ ਦੇ ਵਿੱਚ ਹੁਣ ਇੱਕ ਅੱਜ ਕੱਲ੍ਹ ਚੱਲ ਰਿਹਾ ਇੱਕ ਕਿਸਾਨਾਂ ਦਾ ਸੰਕਟ, ਕਿ ਜੁਗਨੀ ਦਾ ਆਈਡੀਆ ਵੀ ਇਹ ਸੰਕਟ ਦੇ ਵਿੱਚ ਵੀ ਕੋਈ ਬੌੜੀ ਕਰ ਸਕਦਾ, ਇਸ ਤਰ੍ਹਾਂ ਦਾ ਉਹਨਾਂ ਨੇ ਕੁਐਸਚਨ ਕੀਤਾ। ਤੁਸੀਂ ਇਹਦੇ ਬਾਰੇ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ। ਤੇ ਕਿਤੇ ਕਿਤੇ ਮੈਨੂੰ ਜਿਵੇਂ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਐਪੀਫਨੀ, ਮੈਂ ਹੁਣ ਇੱਥੇ ਗੱਲ ਨਹੀਂ ਕੀਤੀ ਬਟ ਜਦੋਂ ਮੈਂ ਬਿਸ਼ਨਾ ਤੇ ਮੰਦਾ ਦੇ ਬਾਰੇ ਪੜ੍ਹ ਰਹੀ ਸੀ, ਦੁਬਾਰਾ ਰਿਵਾਈਜ਼ ਕਰ ਰਹੀ ਸੀ ਇਹਨਾਂ ਆਈਡੀਆਜ਼ ਨੂੰ, ਬਿਸ਼ਨਾ ਦੇ ਮੰਦਾ ਦੇ ਲਿਰਿਕਸ ਦੇਖ ਰਹੀ ਸੀ, ਨਾਲ ਨਾਲ ਅਸੀਂ ਖਬਰਾਂ 'ਚ ਸੁਣ ਰਹੇ ਹਾਂ ਵੀ ਪਗੜੀ ਸੰਭਾਲ ਜੱਟਾ ਅੱਜ ਦੇ ਟਾਈਮ ਤੇ ਯੂ نو ਟੋਲ ਬੈਰੀਅਰ ਪਲਾਜ਼ਾ ਤੇ ਗਾਇਆ ਜਾ ਰਿਹਾ। ਜਿਵੇਂ ਅਸੀਂ ਹੁਣ ਗੱਲ ਕਰ ਰਹੇ ਹਾਂ ਇਟ ਇਜ਼ ਬੀਇੰਗ ਪਲੇਡ ਆਊਟ ਦੇਅਰ। ਤੇ ਇਹਦੇ ਵਿੱਚ ਮੈਨੂੰ ਇੰਨੀ ਕਾਮਨੈਲਿਟੀ ਲੱਗੀ। ਇੱਕ ਥੋੜਾ ਦੁੱਖ ਵੀ ਹੋਇਆ ਬਈ ਅਸੀਂ ਇੰਨਾ ਅੱਗੇ ਆ ਗਏ, ਅਸੀਂ ਸੈਂਚੁਰੀ ਪਹਿਲਾਂ ਦੀ ਗੱਲ ਕਰ ਰਹੇ ਹਾਂ ਤੇ ਸੈਂਚੁਰੀ ਅਸੀਂ ਅੱਗੇ ਆ ਗਏ ਹਾਂ ਟਾਈਮ ਫਰੇਮ ਤੇ,
ਪਰ ਤੁਸੀਂ ਪੈਜ਼ੈਂਟਸ ਦੀਆਂ ਸਟਰਗਲਸ, ਇੱਕ ਛੋਟੇ ਫਾਰਮਰ, ਮਾਰਜਨਲ ਫਾਰਮਰ ਦੀ ਅੱਜ ਵੀ ਜਿਹੜੀ ਸਟਰਗਲ ਹੈ ਸਟੇਟ ਨੂੰ ਲੈ ਕੇ, ਇਹਦੇ ਨਾਲ ਇੱਕ ਇੱਕ ਡਿਸਇਲੂਜ਼ਨਮੈਂਟ ਵੀ ਹੈ। ਸੋ really, there are these echoes. There's no doubt about it. ਮੈਡਮ, ਇੱਕ ਮੇਰਾ ਆਪਣਾ ਪਰਸਨਲ ਸਵਾਲ ਹੈ, ਪਰ ਉਹ ਜੁਗਨੀ ਬਾਰੇ ਨਹੀਂ ਹੈ। ਉਹ ਸਵਾਲ ਤੁਹਾਡੇ ਨੋਵਲ ਦੇ ਇੱਕ ਕਰੈਕਟਰ ਬਾਰੇ ਹੈ, ਜਿਹੜਾ ਨਾਨਕੀ। ਉਹਦਾ ਥੋੜਾ ਜਿਹਾ ਟਾਈਮ ਤੁਸੀਂ ਦੱਸ ਸਕਦੇ ਆ ਵੀ ਉਹ ਆਈਡੀਆ ਤੁਹਾਨੂੰ ਕਿੱਦਾਂ ਆਇਆ ਜਾਂ ਕਿੱਥੋਂ ਆਇਆ? ਮੇਰੇ ਲਈ ਗੁਰੂ ਨਾਨਕ ਦੀ ਜਿਹੜੀ ਫਿਗਰ ਹੈ ਬਹੁਤ ਇੱਕ I don't know, I connect with Guru Nanak Dev Ji's figure as an ideal figure. ਪਰ ਜਿਹੜੀ ਬੇਬੇ ਨਾਨਕੀ ਸੀ, ਉਹਨਾਂ ਦਾ ਜਿਹੜਾ ਇੱਕ ਵਿਜ਼ਨ ਸੀਗਾ, ਬਈ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਪਛਾਣਿਆ ਨਹੀਂ ਸੀ, ਜਦੋਂ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਤੋਂ ਤੰਗ ਆ ਚੁੱਕੇ ਸੀ, ਕਿਉਂਕਿ ਉਹ ਕੰਮਕਾਰ 'ਚ ਇੰਟਰਸਟ ਨਹੀਂ ਲੈਂਦੇ ਸੀ। ਜਿਹੜਾ ਇੰਟਰਸਟ ਐਕਸਪੈਕਟਡ ਸੀਗਾ ਇੱਕ ਇਸ ਘਰਾਣੇ ਦੇ ਤੇ ਇਸ ਕਾਸਟ ਦੇ ਬੰਦੇ ਤੋਂ, ਇੱਕ ਪਰਟੀਕੂਲਰ ਬਿਜ਼ਨਸ ਐਕਿਊਮੈਨ ਦੀ ਜਿਹੜੀ ਐਕਸਪੈਕਟੇਸ਼ਨ, ਗੁਰੂ ਨਾਨਕ ਦੇਵ ਜੀ ਫੇਲ ਹੁੰਦੇ ਸੀ ਉੱਥੇ। ਤੇ ਜਦੋਂ ਉਹਨਾਂ ਨੂੰ ਕੋਈ ਨਹੀਂ ਅੰਡਰਸਟੈਂਡ ਕੀਤਾ ਸੀ, ਉਹ ਬੇਬੇ ਨਾਨਕੀ ਸੀਗੀ ਜਿਹੜੀ ਉਹਨਾਂ ਨੂੰ, ਕਹਿ ਲਓ ਉਹਨਾਂ ਦੀ ਥਰਡ ਆਈ ਸੀ, ਜਾਂ ਉਹ ਦੇਖ ਸਕਦੀ ਸੀ ਜਿਹੜੇ ਦੂਜੇ ਨਹੀਂ ਪਛਾਣ ਸਕਦੇ ਸੀ ਤੇ ਦੇਖ ਸਕਦੇ ਸੀ। And she, I think, was the first Sikh in that way, to really recognize Baba Nanak for his greatness and for what he was. ਤੇ ਜਿਵੇਂ ਆਪਾਂ ਕਹਿੰਦੇ ਆ ਬਈ now the emphasis should shift from Shakespeare to Shakespeare's sisters. ਸੋ ਇਹ ਜਿਹੜਾ ਕੈਰੈਕਟਰ ਹੈ ਮੇਰੇ ਨੋਵਲ ਵਿੱਚ, ਕੁਛ ਉਹਦੀਆਂ ਜਿਹੜੀਆਂ ਕੈਰੈਕਟਰਿਸਟਿਕਸ ਹੈ ਉਹ ਵੀ ਸੁਪਰਫਿਸ਼ੈਲਿਟੀਜ਼ ਤੋਂ, ਗਿਵਨਸ ਤੋਂ ਕੁਛ ਅੱਗੇ ਦਾ ਪਛਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਮੈਨੂੰ ਲੱਗਿਆ ਵੀ ਬੇਬੇ ਨਾਨਕੀ ਦੀਆਂ ਜਿਹੜੀਆਂ ਐਕੋਜ਼ ਹੈ, ਤੇ ਸ਼ਾਇਦ ਵੀ ਹੈਵ ਅ ਲੋਟ ਟੂ ਲਰਨ ਫਰੋਮ ਦੈਟ। ਹੁਣ ਅਸੀਂ ਪੰਜਾਬ 'ਚ ਕੁਛ ਇੱਕ ਦੌਰ ਐਸਾ ਚੱਲਿਆ ਵੀ ਅਸੀਂ ਇੱਕ ਮਾਸ ਲੈਵਲ ਤੇ ਸੁਪਰਫਿਸ਼ੈਲਿਟੀ ਦੇ ਪਿੱਛੇ ਆ, ਜਾਂ ਇੱਕ ਹੋਂਦ ਲੱਗੀ ਹੈ, ਜਿਹੜੀਆਂ ਆਪਾਂ ਤੁਸੀਂ ਬਿਗਨਿੰਗ ਵਿੱਚ ਗੱਲ ਕੀਤੀ ਹੈ, ਨਾ ਮੈਂ ਗਿਣਾ ਤੇ ਨਾ, ਉਹ ਜਿਹੜੀ ਸਾਰੀ ਮਟੀਰੀਅਲ ਇੱਕ ਲੱਗੀ ਹੈ। ਆਈ ਵਿਲ ਨੋਟ ਸੇ ਬਈ ਮਟੀਰੀਅਲ ਜ਼ਰੂਰੀ ਨਹੀਂ ਹੈ, ਮਤਲਬ ਇਹ ਵੀ ਕਹਿਣਾ ਕਿਸੇ ਹੱਦ ਤੱਕ ਹੈ, ਬਟ ਅਕੋਰਡਿੰਗ ਟੂ ਮੀ ਸਾਨੂੰ ਇਹ ਪਛਾਣਨਾ ਬਹੁਤ ਜ਼ਰੂਰੀ ਹੈ ਵੀ ਸਾਡੇ ਕਲਚਰ ਦਾ ਕੀ ਜ਼ਰੂਰੀ ਹੈ। ਇਹ ਅੱਖ ਸਾਡੇ 'ਚ ਹੋਣੀ ਬਹੁਤ ਜ਼ਰੂਰੀ ਹੈ, ਤੇ ਅਗਰ ਉਹ ਅੱਖ ਸਾਡੇ 'ਚ ਹੈ ਤੇ ਅਸੀਂ ਪਛਾਣ ਸਕਦੇ ਹਾਂ, ਤੇ that can become a great source of strength for us. ਤੇ ਇਸ ਕਰਕੇ ਮੇਰਾ ਇੱਕ broader philosophical ਇਹਦੇ ਵਿੱਚ ਨਜ਼ਰੀਆ ਵੀ ਸੀ ਇਹ ਵਾਲੀ ਕੈਰੈਕਟਰ ਬਣਾਉਣ ਦਾ। ਇਹ ਇੱਕ ਆਰਟਿਸਟ ਹੈਗੀ ਹੈ ਜੋ ਇੱਕ ਅਨਟੌਟ ਜਿਹੜਾ ਐਮਬ੍ਰੋਇਡਰੀ ਕਰਦਾ, ਐਵੇਂ ਦੇ ਆਰਟਿਸਟ ਨੂੰ ਸਪੋਰਟ ਕਰਨਾ ਚਾਹੁੰਦੀ ਹੈ। ਪੂਰੀ ਸਟੈਬਲਿਸ਼ਮੈਂਟ ਉਹਦੇ ਅਗੇਂਸਟ ਹੈ, ਪਰ ਉਹਨੂੰ ਪਤਾ ਹੈ ਬਈ ਇਹਦੇ ਕੰਮ ਦੀ ਜੋ ਵੈਲਿਊ ਹੈ ਉਹ ਪਛਾਣ ਰਹੀ ਹੈ। ਸੋ ਇਹ ਪਛਾਣਨ ਵਾਲੀ ਜਿਹੜੀ ਅੱਖ ਹੈ, ਇਹ ਅੱਖ we have to cultivate that in Punjab, ਕਿਉਂਕਿ ਮੈਂ ਪੰਜਾਬ ਦੇ ਬਾਰੇ ਬਹੁਤ optimistic ਹਾਂ। I don't know where this optimism comes from, but I'm so optimistic about Punjab despite all the problems. ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਸਾਡੇ ਕੋਲ ਹੈ, ਬਸ ਇੱਕ ਅੱਖ ਚਾਹੀਦੀ ਹੈ, ਸਾਨੂੰ ਖੋਜਣ ਵਾਲੀ ਅੱਖ ਚਾਹੀਦੀ ਹੈ। ਤੇ ਉਹ ਜਿਹੜਾ ਕੈਰੈਕਟਰ ਹੈ ਉਹਦੇ ਕੋਲੋਂ ਥਰਡ ਆਈ ਕਹਿ ਲਓ ਜਾਂ ਇੱਕ ਅੱਖ, ਮੈਨੂੰ ਲੱਗਦਾ ਹੈ ਬਈ ਉਹ ਨਾਨਕੀ ਦੇ ਵਿੱਚ ਹੈ। ਸੋ ਦੈਟ ਵਾਜ਼ ਅਬਾਊਟ ਨਾਨਕੀ। ਤੁਸੀਂ ਇਹ ਜਿਹੜੀ ਅੱਖ ਦੀ ਗੱਲ ਕੀਤੀ ਹੈ ਮੈਡਮ, ਸ਼ਾਇਦ ਉਹ ਪੰਜਾਬ ਦੀ ਅੱਖ ਧੁੰਦਲੀ ਹੋ ਚੁੱਕੀ ਹੈ,
ਮੈਨੂੰ ਲੱਗਦਾ ਕਿ ਤੁਹਾਡੇ ਯਤਨਾਂ ਨਾਲ ਉਹ ਪੰਜਾਬ ਦੀ ਅੱਖ ਦੀ ਰੌਸ਼ਨੀ ਫਿਰ ਜ਼ਰੂਰ ਤੇਜ਼ ਹੋਊਗੀ ਤੇ ਅਸੀਂ ਪੰਜਾਬ ਨੂੰ ਫਿਰ ਉਸ ਤਰ੍ਹਾਂ ਦੇਖਾਂਗੇ। ਮੈਂ ਪੰਜਾਬ ਦਰਸ਼ਨ ਦੇ ਸਰੋਤਿਆਂ ਤੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦਰਸ਼ਨ ਹਲੇ ਆਪਣੇ ਬਹੁਤ ਮੁੱਢਲੇ ਆਰੰਭਲੇ ਦੌਰ ਵਿੱਚ ਹੈ। ਜੇ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਤੇ ਸਾਡੀ ਕੋਸ਼ਿਸ਼ ਇਸ ਤਰ੍ਹਾਂ ਜਾਰੀ ਰਹੀ ਤੇ ਪੰਜਾਬ ਦਰਸ਼ਨ ਅੱਗੇ ਤੱਕ ਚੱਲੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਮੈਡਮ ਦੇ ਜਿਸ ਨਾਵਲ ਦੀ ਮੈਂ ਅੱਜ ਗੱਲ ਕੀਤੀ ਸੀ ਉਹ ਸਾਡੇ ਦਰਸ਼ਕ ਜਾਂ ਸਾਡੇ ਦੋਸਤ ਜ਼ਰੂਰ ਪੜ੍ਹਨਗੇ ਤੇ ਕਿਸੇ ਵੇਲੇ ਅਸੀਂ ਉਸ ਨਾਵਲ ਦੇ ਉੱਤੇ ਗੱਲ ਕਰਾਂਗੇ ਤੇ ਮੈਡਮ ਨੂੰ ਉਦੋਂ ਵੀ ਅਸੀਂ ਫਿਰ ਬੁਲਾਵਾਂਗੇ ਤੇ ਅੱਜ ਇਸ ਪ੍ਰੋਗਰਾਮ ਲਈ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਜਾਂ ਸਾਨੂੰ ਦੱਸ ਪਾਉਣ ਲਈ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਡਾਕਟਰ ਆਈ.ਡੀ. ਗੌਡ ਹੋਣਾ ਦਾ ਕਰ ਰਿਹਾ ਜੋ ਸਾਨੂੰ ਨਾ ਦੱਸਦੇ ਤਾਂ ਇਹ ਅੱਜ ਦਾ ਜੁਗਨੀ ਦੇ ਉੱਤੇ ਲੈਕਚਰ ਇੰਨਾ ਕਮਾਲ ਦਾ ਲੈਕਚਰ ਨਹੀਂ ਸੀ ਹੋਣਾ ਹੈ। ਅਸੀਂ ਅੱਜ ਤੱਕ ਸਾਰੇ ਤਕਰੀਬਨ ਜੁਗਨੀ ਦਾ ਇੱਕ ਗਾਣਾ ਹੀ ਸਮਝ ਰਹੇ ਹਾਂ ਵੀ ਗਾਣਾ ਹੈ ਜਿਸ ਤਰ੍ਹਾਂ ਹੋਰ ਬਹੁਤ ਸਾਰੇ ਗਾਣੇ ਆ ਵੀ ਇਸ ਗਾਣੇ ਦੇ ਵਿੱਚ ਕਿੱਡਾ ਇਹਦਾ ਇਤਿਹਾਸ ਹੈ ਇਹਦਾ ਇੱਕ ਸੱਭਿਆਚਾਰ ਆ ਇਹਦੇ ਵਿੱਚ ਕਿੰਨੀਆਂ ਇਹਦੀਆਂ ਤੰਦਾਂ ਜਿਹੜੀਆਂ ਉਹਨਾਂ ਨੂੰ ਇੰਨੀਆਂ ਪਰਤਾਂ ਕਿੰਨੀਆਂ ਇਹਦੀਆਂ ਜਿਹਨਾਂ ਨੂੰ ਤੁਸੀਂ ਲਾਓ ਤੇ ਵਿੱਚੋਂ ਫਰੋਲੋ ਤੇ ਕਿੰਨਾ ਕੁਝ ਵਿੱਚੋਂ ਨਿਕਲਦਾ ਔਰ ਇਹਦੇ ਵਿੱਚ ਸੰਭਾਵਨਾ ਕਿੰਨੀ ਆ ਸਾਡੇ ਫਿਊਚਰ ਲਈ ਵੀ ਜਿਹੜੀ ਮੈਡਮ ਨੇ ਸਾਨੂੰ ਦਿਖਾ ਦਿੱਤੀ ਆ ਤੇ ਗੌਡ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਧੰਨਵਾਦ ਮੈਂ ਹੋਰ ਜ਼ਰੂਰ ਕਰਨਾ ਚਾਹੁੰਦਾ ਕਿ ਜਿਹੜੇ ਕਿ ਮੈਡਮ ਦੇ ਟੀਚਰ ਵੀ ਰਹੇ ਡਾਕਟਰ ਹਰਜੀਤ ਸਿੰਘ ਗਿੱਲ ਜੀ ਤੇ ਕਿਉਂਕਿ ਅਸੀਂ ਉਹਨਾਂ ਦੇ ਲੈਕਚਰ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਜ ਵੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਇਸ ਲੈਕਚਰ ਵਿੱਚੋਂ ਕਿ ਜੁਗਨੀ ਦੇ ਵਿੱਚ ਜਿਹੜੀ ਸੰਭਾਵਨਾ ਹੈ ਜਿਹੜੀਆਂ ਪੰਜਾਬ ਦੇ ਵਿੱਚ ਪੁਰਾਣੀਆਂ ਦੀਵਾਰਾਂ ਖੜੀਆਂ ਗਈਆਂ ਔਰ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਤੁਸੀਂ ਦੀਵਾਰ ਦੀ ਗੱਲ ਕਰਦੇ ਆ ਤੇ ਸਾਨੂੰ ਅਸੀਂ ਸਰਹੰਦ ਪਹੁੰਚ ਜਾਂਦੇ ਹਾਂ ਜਿਹਦੇ ਵਿੱਚ ਸਾਹਿਬਜ਼ਾਦੇ ਚੁਣੇ ਗਏ ਤੇ ਇਹ ਦੀਵਾਰਾਂ ਨੇ ਪੰਜਾਬ ਦੇ ਵਿੱਚ ਸਮਝ ਲਓ ਪੰਜਾਬ ਨੂੰ ਉਹਨਾਂ ਦੀਵਾਰਾਂ ਦੇ ਵਿੱਚ ਚੁਣ ਦਿੱਤਾ ਹੈ ਤੇ ਅਸੀਂ ਇਹਨਾਂ ਦੀਵਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਜੁਗਨੀ ਦਾ ਸਹਾਰਾ ਵੀ ਲੈ ਸਕਦੇ ਹਾਂ ਔਰ ਅਸੀਂ ਮੁੜ ਕੇ ਫਿਰ ਜਿਵੇਂ ਸੁਰਜੀਤ ਪਾਤਰ ਉਹਨਾਂ ਨੇ ਲਿਖਿਆ ਸੀਗਾ ਕਿ ਪਹਿਲਾਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਹੈ ਅਸੀਂ ਹੁਣ ਇਹ ਵਾਰੀ ਨਹੀਂ ਆਉਣ ਦੇਵਾਂਗੇ ਇਹ ਔਰ ਇਸ ਵਾਰੀ ਨੂੰ ਟਾਲਣ ਲਈ ਅਸੀਂ ਜੁਗਨੀ ਦਾ ਸਹਾਰਾ ਵੀ ਲਵਾਂਗੇ ਤੇ ਜਿਵੇਂ ਕਹਿੰਦੇ ਡੁੱਬਦੇ ਨੂੰ ਤਿਣਕ ਦਾ ਸਹਾਰਾ ਜਿੱਥੋਂ ਵੀ ਸਾਨੂੰ ਸਹਾਰਾ ਮਿਲਦਾ ਅਸੀਂ ਲਵਾਂਗੇ ਅਸੀਂ ਪੰਜਾਬ ਨੂੰ ਸਾਬਤ ਸਬੂਤਾ ਰੱਖਣ ਲਈ ਮੁਕੰਮਲ ਰੱਖਣ ਲਈ ਹਰ ਯਤਨ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਨ੍ਹਾਂ ਲੋਕਾਂ ਨੇ ਦੇਖਿਆ ਤੇ ਮੈਂ ਉਹਨਾਂ ਦਾ ਨਾਮ ਜ਼ਰੂਰ ਲੈਣਾ ਚਾਹੁੰਦਾ ਵਿਸ਼ੇਸ਼ ਤੌਰ ਦੇ ਉੱਤੇ ਮਗਨਪ੍ਰੀਤ ਕੌਰ ਡਾਕਟਰ ਧਰਮਜੀਤ ਸਿੰਘ ਪਰਮਿੰਦਰ ਸੋਢੀ ਪ੍ਰੋਫੈਸਰ ਪਰਮਜੀਤ ਸਿੰਘ ਸਿੱਧੂ ਕਵਿਤਾ ਆਨੰਦ ਜਸਪਾਲ ਰਮਨਦੀਪ ਚਰਨਜੀਤ ਮਾਨ ਅੰਗਦ ਨੂਰ ਸਿੰਘ ਤਲੋਚਨ ਸਿੰਘ ਗੋਪਾਲਪੁਰ ਹਰਪਾਲ ਸਿੰਘ ਸੁਖਵੀਰ ਸਿੰਘ ਗੁਰਪ੍ਰੀਤ ਸਿੰਘ ਲਾਲੀ ਦਵਿੰਦਰ ਸਿੰਘ ਪਰਮਿੰਦਰ ਸਿੰਘ ਹਰਪ੍ਰੀਤ ਰਾਜਕੁਮਾਰ ਸੁਮਨਦੀਪ ਜਤਿੰਦਰਪਾਲ ਸੁਵੇਗ ਸਿੰਘ ਖਹਿਰਾ ਪਵਨ ਸ਼ਰਮਾ ਮਨਪ੍ਰੀਤ ਕੌਰ ਸੰਧੂ ਅਵਤਾਰ ਸਿੰਘ ਕੰਗ ਤੇ ਪ੍ਰੋਫੈਸਰ ਮਨਜਿੰਦਰ ਸਿੰਘ ਸਾਡੇ ਦੇ ਦਰਸ਼ਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਅਮਰੀਕਾ ਕੈਨੇਡਾ ਤੱਕ ਫੈਲੇ ਹੋਏ ਆ ਇੱਥੋਂ ਤੱਕ ਜੰਮੂ ਕਸ਼ਮੀਰ ਤੱਕ ਵੀ ਫੈਲੇ ਹੋਏ ਆ ਤੇ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇੱਕ ਅਖੀਰ ਦੇ ਵਿੱਚ ਸਾਡੀ ਇਸ ਪ੍ਰੋਗਰਾਮ ਨੂੰ ਸੰਚਾਲਨ ਵਿੱਚ ਲਿਆਉਣ ਲਈ ਜਿਹੜੀ ਟੀਮ ਸਾਡੀ ਬਣੀ ਹੋਈ ਆ ਖਾਸ ਤੌਰ ਦੇ ਉੱਤੇ ਅਸੀਂ ਇੱਕ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਇਹ ਪ੍ਰੋਗਰਾਮ ਦਾ ਇੱਕ ਪੋਸਟ ਕਾਰਡ ਬਣਾਈਏ ਤੇ ਉਸ ਪੋਸਟ ਕਾਰਡ ਬਣਾਉਣ ਲਈ ਅਸੀਂ ਬੜੀ ਆਪਣੇ ਵੱਲੋਂ ਬੜੀ ਮਿਹਨਤ ਕਰਦੇ ਹੁੰਦੇ ਆ ਤੇ ਉਹਦੇ ਵਿੱਚ ਮੇਰੇ ਨਾਲ ਪਰਮਿੰਦਰ ਸਿੰਘ ਤੇ ਹਰਪ੍ਰੀਤ ਜਿਹੜੇ ਟੈਕਨੀਕਲ ਇਸ ਕੰਮ ਨੂੰ ਸਿਰੇ ਚਾੜ੍ਹਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਜਿਹੜੀ ਆ ਜਿਹਦੇ ਵਿੱਚ ਹਰਮੀਤ ਕੌਰ ਜਸਕਰਨ ਸਿੰਘ ਕਮਲੇਸ਼ ਦਿਲਦਾਰ ਤੇ ਮਹਿਤਾਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਅਖੀਰ ਵਿੱਚ ਸਭ ਤੋਂ ਜ਼ਿਆਦਾ ਧੰਨਵਾਦ ਕੁਲਵਿੰਦਰ ਕੌਰ ਜੀ ਦਾ ਜਿਨ੍ਹਾਂ ਕਰਕੇ ਇਹ ਪੰਜਾਬ ਦਰਸ਼ਨ ਦਾ ਪ੍ਰੋਗਰਾਮ ਚੱਲਦਾ ਤੇ ਜਲਦੀ ਅਸੀਂ ਫਿਰ ਕਿਸੇ ਹੋਰ ਮਹਾਨ ਹਸਤੀ ਨੂੰ ਲੈ ਕੇ ਆਵਾਂਗੇ ਤੇ ਅਸੀਂ ਪੰਜਾਬ ਨੂੰ ਸਮਝਣ ਲਈ ਪੰਜਾਬ ਨੂੰ ਦੇਖਣ ਲਈ ਹੋਰ ਕੋਸ਼ਿਸ਼ ਕਰਦੇ ਰਵਾਂਗੇ ਤੇ ਮੈਡਮ ਤੁਸੀਂ ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ ਆ
ਬਸ ਆਈ ਥਿੰਕ ਤੁਸੀਂ ਬਹੁਤ ਸੋਹਣਾ ਰੈਪ ਅਪ ਕਰਤਾ ਹੈ ਤੇ what can I say ਕਿਸੇ ਦਾ ਅਗਰ ਕੋਈ ਸਵਾਲ ਹੈ ਮੇਰੇ ਲੈਕਚਰ ਨੂੰ ਲੈ ਕੇ ਕੋਈ ਕਲੈਰੀਫਿਕੇਸ਼ਨ ਹੈ ਕੋਈ young friend wants to work and they feel they need to speak to me ਤੇ ਮੇਰਾ ਈਮੇਲ ਆਈਡੀ ਪ੍ਰੋਫੈਸਰ ਅਵਤਾਰ ਸਿੰਘ ਕੋਲ ਹੈ ਤੇ you are most welcome to write to me for any clarification ਤੇ thank you very much and thank you ਪੰਜਾਬ ਦਰਸ਼ਨ ਮੈਨੂੰ ਰੂਬਰੂ ਕਰਨ ਲਈ ਇੰਨੀ ਸੋਹਣੀ ਆਡੀਅנס ਤੇ I'm feeling very satisfied. Thank you very much. ਅਸੀਂ ਤੁਹਾਡੇ ਨਾਲ ਮੈਡਮ ਜੁੜੇ ਰਵਾਂਗੇ, ਰਾਬਤਾ ਰੱਖਾਂਗੇ। ਕੋਈ ਸਵਾਲ ਹੋਇਆ, ਕੋਈ ਹੋਰ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਈ ਤੁਹਾਡੇ ਤੱਕ ਜ਼ਰੂਰ ਅਸੀਂ ਪਹੁੰਚੀ ਕਰਾਂਗੇ। ਤੇ ਸਾਨੂੰ ਜੀ ਨਹੀਂ ਕਰਦਾ ਹੁੰਦਾ ਕਿ ਅਸੀਂ ਇਸ ਮਜਲਿਸ ਦੇ ਵਿੱਚੋਂ ਉੱਠ ਕੇ ਬਾਹਰ ਜਾਈਏ ਤੇ ਪਰ ਫਿਰ ਵੀ ਸਮਾਂ ਜਿਹੜਾ ਉਹ ਬਲਵਾਨ ਹੈ, ਸਾਨੂੰ ਜਾਣਾ ਪੈਣਾ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਡਮ, ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। पंजाब करां की सिफ्त तेरी है, पंजाब करां की सिफ्त तेरी, पंजाब करां की सिफ्त तेरी, शाना दे सब सामान तेरे, जल पौन तेरा हरियाल तेरी, दरिया पर्वत मैदान तेरे। बाबा नानक बाबा फरीद अपनी छाती ते पाले तू, दुनिया नू चानण देण लई कई रोशन दीवे।